हाँ जी, सो ਆਪਾਂ ਸਟਾਰਟ ਕਰਦੇ ਹਾਂ। ਨੈਕਸਟ ਅਗਲਾ ਪੋਰਸ਼ਨ ਲੈਕਚਰ 2 ਆ ਮਾਡਰਨ ਹਿਸਟਰੀ ਦਾ। ਦੇਖੋ ਅਸੀਂ ਹੁਣ ਤੱਕ ਪੜ੍ਹਿਆ ਕੀ ਸੀਗਾ, ਪਹਿਲਾਂ ਅਸੀਂ ਉਹ ਸਮਝਿਆ। ਇਸ ਤੋਂ ਬਾਅਦ ਅਸੀਂ ਹੁਣ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਅੱਗੇ ਮੀਨਸ ਕਿ ਪੁਰਤਗਾਲੀ ਸਾਡੇ ਦੇਸ਼ 'ਚ ਆਏ 100 ਸਾਲ ਤੱਕ ਕੰਫਰਟੇਬਲ ਹੋ ਕੇ ਉਹਨਾਂ ਨੇ ਆਪਣਾ ਸਿਸਟਮ ਸੈੱਟ ਕੀਤਾ। ਹੁਣ ਮਸਲਾ ਇਹ ਆ ਕਿ ਇਸ ਤੋਂ ਅਗਲੇ ਪੋਰਸ਼ਨ ਨੂੰ ਉਹ ਕਿਸ ਤਰੀਕੇ ਨਾਲ ਡੀਲ ਕਰਨਗੇ। ਠੀਕ ਆ, ਮੀਨਸ ਕਿ ਇਸ ਤੋਂ ਬਾਅਦ ਪੁਰਤਗਾਲੀ ਜਿਹੜੇ ਆ ਉਹਨਾਂ ਵਾਸਤੇ ਸਭ ਤੋਂ ਵੱਡਾ ਚੈਲੰਜ ਕੀ ਹੋਣ ਜਾ ਰਿਹਾ ਹੈ। ਹੁਣ 1600 ਤੋਂ ਬਾਅਦ ਨਾ ਆਫਟਰ 1600 ਬਹੁਤ ਸਾਰੀਆਂ ਯੂਰੋਪੀਅਨ ਪਾਵਰਸ ਇੱਕੋ ਦਮ ਆਉਣਗੀਆਂ। ਇਗਜ਼ਾਮਪਲ 1600 ਦੇ ਵਿੱਚ ਆਪਣੇ ਰਾਜੇ ਇੰਗਲੈਂਡ ਦੀ ਰਾਣੀ ਤੋਂ ਪਰਮਿਸ਼ਨ ਲੈ ਕੇ 1602 ਦੇ ਵਿੱਚ ਇੰਡੀਆ 'ਚ ਆਉਗੇ ਬ੍ਰਿਟਿਸ਼। 1602 'ਚ ਆਪਣੇ ਉਹਦੇ ਹੋਲੈਂਡ ਦੇ ਰਾਜੇ ਤੋਂ ਪਰਮਿਸ਼ਨ ਲੈ ਕੇ ਇੰਡੀਆ 'ਚ ਪਹੁੰਚ ਗਏ ਡੇਨਸ। 1616 'ਚ ਆਪਣੇ ਰਾਜੇ ਤੋਂ ਪਰਮਿਸ਼ਨ ਲੈ ਕੇ 1620 'ਚ ਇੰਡੀਆ ਪਹੁੰਚਣਗੇ ਡੈਨਮਾਰਕ ਵਾਲੇ ਡੇਨਸ। ਅਤੇ 1602 'ਚ ਪਰਮਿਸ਼ਨ ਲੈ ਕੇ 1605 'ਚ ਇੰਡੀਆ ਪਹੁੰਚਣਗੇ ਡੱਚ। ਅਤੇ 1600 'ਚ ਪਰਮਿਸ਼ਨ ਲੈ ਕੇ 1602 'ਚ ਇੰਡੀਆ ਪਹੁੰਚਣਗੇ ਬ੍ਰਿਟਿਸ਼। ਇਟ ਮੀਨਸ 1600 ਤੋਂ ਲੈ ਕੇ 1620 ਦੇ ਅੰਦਰ ਹੀ 3 ਯੂਰੋਪੀਅਨ ਕੰਪਨੀਜ਼ ਹੋਰ ਆ ਗਈਆਂ। ਇਹਨਾਂ 'ਚੋਂ ਸਭ ਤੋਂ ਵੱਧ ਤਾਕਤਵਰ ਪਤਾ ਕਿਹੜੀ ਸੀ? ਬ੍ਰਿਟਿਸ਼। ਉਹਦੀ ਵਜ੍ਹਾ ਹੈ ਬਿਕੋਜ਼ 1500 ਤੇ ਬ੍ਰਿਟੇਨ ਅਤੇ 1600 ਤੇ ਬ੍ਰਿਟੇਨ ਦੇ ਵਿੱਚ ਬਹੁਤ ਫਰਕ ਆ। 1500 ਦੇ ਵਿੱਚ ਜਿਹੜਾ ਬ੍ਰਿਟੇਨ ਸੀ ਨਾ, ਬੜਾ ਔਰਥੋਡੌਕਸ ਨੈਰੋ ਮਾਈਂਡਡ ਲੋਕਾਂ ਨਾਲ ਭਰਿਆ ਹੋਇਆ ਦੇਸ਼ ਸੀਗਾ। 1600 ਤੱਕ ਜਾਂਦੇ ਜਾਂਦੇ ਉਹਨਾਂ ਦਾ ਰਾਜਾ ਜਿਹੜਾ ਸੀਗਾ ਉਹ ਵੀ ਉਹਨਾਂ ਦੇ ਹੱਕ 'ਚ ਭੁਗਤ ਗਿਆ, ਲੋਕਾਂ ਦੇ ਪ੍ਰਤੀ ਬੜਾ ਸੌਫਟ ਹੋ ਗਿਆ। ਉਹਦੀ ਵਜ੍ਹਾ ਸੀ ਆਖਰ ਇੱਕ ਰਾਜਾ ਲੋਕਾਂ ਦੇ ਪ੍ਰਤੀ ਸੌਫਟ ਕਦੋਂ ਹੁੰਦਾ ਹੈ? ਜਦੋਂ ਉਹਦੇ ਆਪਣੇ ਇੰਟਰਸਟ ਇਹਦੇ 'ਚ ਜੁੜੇ ਹੋਣ। ਅਸਲ 'ਚ ਉਹਨੇ ਆਪ ਇੱਕ ਲੜਕੀ ਨਾਲ ਮੈਰਿਜ ਕਰਵਾਉਣੀ ਸੀ, ਖੁਦ ਮੈਰਿਡ ਸੀ ਅਤੇ ਮੈਰਿਡ ਹੋ ਕੇ ਉਹ ਕਿਸੇ ਦੂਸਰੀ ਲੜਕੀ ਨਾਲ ਵਿਆਹ ਨਹੀਂ ਸੀ ਕਰਵਾ ਸਕਦਾ ਉਸ ਟਾਈਮ ਦੇ ਬ੍ਰਿਟੇਨ ਦੇ ਕਸਟਮਸ ਦੇ ਅਕੋਰਡਿੰਗ। ਤਾਂ ਖੈਰ ਉਹਨੂੰ ਇਹਦੇ ਵਾਸਤੇ ਲੋਕਾਂ ਦੀ ਸਪੋਰਟ ਚਾਹੀਦੀ ਸੀ ਅਤੇ ਚਰਚ ਇਹਦੇ ਵਾਸਤੇ ਅਲਾਊ ਨਹੀਂ ਸੀ ਕਰਦਾ ਉਸ ਸਮੇਂ। ਤਾਂ ਉਹਨੇ ਕੀ ਕੀਤਾ, ਚਰਚ ਦੇ ਹੈੱਡ ਦੇ ਤੌਰ 'ਤੇ ਪਾਦਰੀ ਨੂੰ ਰਿਮੂਵ ਕਰਤਾ। ਜਿਵੇਂ ਕੋਈ ਅੱਜ ਕਵੇ ਕਿ ਪੰਜਾਬ ਦਾ ਮੁੱਖ ਮੰਤਰੀ ਕਵੇ ਕਿ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਤੌਰ 'ਤੇ ਅੱਜ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇ। ਤਾਂ ਰਾਜੇ ਨੇ ਕੀ ਕੀਤਾ, ਚਰਚ ਦੀਆਂ ਪਾਵਰਾਂ ਸਾਰੀਆਂ ਆਪਣੇ ਹੱਥ 'ਚ ਲੈ ਲਈਆਂ। ਜਦੋਂ ਤੁਸੀਂ ਚਰਚ ਦੇ ਖਿਲਾਫ ਬਗਾਵਤ ਕਰਦਾ ਹੈ ਰਾਜਾ, ਤਾਂ ਓਬਵੀਅਸ ਜੀ ਗੱਲ ਆ ਕਿਸੇ ਦਾ ਸਾਥ ਤਾਂ ਹੋਣਾ ਚਾਹੀਦਾ ਹੈ। ਅਤੇ ਜੇ ਤੁਹਾਡੇ ਨਾਲ ਲੋਕਾਂ ਦਾ ਹੀ ਸਾਥ ਆ ਤਾਂ ਫਿਰ ਕੀ ਚਰਚ ਕਰ ਲੂਗੀ ਉੱਥੇ। ਤਾਂ ਕਿੰਗ ਹੈਨਰੀ ਜਿਹੜਾ ਉਸ ਸਮੇਂ ਦਾ ਸੀਗਾ, ਠੀਕ ਆ, ਤਾਂ ਉਹ ਆਪਣੇ ਆਪ ਦੇ ਵਿੱਚ ਇਸ ਤਰੀਕੇ ਨਾਲ ਉਹ ਕਿੰਗ ਚਾਰਲਸ ਸ਼ਾਇਦ ਉਹਦਾ ਨਾਮ ਸੀ, ਮੇਰੇ ਦਿਮਾਗ 'ਚੋਂ ਨਾਮ ਸਕਿਪ ਹੋ ਗਿਆ ਉਹਦਾ, ਜਿਹੜਾ ਉਸ ਟਾਈਮ ਇੰਗਲੈਂਡ ਦਾ ਰਾਜਾ ਸੀਗਾ, ਜਿਹੜਾ ਇਸ ਇਸ਼ੂ 'ਤੇ ਲੋਕਾਂ ਦੇ ਫੇਵਰ 'ਚ ਆ ਗਿਆ। ਅਦਰਵਾਈਜ਼ ਉਹ ਲੋਕਾਂ ਦੇ ਫੇਵਰ 'ਚ ਨਹੀਂ ਸੀ ਆਉਂਦਾ ਕਦੇ ਵੀ। ਤਾਂ ਬਾਅਦ 'ਚ ਉਹਨੇ ਬਹੁਤ ਸਾਰੇ ਲੋਕ ਭੁਲਾਵੇਂ ਜਾਂ ਲੋਕ ਹਿੱਤ ਦੇ ਵਿੱਚ ਬਹੁਤ ਸਾਰੇ ਪਬਲਿਕ ਇੰਟਰਸਟ ਦੇ ਵਿੱਚ ਫੈਸਲੇ ਲਏ। ਇਹਦੇ ਨਾਲ ਕੀ ਹੋਇਆ, ਇੰਗਲੈਂਡ ਦੀ ਜਿਹੜੀ ਗਰੋਥ ਆ ਨਾ, ਤਰੱਕੀ ਹੈ ਜਿਹੜੀ, ਉਹ ਬਾਕੀ ਦੇ ਯੂਰੋਪੀਅਨ ਦੇਸ਼ਾਂ ਦੇ ਮੁਕਾਬਲੇ ਐਕਸਪੋਨੈਂਸ਼ੀਅਲੀ ਜ਼ਿਆਦਾ ਗਰੋ ਕਰੀ। ਕਾਰਨ ਤਾਂ ਪਤਾ ਲੱਗ ਹੀ ਗਿਆ। ਤਾਂ ਇੰਗਲੈਂਡ ਕੋਲ ਫਿਲਹਾਲ 16ਵੀਂ ਸਦੀ ਤੱਕ ਬਹੁਤ ਸੰਸਾਧਨ ਸੀ। ਜਿਸ ਇੰਗਲੈਂਡ ਕੋਲ 15ਵੀਂ ਸਦੀ 'ਚ ਦੁਨੀਆ ਦੇ ਦੂਜੇ ਦੇਸ਼ਾਂ 'ਚ ਜਾਣ ਦੀ ਸੋਚ ਵੀ ਨਹੀਂ ਸੀ, 16ਵੀਂ ਸਦੀ ਕੋਲ ਸੋਚ ਤਾਂ ਛੱਡੋ, ਉਹਨਾਂ ਕੋਲ ਰਿਸੋਰਸਿਸ ਹੀ ਬਹੁਤ ਸੀ, ਪੈਸਾ ਹੀ ਬਹੁਤ ਸੀਗਾ ਰਾਜੇ ਕੋਲ, ਲੋਕਾਂ ਕੋਲ ਵੀ। ਤਾਂ ਇੰਗਲੈਂਡ ਦੀ ਕੰਪਨੀ ਜਿਹੜੀ ਇੰਡੀਆ 'ਚ ਆਈ ਸੀ 1600 'ਚ, ਵੈਸੇ ਤਾਂ ਛੋਟੀਆਂ ਕਈ ਕੰਪਨੀਆਂ ਆਈਆਂ ਸੀ ਅਤੇ ਲੀਵੈਂਟ ਨਾਮ ਦੀ ਕੰਪਨੀ ਉਹਨਾਂ 'ਚੋਂ ਸਭ ਤੋਂ ਵੱਡੀ ਕੰਪਨੀ ਸੀ, ਜਿਹਦੇ ਨਾਮ 'ਤੇ ਸਾਰੀਆਂ ਪ੍ਰੋਪਰ ਰਜਿਸਟ੍ਰੇਸ਼ਨਾਂ ਸ਼ੁਰੂ ਹੁੰਦੀਆਂ, ਪੇਪਰ 'ਚ ਆਉਂਦੀ ਹੁੰਦੀ ਆ ਕਿ ਪਹਿਲੀ ਕੰਪਨੀ ਕਿਹੜੀ ਸੀਗੀ। ਠੀਕ ਆ, ਤਾਂ ਇਸ ਤਰੀਕੇ ਨਾਲ ਜਿਹੜੀਆਂ ਛੋਟੀਆਂ ਕਈ ਕੰਪਨੀਆਂ ਮਰਜ ਹੋ ਕੇ ਇੰਡੀਆ 'ਚ ਆਈਆਂ। ਇੰਗਲੈਂਡ ਦੀ ਰਾਣੀ ਤੋਂ ਪਰਮਿਸ਼ਨ ਲੈ ਕੇ, ਐਲਿਜ਼ਾਬੈਥ ਜਿਹੜੀ ਉਸ ਟਾਈਮ ਦੀ ਰਾਣੀ ਸੀਗੀ, ਉਹਦੇ ਤੋਂ ਪਰਮਿਸ਼ਨ ਲੈ ਕੇ ਆਈਆਂ। ਠੀਕ ਆ, 31 ਦਸੰਬਰ 1600 'ਚ ਉਹਨਾਂ ਨੂੰ ਪਰਮਿਸ਼ਨ ਮਿਲੀ ਉੱਥੋਂ। ਉਸ ਤੋਂ ਬਾਅਦ ਉਹ ਇੰਡੀਆ ਪਹੁੰਚੀ। ਇੰਡੀਆ ਆ ਕੇ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਇੱਥੇ ਪਤਾ ਕੌਣ ਆ? ਇੰਡੀਆ ਦੇ ਲੋਕਲ ਰਾਜੇ ਉਹਨਾਂ ਦੇ ਦੁਸ਼ਮਣ ਨਹੀਂ ਗੇ। ਇੰਡੀਆ 'ਚ ਸਭ ਤੋਂ ਵੱਡਾ ਦੁਸ਼ਮਣ ਉਹਨਾਂ ਦਾ ਪੁਰਤਗਾਲ ਆ। ਇੰਡੀਆ 'ਚ ਸਭ ਤੋਂ ਵੱਡਾ ਦੁਸ਼ਮਣ ਉਹਨਾਂ ਦਾ ਕਿਹੜਾ ਸੀਗਾ? ਪੁਰਤਗਾਲ। ਉਹਦੇ ਨਾਲ ਦੋ ਹੱਥ ਕਰਨੇ। ਆਲਦੋ ਇੰਡੀਆ ਦੇ ਵਿੱਚ ਉਸ ਸਮੇਂ ਮੁਗਲ ਪੀਕ 'ਤੇ ਸੀਗੇ। ਇਹ ਉਹ ਸਮਾਂ ਸੀ ਜਦੋਂ ਭਾਰਤ 'ਚ ਮੁਗਲਾਂ ਦਾ ਰਾਜ ਚੱਲ ਰਿਹਾ ਸੀ। ਜੇ ਤੁਹਾਡੇ 'ਚ ਕੋਈ ਮੈਨੂੰ ਪੁੱਛੇ ਨਾ ਕਿ 1 ਮਿੰਟ 'ਚ ਮੁਗਲਾਂ ਦੀ ਟਾਈਮਲਾਈਨ ਦੱਸ ਦਿਓ, 1526 'ਚ ਮੁਗਲ ਆਉਂਦੇ ਆ। 1526 ਤੋਂ ਲੈ ਕੇ 30 ਤੱਕ ਪਹਿਲਾ ਮੁਗਲ ਰਾਜਾ ਬਾਬਰ, 1530 ਤੋਂ ਲੈ ਕੇ 40 ਅਤੇ ਫਿਰ 55 ਤੋਂ ਲੈ ਕੇ 56 1 ਸਾਲ ਹਮਾਯੂ, 1556 ਜਾਣੀ ਕਿ 1556 ਤੋਂ ਲੈ ਕੇ 1604 ਤੱਕ ਅਕਬਰ। ਇਟ ਮੀਨਸ 1556 1556 ਤੋਂ ਲੈ ਕੇ 1604 ਤੱਕ ਕੌਣ ਆ ਜੀ? ਅਕਬਰ। ਇਟ ਮੀਨਸ ਜਦੋਂ ਇੰਗਲੈਂਡ ਦੇ ਵਿੱਚ ਇਹ ਬਣਦੀ ਆ, ਕੰਪਨੀ ਬਣੂਗੀ, ਉਸ ਟਾਈਮ ਭਾਰਤ ਦਾ ਰਾਜਾ ਕੌਣ ਸੀਗਾ? ਅਕਬਰ। ਜਦੋਂ ਇੰਗਲੈਂਡ ਸਾਡੇ ਦੇਸ਼ 'ਚ ਆਊਗਾ, ਅੰਗਰੇਜ਼ ਸਾਡੇ ਦੇਸ਼ 'ਚ ਆਉਣਗੇ, ਉਸ ਟਾਈਮ ਪੰਜਾਬ 'ਚ ਤੀਸਰੇ ਗੁਰੂ ਦਾ ਸਮਾਂ ਚੱਲ ਰਿਹਾ ਸੀਗਾ। ਇਟ ਮੀਨਸ ਪੰਜਾਬ ਦੇ ਵਿੱਚ ਤੀਸਰੇ ਗੁਰੂ ਦੇ ਸਮਕਾਲੀ ਨੇ ਅੰਗਰੇਜ਼। ਇਹੀ ਉਹ ਸਮਾਂ ਸੀ। ਇੱਕ ਹੋਰ ਐਗਜ਼ਾਮਪਲ ਦਿੰਦਾ,
ਜਦੋਂ ਪੁਰਤਗਾਲੀ ਸਾਡੇ ਦੇਸ਼ 'ਚ ਆਏ 1498 'ਚ, ਉਸ ਟਾਈਮ ਗੁਰੂ ਨਾਨਕ ਦੇਵ ਵੀ ਪੰਜਾਬ ਦੇ ਵਿੱਚ ਯਾਤਰਾ ਕਰ ਰਹੇ ਸੀ, ਭਾਰਤ 'ਚ ਯਾਤਰਾ ਕਰ ਰਹੇ ਸੀ। ਇਟ ਮੀਨਸ ਪੁਰਤਗਾਲੀ ਗੁਰੂ ਨਾਨਕ ਦੇਵ ਦੇ ਵੀ ਸਮਕਾਲੀ ਨੇ। ਐਵੇਂ ਸੋਚ ਕੇ ਦੇਖਿਆ ਕਰੋ, ਇਹ ਨਾ ਹੋਇਆ ਕਰੇ ਕਿ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਤੁਸੀਂ ਸਿੱਖ ਗੁਰੂਆਂ ਦੀ ਕਹਾਣੀ ਨੂੰ, ਸਟੋਰੀ ਨੂੰ ਅੱਡ ਸੁਣ ਰਹੇ ਹੋ, ਮੁਗਲਾਂ ਦੀ ਸਟੋਰੀ ਨੂੰ ਅੱਡ ਸੁਣ ਰਹੇ ਹੋ, ਅੰਗਰੇਜ਼ਾਂ ਦੀ, ਯੂਰੋਪੀਅਨਸ ਦੀ ਸਟੋਰੀ ਨੂੰ ਅੱਡ ਸੁਣ ਰਹੇ ਹੋ। ਐਵੇਂ ਥੋੜ੍ਹਾ ਸੁਣਨਾ ਚਾਹੀਦਾ ਹੈ। ਇਤਿਹਾਸ ਦਾ ਮਜ਼ਾ ਹੀ ਤਾਂ ਹੈ ਜੇ ਇਤਿਹਾਸ ਨੂੰ ਜੋੜ ਕੇ ਪੜ੍ਹਿਆ ਜਾਵੇ, ਇਹਨੂੰ ਇੱਕ ਸਾਇੰਸ ਦੇ ਤੌਰ 'ਤੇ ਪੜ੍ਹਿਆ ਜਾਵੇ, ਫਿਰ ਇਹਦੇ 'ਚ ਥੋੜ੍ਹੀ ਬਹੁਤੀ ਲਚਕ ਆਉਂਦੀ ਆ, ਅਦਰਵਾਈਜ਼ ਫਿਰ ਇਹ ਬੋਰਿੰਗ ਹੋ ਜਾਊਗਾ। ਨਹੀਂ ਤਾਂ ਖੈਰ ਆਪਾਂ ਆਪਣੇ ਮਸਲੇ 'ਤੇ ਵਾਪਸ ਆਉਂਦੇ ਹਾਂ, ਜਿਹੜਾ ਆਪਣਾ ਪੁਆਇੰਟ ਸੀਗਾ। 1600 ਤੋਂ ਬਾਅਦ ਇੰਗਲੈਂਡ ਨਾਮ ਦੀ ਤਾਕਤ ਪੁਰਤਗਾਲੀਆਂ ਨੂੰ ਤੰਗ ਕਰਨ ਲੱਗ ਪਈ। ਗੁਜਰਾਤ ਦਾ ਇੱਕ ਸ਼ਹਿਰ ਆ ਸੂਰਤ, ਉਹਦੇ ਨੇੜੇ ਇੱਕ ਛੋਟਾ ਜਿਹਾ ਪਿੰਡ ਆ ਸਵਾਲੀ। ਉਸ ਸਵਾਲੀ ਪਿੰਡ 'ਚ ਲੜਾਈ ਹੁੰਦੀ ਆ ਪੁਰਤਗਾਲੀਆਂ ਦੀ ਤੇ ਅੰਗਰੇਜ਼ਾਂ ਦੀ। 1612 1556 ਤੋਂ ਲੈ ਕੇ 1604 ਤੱਕ ਭਾਰਤ ਦਾ ਮੁਗਲ ਰਾਜਾ ਕੌਣ ਸੀ? ਅਕਬਰ। ਤੇ 1604 ਤੋਂ ਲੈ ਕੇ 1628 ਤੱਕ ਭਾਰਤ ਦਾ ਮੁਗਲ ਰਾਜਾ ਸੀ ਉਹਦਾ ਮੁੰਡਾ ਜਹਾਂਗੀਰ। 1604 ਤੋਂ ਲੈ ਕੇ 1628 ਤੱਕ ਭਾਰਤ ਦਾ ਮੁਗਲ ਰਾਜਾ ਕੌਣ ਸੀ? ਜਹਾਂਗੀਰ। ਭਾਰਤ 'ਚ ਮੁਗਲ ਰਾਜਾ ਜਹਾਂਗੀਰ ਹੋਵੇ, ਪੁਰਤਗਾਲੀ ਤੇ ਬ੍ਰਿਟਿਸ਼ ਉੱਥੇ ਗੁਜਰਾਤ ਦੇ ਵਿੱਚ ਸਵਾਲੀ ਪਿੰਡ 'ਚ ਲੜ ਰਹੇ ਹੋਣ, ਤਾਂ ਕੀ ਤੁਹਾਨੂੰ ਲੱਗਦਾ ਕਿ ਇਹ ਖਬਰ ਜਹਾਂਗੀਰ ਵਰਗੇ ਮੁਗਲ ਅੰਪਾਇਰ ਨੂੰ ਨਾ ਐਂਪਰਰ ਨੂੰ ਨਾ ਹੋਊਗੀ? ਤਾਂ ਉਹ ਵੀ ਚਾਹੁੰਦਾ ਸੀ ਕਿ ਚਲੋ ਠੀਕ ਆ, ਆਪਸ 'ਚ ਸਿਰ ਪਾੜ ਦੇਣ ਇੱਕ ਦੂਜੇ ਦਾ, ਕਿਉਂਕਿ ਉਹਨੂੰ ਵੀ ਇਹ ਸੀ ਕਿ ਇਹ ਸਾਡੇ ਵੀ ਆਉਣ ਤੋਂ ਪਹਿਲਾਂ ਆਏ ਹੋਏ ਇੱਥੇ, ਤੇ ਇਹ ਕਿਤੇ ਨਾ ਕਿਤੇ ਜੇ ਕੱਲ੍ਹ ਨੂੰ ਇੱਥੇ ਸੈੱਟ ਹੋ ਗਏ ਸਾਨੂੰ ਵੀ ਤੰਗ ਕਰਨਗੇ। ਇਸ ਕਰਕੇ ਇਹਨਾਂ ਨੂੰ ਆਪਸ 'ਚ ਹੀ ਲੜਨ ਦਿਓ, ਠੀਕ ਆ। ਜਿਹੜਾ ਜਿੱਤ ਗਿਆ ਉਹਨੂੰ ਅਸੀਂ ਖਤਮ ਕਰ ਦਾਂਗੇ, ਭਜਾ ਦੇਵਾਂਗੇ ਇਹਨਾਂ ਨੂੰ। ਸ਼ਾਇਦ ਉਸ ਟਾਈਮ ਦੇ ਮੁਗਲ ਰਾਜ ਦੀ ਇਹ ਸੋਚ ਗਲਤ ਸੀ। 1604 ਤੋਂ ਲੈ ਕੇ 28 ਤੱਕ ਮੁਗਲ ਰਾਜਾ ਕੌਣ ਸੀਗਾ? ਜਹਾਂਗੀਰ। 1628 ਤੋਂ ਲੈ ਕੇ 1656, 1628 ਤੋਂ ਲੈ ਕੇ 1656 ਤੱਕ ਮੁਗਲ ਰਾਜਾ ਸੀਗਾ ਸ਼ਾਹਜਹਾਨ। ਉਹ ਵੀ ਸ਼ਾਇਦ ਐਵੇਂ ਹੀ ਸੋਚਦਾ ਹੋਵੇ ਇਹਨਾਂ ਬਾਰੇ। 1656 ਤੋਂ ਲੈ ਕੇ 1717 ਤੱਕ, 1707 ਤੱਕ, 1656 ਜਾਂ 58 ਕਹਿ ਲਓ, 1658 ਤੋਂ ਲੈ ਕੇ 1707 ਤੱਕ, 1707 ਤੱਕ, ਜਦੋਂ ਤੱਕ ਗੁਰੂ ਗੋਬਿੰਦ ਸਿੰਘ ਦੀ ਧਰਤੀ 'ਤੇ ਰਹੇ ਆ, ਉਦੋਂ ਤੱਕ ਔਰੰਗਜ਼ੇਬ ਸੀ। ਇਟ ਮੀਨਸ ਜਦੋਂ ਔਰੰਗਜ਼ੇਬ ਸੀ ਉਦੋਂ ਮੁਗਲ ਵੀ ਸੀਗੇ, ਮੁਗਲ ਤਾਂ ਸੀਗੇ, ਸਿੱਖ ਵੀ ਸੀਗੇ, ਉਦੋਂ ਅੰਗਰੇਜ਼ ਵੀ ਸੀਗੇ, ਬ੍ਰਿਟਿਸ਼ ਵੀ ਸੀਗੇ, ਯੂਰੋਪੀਅਨਸ ਕਈ ਹੋਰ ਵੀ ਸੀਗੇ। ਇਹ ਸਮਝ ਆ ਰਹੀ ਨਾ ਸਾਰੀ ਸਟੋਰੀ? ਤਾਂ ਮੈਂ ਦੱਸਣਾ ਚਾਹੁੰਦਾ, ਸਵਾਲੀ ਦੀ ਲੜਾਈ ਹੋਈ ਆ। ਇਹਨੂੰ ਕਿਹੜਾ ਕਈ ਲੋਕ ਸਵਾਲੀ ਦੀ ਲੜਾਈ ਵੀ ਕਹਿ ਦਿੰਦੇ ਆ, ਕਈ ਸੂਰਤ ਦੀ ਲੜਾਈ ਵੀ ਕਹਿ ਦਿੰਦੇ ਆ। ਜਿਹੜੇ ਸਮੇਂ ਇਹ ਲੜਾਈ ਹੋਈ ਆ, ਤੁਸੀਂ ਸੋਚ ਕੇ ਦੇਖੋ, ਪੁਰਤਗਾਲੀਆਂ ਨੂੰ ਆਇਆਂ ਨੂੰ 112 ਸਾਲ ਹੋ ਗਏ ਆ, ਤੇ ਬ੍ਰਿਟਿਸ਼ ਵਾਲਿਆਂ ਨੂੰ ਆਇਆਂ ਨੂੰ ਕਿੰਨੇ ਸਾਲ ਹੋ ਗਏ ਆ? 12 ਸਾਲ। 112 ਸਾਲ ਪੁਰਾਣੀ ਤਾਕਤ ਨੂੰ 12 ਸਾਲ ਪੁਰਾਣੇ ਵਾਲੇ ਬ੍ਰਿਟਿਸ਼ ਹਰਾ ਦਿੰਦੇ ਆ। ਤੇ ਖੁਸ਼ੀ ਸਭ ਤੋਂ ਵੱਧ ਜਹਾਂਗੀਰ ਨੂੰ ਹੁੰਦੀ ਆ ਕਿ ਇਹ ਨਹੀਂ ਸੀ ਸਾਡੇ ਕੋਲ ਹਰਾਉਣੇ, ਤਾਂ 12 ਸਾਲ ਪੁਰਾਣੇ ਤਾਂ ਪੱਟ ਦਾਂਗੇ ਆਪਾਂ। ਤਾਂ ਅਸਲ ਦੇ ਵਿੱਚ 12 ਸਾਲ ਪੁਰਾਣੇ ਆਏ ਬ੍ਰਿਟਿਸ਼, ਹਜੇ ਪੁਰਤਗਾਲੀਆਂ ਨੇ ਤਾਂ 112 ਸਾਲਾਂ 'ਚ ਆ ਕੇ ਫੈਕਟਰੀਆਂ ਵੀ ਲਾ ਲਈਆਂ ਸੀ ਤਗੜੀਆਂ। ਇੰਗਲੈਂਡ ਤਾਂ ਹਜੇ ਵਿਚਾਰਾ ਉੱਥੇ ਨਵੇਂ ਟੈਂਟ ਹੀ ਕੱਢ ਰਿਹਾ ਸੀਗਾ, ਤੇ ਉਹਨਾਂ 'ਤੇ ਹਮਲਾ ਹੋ ਗਿਆ। ਤਾਂ ਉਹਨਾਂ ਨੇ ਫਿਰ ਜ਼ਬਰਦਸਤ ਤਰੀਕੇ ਨਾਲ ਇਹ ਸਵਾਲੀ ਦੀ ਲੜਾਈ ਲੜੀ ਆ ਜੀ, ਠੀਕ ਆ। ਤਾਂ ਇੱਥੋਂ ਆ ਕੇ ਈਸਟ ਇੰਡੀਆ ਕੰਪਨੀ, ਜਿਹੜੀ ਇੰਗਲੈਂਡ ਦੀ ਭਾਰਤ 'ਚ ਕੰਪਨੀ ਆਈ ਆ, ਵੈਸੇ ਤਾਂ ਛੋਟੀਆਂ ਕਈ ਕੰਪਨੀਆਂ ਆਈਆਂ ਹੈ, ਪਰ ਜਦੋਂ ਇਕੱਠੀਆਂ ਕਰਦੀ ਹੈ ਨਾ ਤਾਂ ਉਹਨਾਂ ਦਾ ਨਾਮ ਬਣ ਜਾਂਦਾ ਈਸਟ ਇੰਡੀਆ ਕੰਪਨੀ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਤਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਇੱਥੋਂ ਭਾਰਤ 'ਚ ਸ਼ੁਰੂਆਤ ਹੁੰਦੀ ਹੈ, ਠੀਕ ਆ। ਤਾਂ ਇਸ ਤਰੀਕੇ ਨਾਲ ਇਸ ਲੜਾਈ 'ਚ ਇੰਗਲੈਂਡ ਵੱਲੋਂ ਕਿਹੜਾ ਅਫਸਰ ਲੜਿਆ, ਕਿਹੜਾ ਸਮੁੰਦਰੀ ਜਹਾਜ਼ ਇੰਗਲੈਂਡ ਦਾ ਸੀ ਜਿੰਨੇ ਪੁਰਤਗਾਲੀ ਹਰਾਈ ਦਿੱਤੇ, ਇਹ ਤਾਂ ਉਦੋਂ ਸਮਝ ਆਊਗਾ ਜਦੋਂ ਮੈਂ ਇੰਗਲੈਂਡ ਵਾਲਿਆਂ ਦੀ ਕਹਾਣੀ ਪੜ੍ਹਾਊਂਗਾ। ਫਿਲਹਾਲ ਮੈਂ ਇੰਗਲੈਂਡ ਥੋੜ੍ਹਾ ਪੜ੍ਹਾ ਰਿਹਾ, ਬ੍ਰਿਟਿਸ਼ ਥੋੜ੍ਹਾ ਪੜ੍ਹਾ ਰਿਹਾ, ਮੈਂ ਤਾਂ ਪੁਰਤਗਾਲੀ ਪੜ੍ਹਾ ਰਿਹਾ। ਖੈਰ, ਇਹ ਸਟੋਰੀ ਸਮਝ ਆ ਗਈ? ਤਾਂ ਸਮਝੋ ਆ ਗੱਲ। ਤੇ ਇਸ ਤੋਂ ਬਾਅਦ ਅੱਗੇ ਆ ਗਿਆ, ਕਹਿੰਦੇ ਇਹ ਤਾਂ ਤੁਸੀਂ ਮੰਨਦੇ ਹੋ ਕਿ 1529 'ਚ ਜਿਹੜਾ ਨੀਨੋ ਕੂਨਾ ਸੀ, 1529 'ਚ ਉਹ ਪੁਰਤਗਾਲੀਆਂ ਦੀ ਤਾਕਤ ਨੂੰ ਬਹੁਤ ਦੂਰ ਤੱਕ ਲੈ ਗਿਆ ਸੀ, ਇੱਥੋਂ ਤੱਕ ਕਿ ਬੰਗਾਲ 'ਚ ਵੀ ਲੈ ਗਿਆ ਸੀ। ਹੁਣ 1612 ਤੋਂ ਬਾਅਦ ਪੁਰਤਗਾਲੀ ਬੰਗਾਲ 'ਚ 100 ਸਾਲ ਬਾਅਦ ਪੁਰਤਗਾਲੀ ਉੱਧਰ ਤੱਕ ਵੀ ਕਾਬਜ ਹੋ ਗਏ। ਪੁਰਤਗਾਲੀ ਆਏ ਕਿਵੇਂ ਸੀ? ਯਾਦ ਆ? ਸਭ ਤੋਂ ਪਹਿਲਾਂ ਕਿੱਥੇ ਆਏ ਆ? ਕੈਲੀਕਟ। ਤੇ ਫਿਲਹਾਲ ਫਿਰ ਉਹਨਾਂ ਨੇ ਆਪਣੀ ਪਹਿਲਾ ਹੈੱਡਕੁਆਟਰ ਕਿਹੜਾ ਬਣਾਇਆ ਸੀ? ਕੋਚੀਨ। ਤੇ ਕੋਚੀਨ ਤੋਂ ਬਾਅਦ ਉਹ ਆਪਣਾ ਹੈੱਡਕੁਆਟਰ ਕਿੱਥੇ ਸ਼ਿਫਟ ਕਰਦੇ ਆ? ਗੋਆ। ਉਹ ਸਵਾਲਾਂ ਦੇ ਆਨਸਰ ਯਾਦ ਆ ਨਾ? ਪਹਿਲਾ ਕੌਣ ਆ? ਫਰੈਂਕੀਅਸ ਐਲਮਾਡਾ। ਸਭ ਤੋਂ ਮਸ਼ਹੂਰ ਕੌਣ ਆ? ਐਲਬਰੂਕੀ। ਕਿੰਨੇ ਗੋਆ ਜਿੱਤਿਆ ਸੀ? ਐਲਬਰੂਕੀ ਨੇ। ਕਿੰਨੇ ਦਮਨ ਦੀਊ ਜਿੱਤਿਆ ਸੀਗਾ? ਨੀਨੋ ਕੂਨਾ ਨੇ। ਯਾਦ ਆ? ਮਲੱਕਾ ਵੀ ਕੌਣ ਜਿੱਤ ਕੇ ਆਇਆ? ਨੀਨੋ ਕੂਨਾ। ਬੰਗਾਲ ਤੱਕ ਕੌਣ ਗਿਆ? ਨੀਨੋ ਕੂਨਾ। 100 ਸਾਲ ਬਾਅਦ ਪੁਰਤਗਾਲੀ ਇੰਨੇ ਤਾਕਤਵਰ ਹੋ ਜਾਂਦੇ ਆ, ਪਰ ਇੱਕ ਪਾਸੇ ਉਹ ਤਾਕਤਵਰ ਹੋ ਰਹੇ ਸੀ, ਇੱਕ ਪਾਸੇ ਉਹਨਾਂ ਨੂੰ ਰੰਦਾ ਲਾਉਣ, ਉਹਨਾਂ ਨੂੰ
ਛਾਂਟਣ, ਉਹਨਾਂ ਨੂੰ ਕੱਟਣ ਵਾਸਤੇ ਇੱਕ ਹੋਰ ਤਾਕਤ ਆ ਚੁੱਕੀ ਸੀ, ਕਿਹੜੀ ਭਲਾ? ਬ੍ਰਿਟਿਸ਼। ਤਾਂ 1600 ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਇਹਨਾਂ ਨੇ 1632 ਚ ਇਹਨਾਂ ਨੇ ਹੁਗਲੀ ਕੈਪਚਰ ਕਰ ਲਿਆ। 1632 ਤੁਸੀਂ ਫੱਟ ਦਿਮਾਗ 'ਚ ਰੱਖਿਆ ਕਰੋ ਕਿ 1526 ਤੋਂ 30 ਭਾਰਤ 'ਚ ਮੁਗਲ ਰਾਜਾ ਬਾਬਰ, 1530 ਤੋਂ 40 ਤੇ ਫਿਰ 55 ਤੋਂ 56 ਤੱਕ ਵਿੱਚ ਇੱਕ ਰਾਜਾ ਹਮਾਯੂ, 56 ਤੋਂ 1604 ਤੱਕ ਅਕਬਰ, 1604 ਤੋਂ ਲੈ ਕੇ 1628 ਤੱਕ ਜਹਾਂਗੀਰ, 1628 ਤੋਂ 1656 ਤੱਕ ਸ਼ਾਹਜਹਾਨ। 1656 ਤੱਕ ਕੌਣ? ਸ਼ਾਹਜਹਾਨ। 1656 ਤੱਕ ਫੱਟ ਯਾਦ ਕਰੋ ਕਿ ਇਹਨਾਂ ਨੇ 1632 ਚ ਸ਼ਾਹਜਹਾਨ ਦੇ ਮੁਗਲਾਂ ਤੋਂ ਕੀ ਖੋਲਿਆ? ਹੁਗਲੀ। ਅਗਲੇ 1634 ਚ ਹੁਗਲੀ ਵਾਪਸ ਲੈ ਗਏ। ਠੀਕ ਆ, 1634 ਚ ਹੁਗਲੀ ਵਾਪਸ ਲੈ ਗਏ ਸੀ ਮੁਗਲ। ਮਤਲਬ ਸ਼ਾਹਜਹਾਨ ਨੇ ਹੁਗਲੀ ਇਹਨਾਂ ਨੂੰ ਬਾਹਲਾ ਚਿਰ ਰਹਿਣ ਨਹੀਂ ਦਿੱਤਾ, ਪਰ ਫਿਰ ਵੀ ਹੁਗਲੀ ਨੂੰ ਲੈ ਕੇ ਟਸਲ ਚੱਲਦੀ ਰਹੀ। ਹੁਗਲੀ ਬਾਅਦ ਚ ਪੁਰਤਗਾਲੀਆਂ ਦੇ ਕਬਜ਼ੇ 'ਚ ਹੀ ਆ ਗਿਆ। ਠੀਕ ਆ, ਮੀਨਸ ਉੱਥੇ ਇੰਨਾ ਲੁੱਟਾਂ ਖੋਹਾਂ ਦਾ, ਜਿਹੜਾ ਭਾਰਤ 'ਚ ਲੁੱਟ ਖੋਹ ਕਰਦੇ ਸੀ, ਚਲੋ ਹੁਗਲੀ ਦੀ ਬੰਦਰਗਾਹ ਤੋਂ ਚਲੋ ਸਮਾਨ ਲਾ ਅੱਗੇ ਪਹੁੰਚਾ ਦਿੰਦੇ ਸੀਗੇ, ਤਾਂ ਪੁਰਤਗਾਲੀਆਂ ਨੇ ਹੁਗਲੀ ਦੀ ਵੀ ਮੱਤ ਮਾਰੀ ਰੱਖੀ। ਠੀਕ ਆ, ਇਹ ਸਮਝ ਆ ਰਹੀ ਸਟੋਰੀ? ਜਿਹੜੇ ਪੁਰਤਗਾਲੀ ਸੀ ਭਾਰਤ 'ਚ ਆਪਣਾ ਅੰਪਾਇਰ ਸਭ ਤੋਂ ਪਹਿਲਾਂ ਕਿੱਥੋਂ ਸ਼ੁਰੂ ਕਰਦੇ ਆ? ਸ਼ੁਰੂ ਤਾਂ ਮੈਂ ਮੰਨ ਗਿਆ ਕਿ ਕੋਚੀ ਤੋਂ ਕਰਦੇ ਆ, ਪਰ ਸਭ ਤੋਂ ਮਸ਼ਹੂਰ ਹੈੱਡਕੁਆਟਰ ਕਿਹੜਾ ਰਿਹਾ ਉਹਨਾਂ ਦਾ? ਗੋਆ। ਗੋਆ 'ਚ ਉਹਨਾਂ ਦਾ ਪ੍ਰਭਾਵ ਪਤਾ ਕਿੰਨਾ ਹੈ? ਅੱਜ ਵੀ ਗੋਆ 'ਚ ਭਾਰਤ ਦਾ ਸਿਵਲ ਕੋਡ ਨਹੀਂ ਚੱਲਦਾ। ਅੱਜ ਵੀ ਗੋਆ ਦੇ ਜਿਹੜੇ ਕਸਟਮਸ ਨੇ ਨਾ, ਰੀਤੀ ਰਿਵਾਜ ਨੇ, ਉਹ ਪੁਰਤਗਾਲੀ ਕੋਡ ਦੇ ਮੁਤਾਬਕ ਚੱਲਦੇ ਆ। ਗੋਆ ਦੇ ਮੁਤਾਬਕ, ਉਹਨਾਂ ਦੇ ਮੁਤਾਬਕ, ਪੁਰਤਗਾਲੀਆਂ ਦੇ। ਇਹ ਉੱਥੋਂ ਦਾ ਅਸਰ ਆ। ਭਾਰਤ 'ਚ ਸਤੀ ਸਭ ਤੋਂ ਪਹਿਲਾਂ ਕਿੱਥੇ ਬੈਨ ਹੋਈ ਹੈ? ਗੋਆ 'ਚ। ਪੁਰਤਗਾਲੀਆਂ ਨੇ ਬਚੇ ਹੋਏ ਭਾਰਤ 'ਚ, ਤੇ ਜਦੋਂ ਅੰਗਰੇਜ਼ ਭਾਰਤ 'ਚ ਪੂਰੇ ਸੈਟਲ ਹੋ ਜਾਣਗੇ 1829 'ਚ ਵਿਲੀਅਮ ਬੈਂਟਿਕ ਨਾਮ ਦਾ ਗਵਰਨਰ ਜਨਰਲ ਭਾਰਤ 'ਚ ਸਤੀ ਬੈਨ ਕਰੂਗਾ। ਪਰ ਇਹ ਸਤੀ ਭਾਰਤ 'ਚ ਪੁਰਤਗਾਲੀ 17ਵੀਂ ਸਦੀ 'ਚ ਹੀ ਕੀ ਕਹਿੰਦੇ ਹੁੰਦੇ, ਸਤੀ ਬੈਨ। ਸਤੀ ਨੂੰ 17ਵੀਂ ਸਦੀ 'ਚ ਹੀ ਬੈਨ ਕਰਤਾ ਸੀ। ਪੁਰਤਗਾਲੀਆਂ ਦੀਆਂ ਜਿਹੜੀਆਂ ਧਾਰਮਿਕ ਪੋਲਿਸੀ ਸੀ ਨਾ, ਇਹ ਭਾਰਤ 'ਚ ਆਈਆਂ ਬਿਕੋਜ਼ ਇੱਕ ਗੱਲ ਬੜੀ ਪੱਕੀ ਆ, ਇਹ ਪੁਰਤਗਾਲੀ ਧਰਮ, ਇਹ ਯੂਰੋਪੀਅਨਸ ਜਿਹੜੇ ਆ ਨਾ, ਇਹ ਧਰਮ ਦੇ ਬੜੇ ਪੱਕੇ ਰਹੇ ਆ ਸ਼ੁਰੂ 'ਚ। ਇਹ ਜਦੋਂ ਭਾਰਤ ਆਏ ਆ, ਫਿਰ ਇਹਨਾਂ ਨੇ ਭਾਰਤ 'ਚ ਆਉਂਦੇ ਸਾਰ ਜਿਹੜੇ ਮਿਸ਼ਨਰੀ ਕਾਲਜ ਖੋਲ੍ਹੇ ਆ। ਮਿਸ਼ਨਰੀ ਕਾਲਜ ਦੀ ਪੰਜਾਬੀ ਹੁੰਦੀ ਆ ਧਰਮ ਪ੍ਰਚਾਰ ਦੇ ਕਾਲਜ। ਜਿਵੇਂ ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਤੋਂ ਚੱਲਦੇ ਆ। ਠੀਕ ਆ ਨਾ? ਚਲੋ ਹੁਣ ਤਾਂ ਅੱਡ ਗੱਲ ਆ ਕਿ ਪੰਜਾਬ ਦੇ ਵਿੱਚ ਜਿਹੜਾ ਸਿੱਖ ਸਮੁਦਾਇ ਆ, ਇਹਦੇ ਜਿਹੜੇ ਮਿਸ਼ਨਰੀ ਕਾਲਜ ਆ, ਇਹਨਾਂ ਦੇ ਜਿਹੜੇ ਫਿਲੋਸਫਰਸ ਨੇ, ਤੇ ਜਿਹੜੇ ਟਕਸਾਲ ਆ ਪੰਜਾਬ ਦੇ ਵਿੱਚ, ਜਿਹੜੀ ਸਿੱਖ ਧਰਮ ਦੀਆਂ ਰਹਿਤ ਮਰਿਆਦਾਵਾਂ ਦੱਸਦੀ ਆ, ਇਹਨਾਂ 'ਚ ਆਪਸੀ ਕਈ ਜਗ੍ਹਾ 'ਤੇ ਵਾਦ ਵਿਵਾਦ ਹੋ ਗਿਆ। ਪਰ ਅਸਲ 'ਚ ਜੇ ਧਾਰਮਿਕ ਲੀਡਰ ਤੇ ਮਿਸ਼ਨਰੀ ਵਾਲੇ ਮਿਲ ਕੇ ਚੱਲਣ ਤਾਂ ਧਰਮ ਦੇ ਪ੍ਰਚਾਰ ਨੂੰ ਬਹੁਤ ਐਕਸਟ੍ਰੀਮ ਲੈਵਲ 'ਤੇ ਲੈ ਕੇ ਜਾ ਸਕਦੇ ਆ। ਤਾਂ ਅਸਲ 'ਚ ਕੀ ਸੀਗਾ, ਜਦੋਂ ਪੁਰਤਗਾਲੀ ਭਾਰਤ 'ਚ ਆਏ, ਉਹ ਆਪਣੇ ਨਾਲ ਮਿਸ਼ਨਰੀਜ਼ ਨੂੰ ਲੈ ਕੇ ਆਏ, ਤੇ ਜਿਵੇਂ ਜਿਵੇਂ ਇਹ ਆਪਣੇ ਪੋਲੀਟੀਕਲ ਮੈਪ ਨੂੰ ਵਧਾਉਂਦੇ ਜਾਂਦੇ ਸੀ, ਰਾਜਨੀਤਿਕ ਨਕਸ਼ੇ ਦਾ ਵਿਸਥਾਰ ਕਰਦੇ ਜਾਂਦੇ ਸੀ, ਮਗਰ ਧਾਰਮਿਕ ਲੋਕ ਧਰਮ ਦਾ ਪ੍ਰਚਾਰ ਕਰਦੇ ਜਾਂਦੇ ਸੀ। ਉਹ ਭਾਰਤੀਆਂ ਦੇ ਦਿਲ ਨੂੰ ਲੱਗਿਆ ਕਿ ਨਹੀਂ ਯਾਰ, ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਦਾ ਬਰਦਾਸ਼ਤ ਨਹੀਂ ਕਰਾਂਗੇ। ਇਸ ਕਰਕੇ ਭਾਰਤ ਦੇ ਲੋਕ ਇਹਨਾਂ 'ਚ ਥੋੜ੍ਹੇ ਜਿਹੇ ਖਫਾ ਵੀ ਸੀਗੇ, ਪਰ ਇਸ ਗੱਲ ਦਾ ਕੋਈ ਬਹੁਤਾ ਅਸਰ ਪਿਆ ਵੀ ਨਹੀਂ। ਹੁਣ ਤੱਕ 1660 ਆ ਚੁੱਕਿਆ ਸੀ। 1660 ਭਾਰਤ 'ਚ ਇੱਕ ਨਵੀਂ ਕੰਪਨੀ ਦੀ ਐਂਟਰੀ ਹੋ ਰਹੀ ਸੀ। ਭਾਰਤ 'ਚ ਆਉਣ ਵਾਲੀ ਅਖੀਰਲੀ ਤਾਕਤ ਫਰਾਂਸ ਆ, ਫਰੈਂਚ। ਉਹ 1664 'ਚ ਐਂਟਰ ਕਰਨਗੇ। 1665 ਜਾਂ 68 ਲਾ ਲਓ, 1668 ਦੇ ਅਰਾਊਂਡ। ਕਿਉਂਕਿ ਸਭ ਤੋਂ ਪਹਿਲਾਂ ਕੌਣ ਆਏ ਆ? ਪੁਰਤਗਾਲੀ। ਦੂਜੇ ਨੰਬਰ 'ਤੇ ਕੌਣ ਆਏ ਆ? ਬ੍ਰਿਟਿਸ਼। ਤੀਜੇ 'ਤੇ ਕੌਣ ਆਏ ਆ? ਡੱਚ। ਤੇ ਚੌਥੇ 'ਤੇ ਡੇਨਜ਼। 1502 'ਚ ਆਇਆ ਪੁਰਤਗਾਲੀ, 1602 'ਚ ਆਏ ਆ ਬ੍ਰਿਟਿਸ਼, 1605 'ਚ ਆਏ ਆ ਡੱਚ, 1620 'ਚ ਆਏ ਆ ਡੇਨਜ਼, ਤੇ 1668 'ਚ ਆਏ ਆ ਫਰੈਂਚ। ਠੀਕ ਆ, ਇਹ ਟਾਈਮ ਲਾਈਨ ਹੈ ਨਾ ਦੇ ਆਉਣ ਦੀ। ਜਿਹੜੀ ਕੰਪਨੀ ਬਣੀ ਆ 1500 ਦੇ ਵਿੱਚ ਪੁਰਤਗੀਜ਼ ਬਣਦੀ ਆ, ਤੇ 1502 'ਚ ਆਉਂਦੇ ਆ। 1600 ਦੇ ਵਿੱਚ ਬ੍ਰਿਟਿਸ਼ ਕੰਪਨੀ ਬਣਦੀ ਹੈ ਇੰਗਲੈਂਡ 'ਚ, ਤੇ 1602 'ਚ ਉਹਨਾਂ ਦੀ ਇੰਡੀਆ ਐਂਟਰੀ ਆ। 1602 'ਚ ਡੱਚ ਈਸਟ ਇੰਡੀਆ ਕੰਪਨੀ ਨੀਦਰਲੈਂਡ 'ਚ ਬਣਦੀ ਆ, ਤੇ 1605 'ਚ ਉਹਨਾਂ ਦੀ ਐਂਟਰੀ ਆ। 1616 'ਚ ਡੇਨਜ਼ ਈਸਟ ਇੰਡੀਆ ਕੰਪਨੀ ਬਣਦੀ ਆ, ਤੇ 1620 'ਚ ਉਹਨਾਂ ਦੀ ਇੰਡੀਆ 'ਚ ਐਂਟਰੀ ਆ। 1664 'ਚ ਫਰਾਂਸ ਦੀ ਫਰੈਂਚ ਈਸਟ ਇੰਡੀਆ ਕੰਪਨੀ ਬਣਦੀ ਆ, ਤੇ 1620 'ਚ ਉਹਨਾਂ ਦੀ ਭਾਰਤ 'ਚ ਐਂਟਰੀ ਆ। ਗੱਲ ਸਮਝ ਆ ਗਈ ਨਾ? ਬਣਨਾ ਤੇ ਐਂਟਰੀ, ਆਹ ਸਟੋਰੀ ਸਮਝ ਆ ਰਹੀ ਆ? ਨੈਕਸਟ ਅੱਗੇ ਆ ਜਾਓ। 1661 'ਚ ਕੀ ਹੁੰਦਾ ਹੈ? ਅਸਲ 'ਚ ਤੁਹਾਨੂੰ ਕੀ ਲੱਗਦਾ ਕਿ ਪੁਰਤਗਾਲੀਆਂ ਦੀ ਤੇ ਬ੍ਰਿਟਿਸ਼ ਵਾਲਿਆਂ ਦੀ ਲੜਾਈ ਇਕੱਲੇ ਭਾਰਤ 'ਚ? ਉਹ ਯੂਰਪ 'ਚ ਵੀ ਇੱਕ ਦੂਜੇ ਦਾ ਸਿਰ ਪਾੜਦੇ ਫਿਰਦੇ ਸੀ। ਉੱਥੇ ਵੀ ਇਹਨਾਂ 'ਚ ਥਾਪੜ ਤੋੜ ਲੜਾਈਆਂ, ਤੇ ਦੁਨੀਆ ਦੇ ਪਤਾ ਨਹੀਂ ਕਿਹੜੇ ਕਿਹੜੇ ਇਲਾਕਿਆਂ 'ਚ ਦੋਵੇਂ ਆਪਸ 'ਚ ਇੱਕ ਦੂਜੇ ਦੇ ਮਗਰ ਤੁਰੇ ਫਿਰਦੇ ਸੀ ਕਿ ਤੁਸੀਂ ਸਾਡੇ ਤੋਂ ਆਹ ਖੋਲੋ, ਅਫਰੀਕਾ ਖੋਲੋ, ਕੋਈ ਕਿਹਦੇ ਤੋਂ ਕੋਈ ਕਿਹਦੇ ਤੋਂ।
ਅਸਲ ਦੇ ਵਿੱਚ ਕੀ ਹੋਇਆ, ਅਕਸਰ ਜਦੋਂ ਰਾਜੇ ਲੜਦੇ ਆ ਨਾ ਉਦੋਂ ਪ੍ਰਜਾ ਦੇਖਦੀ ਹੋ ਰਹਿੰਦੀ ਹੈ ਕਿ ਉਹ ਚੱਲ ਕੀ ਰਿਹਾ ਹੈ। ਤਾਂ ਅਸਲ 'ਚ ਪੁਰਤਗਾਲ ਦੇ ਰਾਜੇ ਤੇ ਇੰਗਲੈਂਡ ਦੇ ਰਾਜੇ ਚਾਰਲਸ ਦੀ ਲੜਾਈ ਹੋਈ। ਪੁਰਤਗਾਲ ਦਾ ਰਾਜਾ ਹਾਰ ਗਿਆ, ਸਰੈਂਡਰ ਕਰ ਗਿਆ। ਆਪਣੀ ਕੁੜੀ ਉਹਨਾਂ ਨੇ ਇੰਗਲੈਂਡ ਵਾਲਿਆਂ ਨੂੰ ਵਿਆਹਤੀ। ਠੀਕ ਆ, ਆਮ ਬੰਦਾ ਕੁੜੀ ਵਿਆਹੂਗਾ ਤੇ ਵੱਧ ਤੋਂ ਵੱਧ ਸੋਚ ਕਿੱਥੋਂ ਸ਼ੁਰੂ ਹੋਊਗੀ, ਪਲਟੋ ਤੋਂ ਸ਼ੁਰੂ ਹੋ ਕੇ ਸਵਿਫਟ ਤੇ ਪਹੁੰਚ ਜਾਂਦੀ ਆ। ਜਿਹੜਾ ਤਗੜਾ ਏ ਉਹ ਸਕੋਰਪੀਓ ਦੇ ਦੂਗਾ, ਹੱਦ ਤਗੜਾ ਬੰਦਾ ਫੋਰਚੂਨਰ ਦੇ ਦੂਗਾ। ਕਦੀ ਕਿਸੇ ਨੇ ਸੁਣਿਆ ਕਿ ਕੁੜੀ ਵਾਲਿਆਂ ਨੇ ਕੁੜੀ ਵਿਆਹੀ ਤੇ ਦਾਜ ਦਿੱਤਾ ਬੰਬੇ। ਠੀਕ ਆ, ਇਹ ਵੀ ਸੱਚ ਹੈ ਇੱਕ। ਅਸਲ 'ਚ ਦਾਜ ਪ੍ਰਥਾ ਉੱਥੇ ਵੀ ਸੀਗੀ। ਕੁੜੀ ਵਿਆਹੀ ਪੁਰਤਗਾਲ ਦੇ ਰਾਜੇ ਨੇ ਤੇ ਇਹਨਾਂ ਨੇ ਯਾਦ ਆ ਬਸੀਨ ਦੀ ਸੰਧੀ 'ਚ ਬਹਾਦਰ ਸ਼ਾਹ ਜਾਫਰ ਤੋਂ ਕਿਹੜਾ ਸ਼ਹਿਰ ਖਰੀਦਿਆ ਸੀਗਾ, ਬਸੀਨ, ਜਿੱਥੇ ਇਹਨਾਂ ਨੇ ਬੰਬੇ ਸ਼ਹਿਰ ਵਸਾਤਾ ਸੀਗਾ ਪੁਰਤਗਾਲੀਆਂ ਨੇ। ਤੇ ਪੁਰਤਗਾਲ ਦੀ ਜਿਹੜੀ ਕੰਪਨੀ ਸੀ ਈਸਟ ਇੰਡੀਆ ਕੰਪਨੀ, ਪੁਰਤਗਾਲ ਦੀ ਸਰਕਾਰੀ ਕੰਪਨੀ ਸੀਗੀ ਪੁਰਤਗੀਜ਼ ਈਸਟ ਇੰਡੀਆ ਕੰਪਨੀ। ਤੇ ਪੁਰਤਗਾਲ ਦੀ ਜਿਹੜੀ ਸਰਕਾਰੀ ਕੰਪਨੀ ਸੀ ਈਸਟ ਇੰਡੀਆ ਕੰਪਨੀ, ਉਹ ਰਾਜੇ ਦੀ ਕੰਪਨੀ ਦਾ ਸੀ। ਰਾਜੇ ਨੇ ਆਪਣੀ ਕੰਪਨੀ ਦਾ ਜਿਹੜਾ ਬੰਬੇ ਸ਼ਹਿਰ ਸੀਗਾ ਉਹ ਐਜ਼ ਅ ਗਿਫਟ ਇੰਗਲੈਂਡ ਦੇ ਰਾਜੇ ਚਾਰਲਸ ਨੂੰ ਦੇਤਾ ਵਿਆਹ 'ਚ ਦਾਜ ਦੇ ਤੌਰ ਤੇ। ਪਰ ਜਿਹੜੀ ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਆ ਉਹ ਸਰਕਾਰੀ ਥੋੜ੍ਹਾ ਹੈ, ਉਹ ਪ੍ਰਾਈਵੇਟ ਆ, ਉਹ ਉੱਥੋਂ ਦੇ ਲੋਕਾਂ ਦੀ ਆ। ਲੋਕ ਮਤਲਬ 25-26 ਸ਼ੇਅਰ ਹੋਲਡਰਸ ਦੀ, ਤਗੜੇ ਤਗੜੇ। ਰਾਜੇ ਦੀ ਤਾਂ ਹੈ ਨਹੀਂ। ਰਾਜਾ ਕਹਿੰਦਾ ਮੇਰੀ ਕਿਹੜਾ ਕੋਈ ਕੰਪਨੀ ਆ, ਮੈਂ ਉਹ ਜਗ੍ਹਾ ਲੈ ਕੇ ਕੀ ਕਰਨੀ ਆ, ਮੇਰਾ ਤਾਂ ਇੰਡੀਆ 'ਚ ਕੋਈ ਕਾਰੋਬਾਰ ਹੀ ਹੈ ਨਹੀਂ। ਠੀਕ ਆ, ਜਿਹੜੀ ਜਿਨ੍ਹਾਂ ਦੀ ਈਸਟ ਇੰਡੀਆ ਕੰਪਨੀ ਸੀ ਬ੍ਰਿਟਿਸ਼, ਉਹ ਰਾਜੇ ਕੋਲ ਗਏ ਕਿ ਜਨਾਬ ਤੁਸੀਂ ਇੱਦਾਂ ਕਰੋ, ਕੰਮ ਬਹੁਤ ਵਧੀਆ ਹੈ, ਥੋੜ੍ਹਾ ਹਿੱਸਾ ਤੁਸੀਂ ਵੀ ਪਾ ਲਓ। ਕਹਿੰਦਾ ਜੀ ਮੈਂ ਕਿਵੇਂ ਹਿੱਸਾ ਪਾਵਾਂ? ਕਹਿੰਦਾ ਤੁਸੀਂ ਵੀ ਆਪਣਾ ਸ਼ੇਅਰ ਪਾ ਲਓ, ਤੁਹਾਡੇ ਕੋਲ ਬਣਿਆ ਤਣਿਆ ਤੁਹਾਨੂੰ ਦਾਜ 'ਚ ਆਇਆ, ਅਸੀਂ ਕਾਰੋਬਾਰ ਆਪਣੀ ਮਿਹਨਤ ਨਾਲ ਖੜਾ ਕੀਤਾ, ਤੁਹਾਨੂੰ ਦਾਜ 'ਚ ਮਿਲਿਆ ਬੰਬੇ, ਸ਼ੇਅਰ ਪਾ ਲਓ, ਤੁਹਾਡਾ ਵਿੱਚ ਇੰਨਾ ਸ਼ੇਅਰ ਰੱਖ ਲੈਂਦੇ ਆ। ਤਾਂ ਇੰਗਲੈਂਡ ਦੇ ਰਾਜੇ ਦਾ ਵੀ ਬਾਅਦ ਸ਼ੇਅਰ ਆਉਣਾ ਸ਼ੁਰੂ ਹੋ ਗਿਆ। ਇੰਗਲੈਂਡ ਦਾ ਜਿਹੜਾ ਸ਼ਾਹੀ ਦਰਬਾਰ ਸੀ ਨਾ, ਉਹਨਾਂ ਦਾ ਵੀ ਇੰਟਰਸਟ ਉਦੋਂ ਬਣਿਆ ਜਦੋਂ ਉਹਨਾਂ ਨੇ ਵੀ ਈਸਟ ਇੰਡੀਆ ਕੰਪਨੀ 'ਚ ਆਪਣਾ ਇੱਕ ਹਿੱਸਾ ਧਰ ਲਿਆ। ਤੇ ਹਿੱਸਾ ਪਿਆ ਕਿਵੇਂ ਉਹਨਾਂ ਦਾ? ਬਿਕੋਜ਼ ਜਿਹੜਾ ਬੰਬੇ ਸ਼ਹਿਰ ਸੀਗਾ ਉਹ ਬਾਅਦ 'ਚ ਜਿਹੜਾ ਰਾਜਾ ਸੀ ਚਾਰਲਸ ਇੰਗਲੈਂਡ ਦਾ, ਉਹਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਨਾਮ ਲਵਾਤਾ। ਇਹਦਾ ਮਤਲਬ ਇਹ ਬਿਨਾਂ ਕਿਸੇ ਲੜਾਈ ਤੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਭਾਰਤ 'ਚ ਇੱਕ ਸ਼ਹਿਰ ਬਿਨਾਂ ਕਿਸੇ ਸੰਘਰਸ਼ ਤੋਂ ਮਿਲ ਗਿਆ। 1661 ਵਿੱਚ ਮਿਲ ਗਿਆ। ਉਹ ਸ਼ਹਿਰ ਕਿਹੜਾ ਸੀਗਾ? ਬੰਬੇ। ਆ ਗੱਲ ਸਮਝ ਆਈ? 1661 ਦੇ ਵਿੱਚ ਪੁਰਤਗਾਲੀਆਂ ਦੀ ਸਰਕਾਰ ਨੇ ਬੰਬੇ ਡੌਰੀ 'ਚ ਪ੍ਰਿੰਸ ਚਾਰਲਸ ਨੂੰ ਦੇਤਾ। ਉਸ ਤੋਂ ਬਾਅਦ ਘੁੰਮਦੇ ਘਮਾਉਂਦੇ ਇਹ ਸ਼ਹਿਰ ਜਿਹੜਾ ਸੀਗਾ ਉਹ ਕਿਹਨਾਂ ਨੂੰ ਮਿਲ ਗਿਆ? ਬ੍ਰਿਟਿਸ਼, ਉਹਨਾਂ ਨੂੰ ਮਿਲ ਗਿਆ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਮਿਲ ਗਿਆ। ਆਹ ਦੱਸੋ ਜੀ, ਗੱਲ ਕਲੀਅਰ ਆ? ਠੀਕ ਆ। ਉਹ ਇਲਾਕਾ ਪਤਾ ਕਿਹੜਾ ਸੀਗਾ? ਉਹ ਇਲਾਕਾ ਸੀਗਾ ਬੰਬੇ ਦੇ ਨੇੜੇ ਦਾ। ਠੀਕ ਆ। ਇਸ ਇਲਾਕੇ 'ਚ ਇਹ ਗੱਲ ਕਿਹੜੇ ਸਾਲ ਦੀ ਹੈ ਭਲਾ? 1661 ਦੀ। ਇਹ 1660 ਦਾ ਇਲਾਕਾ ਸਮਾਂ ਜਿਹੜਾ ਹੈ ਨਾ, ਤੁਸੀਂ ਕਹੋਗੇ ਇੰਨਾ ਕਨਫਿਊਜ਼ ਕਿਉਂ ਹੋ ਰਹੇ ਹਾਂ ਅਸੀਂ? ਕੁਛ ਨਹੀਂ, ਮੀਡੀਵਲ ਹਿਸਟਰੀ ਵੀ ਨਾਲ ਨਾਲ ਹੀ ਚੱਲ ਰਹੀ ਹੈ। 1656 ਤੋਂ ਲੈ ਕੇ 1707 ਤੱਕ ਭਾਰਤ ਦਾ ਮੁਗਲ ਰਾਜਾ ਕੌਣ ਸੀਗਾ? ਔਰੰਗਜ਼ੇਬ। ਚਲੋ ਆ ਜਾਓ। ਔਰੰਗਜ਼ੇਬ ਦਾ ਸਮਕਾਲੀ ਬੰਬੇ ਦੇ ਨੇੜੇ ਕੋਈ ਹੋਰ ਵੰਸ਼ ਹੈਗਾ ਹੈ? 1650 ਤੋਂ ਲੈ ਕੇ 1700 ਦੇ ਵਿੱਚ ਇੱਕ ਵੰਸ਼ ਸੀਗਾ। ਉਹ ਵੰਸ਼ ਅੱਜ ਵੀ ਆਪਣੇ ਆਪ 'ਤੇ ਮਾਣ ਮਹਿਸੂਸ ਕਰਦਾ ਹੈ। ਉਹ ਮਹਾਰਾਸ਼ਟਰ ਦੇ ਇਲਾਕੇ 'ਚ 1640 ਤੋਂ ਹੀ ਉੱਭਰਿਆ ਸੀਗਾ। 1640 ਤੋਂ ਲੈ ਕੇ ਇੱਕ ਵੰਸ਼ ਮਹਾਰਾਸ਼ਟਰ ਦੇ ਇਲਾਕੇ 'ਚ ਉੱਭਰਦਾ ਹੈ। ਅਸਲ 'ਚ ਤੇ ਉਹ ਉਦੋਂ ਉੱਭਰਦਾ ਜਦੋਂ ਔਰੰਗਜ਼ੇਬ ਆਉਂਦਾ ਹੈ। ਉਸ ਤੋਂ ਪਹਿਲਾਂ ਤੋਂ ਸ਼ੁਰੂ ਹੋ ਚੁੱਕਿਆ ਸੀ ਮਰਾਠਾ ਵੰਸ਼। ਕਿਹੜਾ ਸੀਗਾ? ਮਰਾਠਾ। ਪੜਾਉਣਾ ਪਊਗਾ ਮੈਨੂੰ ਤੁਹਾਨੂੰ। ਮਰਾਠਿਆਂ ਦਾ ਉਦੈ ਵੀ 1650 ਦੇ ਨੇੜੇ ਹੀ ਹੁੰਦਾ ਹੈ। ਥੋੜ੍ਹੀ ਜਿਹੀ ਪਹਿਲਾਂ ਕਹਿ ਲਓ, ਥੋੜ੍ਹੀ ਜਿਹੀ ਬਾਅਦ 'ਚ ਕਹਿ ਲਓ, ਕੋਈ ਬਹੁਤਾ ਫਰਕ ਨਹੀਂ। ਤੇ ਮਰਾਠਿਆਂ ਦਾ ਪਹਿਲਾ ਰਾਜਾ ਸੀ ਸ਼ਾਹਜੀ ਭੋਂਸਲੇ ਤੇ ਦੂਜਾ ਕੌਣ ਸੀ? ਸ਼ਿਵਾਜੀ ਭੋਂਸਲੇ। ਸ਼ਿਵਾਜੀ ਦਾ ਨਾਮ ਸੁਣਿਆ ਨਾ? ਤਾਂ ਸ਼ਿਵਾਜੀ ਔਰੰਗਜ਼ੇਬ ਦਾ ਸਮਕਾਲੀ ਆ। ਸੋਚ ਕੇ ਦੇਖੋ, 1660 ਜਾਂ 70 ਦਾ ਟਾਈਮ ਲਾਓ। ਦਿੱਲੀ ਦਾ ਮੁਗਲ ਰਾਜਾ ਔਰੰਗਜ਼ੇਬ, ਮਰਾਠਿਆਂ ਦਾ ਮਹਾਰਾਸ਼ਟਰ ਦਾ ਸਾਰਾ ਇਲਾਕਾ ਮਰਾਠਿਆਂ ਕੋਲ, ਸ਼ਿਵਾਜੀ ਭੋਂਸਲੇ ਕੋਲ। ਵਿੱਚ ਇੱਕ ਛੋਟਾ ਜਿਹਾ ਟਾਪੂ ਆਈਲੈਂਡ ਜਿਹੜਾ ਹੈ ਉਹ ਕਿਹਨਾਂ ਕੋਲ ਆ? ਪੁਰਤਗਾਲੀਆਂ ਕੋਲ। ਤੇ ਪੁਰਤਗਾਲੀਆਂ ਤੋਂ ਕਿਹਨਾਂ ਨੇ ਦਾਜ 'ਤੇ ਲੈ ਲਿਆ? ਬ੍ਰਿਟੇਨ ਵਾਲਿਆਂ ਨੇ। ਬ੍ਰਿਟੇਨ ਵਾਲਿਆਂ ਦਾ ਜਿਹੜਾ ਬਸੀਨ ਆਈਲੈਂਡ ਆ, ਜਿੱਥੇ ਅੱਜ ਬੰਬੇ ਸ਼ਹਿਰ ਵਸਿਆ ਹੈ, ਉਹਦੇ ਆਲੇ ਦੁਆਲੇ ਮਰਾਠਿਆਂ ਦਾ ਘੇਰਾ, ਕਿਉਂਕਿ ਮਰਾਠਿਆਂ ਦਾ ਗੜ੍ਹ ਸੀ ਪੂਨੇ। ਪੂਨੇ ਤੋਂ ਕਿੰਨੀ ਕੁ ਦੂਰ ਆ ਕਿਤੇ ਮਹਾਰਾਸ਼ਟਰ, ਬੰਬੇ। ਇਹਦਾ ਮਤਲਬ ਸਮਝ ਗਏ ਨਾ? ਇਹਦਾ ਮਤਲਬ ਨੇੜੇ ਤੇੜੇ ਕਿਹੜੀ ਤਾਕਤ ਆ? ਮਰਾਠਾ ਤਾਕਤ। ਤੇ ਦਿੱਲੀ ਦਾ ਰਾਜਾ ਕੌਣ ਆ? ਔਰੰਗਜ਼ੇਬ। ਤੇ ਤੁਹਾਨੂੰ ਪਤਾ ਔਰੰਗਜ਼ੇਬ ਨੇ ਆਪਣੀ ਜ਼ਿੰਦਗੀ ਦਾ ਅੱਧਾ ਸਫ਼ਰ ਜਿਹੜਾ ਹੈ ਉਹ ਸਾਊਥ ਇੰਡੀਆ 'ਚ ਹੀ ਕੱਢਿਆ ਹੈ। ਚਲੋ ਹੋਰ ਛੱਡੋ। ਜਦੋਂ ਗੁਰੂ ਗੋਬਿੰਦ ਸਿੰਘ ਨੇ 1707 ਦੇ ਵਿੱਚ ਔਰੰਗਜ਼ੇਬ ਨੂੰ ਜ਼ਾਫਰਨਾਮਾ ਲਿਖਿਆ ਕਿ ਬਈ ਵਜ਼ੀਰ ਖਾਨ ਜਿਹੜਾ ਸਰਹੰਦ ਦਾ ਨਵਾਬ ਆ ਉਹ ਧੱਕੇਸ਼ਾਹੀ ਕਰ ਰਿਹਾ ਹੈ, ਕੀ ਉਹ ਜ਼ਾਫਰਨਾਮਾ ਔਰੰਗਜ਼ੇਬ ਤੱਕ ਪਹੁੰਚਿਆ ਸੀ? ਕਿਉਂ ਨਹੀਂ ਪਹੁੰਚਿਆ ਹੋਊਗਾ? ਕਿਉਂਕਿ ਔਰੰਗਜ਼ੇਬ ਉਦੋਂ ਦਿੱਲੀ ਨਹੀਂ ਸੀਗਾ। ਔਰੰਗਜ਼ੇਬ ਉਦੋਂ ਸਾਊਥ ਇੰਡੀਆ 'ਚ ਗਿਆ ਸੀਗਾ। ਕਿਉਂਕਿ ਔਰੰਗਜ਼ੇਬ ਦੀ ਨੱਕ 'ਚ ਕਿਸ ਸ਼ਖਸ ਨੇ ਦਮ ਕਰ ਰੱਖਿਆ ਸੀਗਾ? ਮਰਾਠਿਆਂ ਨੇ। ਤਾਂ ਮਰਾਠਿਆਂ ਨੇ ਉਹਦੇ ਪੈਰ ਨਹੀਂ ਲੱਗਣ ਦਿੱਤੇ ਬਈ, ਸਿੱਧੀ ਜੀ ਗੱਲ ਆ। ਮਰਾਠੇ ਬਹੁਤ ਤਾਕਤਵਰ ਸੀ, ਗਿਣਤੀ 'ਚ ਬਹੁਤ ਜ਼ਿਆਦਾ ਸੀਗੇ।
ये गल पल्ले पै गई। तो ਇਹਦਾ मतलब एक गल तुसी समझो कि औरंगजेब भी उसे बॉम्बे के नेड़े तेड़े होवे, उत्थे ही मराठे होण, उत्थे ही इस टाइम ब्रिटिश ਜਿਹੜੇ ਆ ਉਹ ਤਾਕਤਵਰ ਹੋ ਰਹੇ ਹੋਣ, ਤਾਂ ਤੁਸੀਂ ਸਮਝ ਗਏ ਨਾ ਇਹ ਸਾਰੇ ਇੱਕ ਦੂਜੇ ਨੂੰ ਜਾਣਦੇ ਹੀ ਹੋਣਗੇ। ਤੁਹਾਨੂੰ ਨਹੀਂ ਲੱਗਦਾ ਕਿ ਇਹ ਸਾਰੇ ਇੱਕ ਦੂਜੇ ਨੂੰ ਜਾਣਦੇ ਹੋਣਗੇ? ਕਈ ਵਾਰੀ ਜਦੋਂ ਕਲੇਮ ਆਉਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਕੋਈ ਓਰੀਜਨਲ ਫੋਟੋਗ੍ਰਾਫ ਹੈਗੀ ਆ ਜਿਹੜੀ ਕਲਿੱਕ ਕੀਤੀ ਗਈ ਆ ਅੰਗਰੇਜ਼ਾਂ ਦੇ ਕੈਮਰਿਆਂ ਨਾਲ, ਗੱਲ ਸੱਚ ਹੋਵੇ ਚਾਹੇ ਝੂਠ ਹੋਵੇ, ਮੈਨੂੰ ਨਹੀਂ ਪਤਾ ਇਹ ਗੱਲ ਸੱਚ ਆ ਕਿ ਝੂਠ ਆ, ਪਰ ਇੱਕ ਗੱਲ ਤਾਂ ਪੱਕੀ ਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ 1707 ਦੇ ਵਿੱਚ ਉੱਥੇ ਹੋਣਗੇ, ਨੰਦੇੜ ਸਾਹਿਬ ਵੱਲ ਹੋਣਗੇ, ਸਾਊਥ ਇੰਡੀਆ 'ਚ ਹੋਣਗੇ, ਇਹ ਤਾਂ ਮੰਨਦੇ ਹੋ ਨਾ ਕਿ ਉਸ ਟਾਈਮ ਉਸ ਇਲਾਕੇ 'ਚ ਅੰਗਰੇਜ਼ ਤਾਂ ਸੀਗੇ, ਬ੍ਰਿਟਿਸ਼ ਵੀ ਸੀਗੇ, ਫਰੈਂਚ ਵੀ ਸੀਗੇ, ਫਰੈਂਚ ਨਹੀਂ ਸੀ, ਹਾਂ ਫਰੈਂਚ ਵੀ ਆ ਗਏ ਸੀ 1701 'ਚ, ਬ੍ਰਿਟਿਸ਼ ਵੀ ਸੀਗੇ, ਫਰੈਂਚ ਵੀ ਸੀਗੇ, ਡੱਚ ਵੀ ਸੀਗੇ, ਪੁਰਤਗੀਜ਼ ਵੀ ਸੀ। इट मीनस सानू समकाली होकर सोचना पऊगा, सानू उस समय च जाके सोचना पऊगा कि इतिहास उस समय का किवें दा होऊगा यार, ठीक है, तां ही तां सानू किसी हिस्टरी प्रति साडी समझ बनूगी। तां ये सारा स्टोरी समझ आ गई। तां बई बेसीन दे नेड़े एक आईलैंड होर आ सैलिस्टेस, ये जिहड़ा सैलिस्टेस आईलैंड है ना, ये वो इलाका है जिथे अज ठाणे शहर आ। तो जे तुसी कोई कहे कि जी पटियाला ते बहादरगढ़ ते विच अर्बन स्टेट जिवें आपां कह दिंदे आ, अंबाला ते अंबाला कैंट, जलंधर ते जलंधर कैंट, किन्नी दूर दूर के शहर आ, पर लगता पता कि अज दूर दूर के शहर आ नहीं, आपो अपने शहरों के दो दो शहर मर्ज होंदे, असी नेड़े नेड़े वाले दो दो शहर आपस जुड़ते असी देखे आ। एवें ही इन्हां ने बॉम्बे दे हौली हौली जाके 1739 तक बहुत विस्तार कर लिया ब्रिटेन वालियां ने, क्योंकि 1660 तो बाद तो बॉम्बे इन्हां दे कब्जे च आ गया। ठीक है, स्टोरी समझ आ गई। मैं तां ही कहा कि मैनूं पहले 3-4 लैक्चरां ते बाहला जोर लाउणा पैना है, बिकॉज इत्थे ही कहानी जिहड़ी है ज़्यादा खिल्लरदी है, अदरवाइज तो कहानी सौखी है। फिर उस तो बाद कहते पुर्तगाल जिहड़ा सीगा उन्हें ब्राज़ील की खोज भी कर ली जाके, जदों ब्राज़ील की खोज हो गई उन्हों का बाला ध्यान उधर नूं डाइवर्ट हो गया, इंडिया वाले पासे उन्हों का ध्यान कमज़ोर हो गया, उपरों इंडिया च इंग्लैंड उन्होंने बाला डोमीनेट भी कर गया सी, इस करके इंडिया ते उन्होंने कोई बहुता ज़्यादा फोकस नहीं किया। तो उस तो बिना इंग्लैंड ते डच वर्गे ज़्यादा संसाधना वाले देश, रिसोर्सिस वाले देश भारत ते कब्जा करन आ गए। पुर्तगालियां दी नहीं चली, पुर्तगाली फिर अपने आप नूं भारत च हौली हौली सीमित करते गए। तो एट दी एंड ऑफ द डे की होया, जदों डच ते ब्रिटिश भारत च नवें संसाधना नाल कब्जा करन आए, इहदे नाल की होया, पुर्तगाली उस चीज़ का मुकाबला नहीं कर सके। तो तुहानूं पता 19वीं सेंचुरी तक आउंदे आउंदे पुर्तगालियां ने सिर्फ अपने आप नूं भारत के 3-4 शहरों तक सीमित कर लिया, जिहड़े उन्हां दे पक्के गढ़ सी, दमन दीव, गोवा ते दादरा नगर हवेली। इस तो बिना वो भारत के बाकी सारे इलाकों चों जां तां अपनी मर्जी नाल ब्रिटेन नूं, ब्रिटिश नूं सरैंडर कर गए, जां डच वालिआं नूं सरैंडर कर गए, जां समझौते कर कुर के निकल गए। फिर इन्हां 3 इलाकों तो पुर्तगाली भारत दे विचों 1961 च जांदे आ, ईवन कि उदों तक तां अंग्रेज भी भारत तो जा चुके सीगे। ते तुहानूं पता इन्हां नूं कड्ढण वास्ते 19 दसंबर 1961 नूं भारत सरकार नूं एक ऑपरेशन चलाउणा पिया सीगा, ऑपरेशन विजय। किहड़ा ऑपरेशन चलाउणा पिया सीगा? ऑपरेशन विजय चला के इन्हां नूं असीं भारत चों बाहर कड्ढिया। बस मैनूं इन्ना दस दो कि की एक स्टोरी प्रति तुहाडी समझ पैदा हुई पुर्तगालियां प्रति। ते पुर्तगालियां दे विच मैं तुहानूं बहुत कॉन्सैप्ट क्लीयर कराए आ, ठीक है, ये तुसीं अपने बिहाफ अपने लैवल ते तुहाडी समझ आए कि तुसीं इहनूं इंग्लिश च पढ़ना है कि तुसीं इहनूं पंजाबी च पढ़ना है। ठीक है, ये तुसीं इस चीज़ नूं देखना कि इहनूं तुसीं इंग्लिश च कवर करना कि पंजाबी च। नैक्सट इत्थों तक समझ आ गई आपां नूं। अगली पावर अपने कोल आ गई, दैट इज़ डच। नैक्सट अगे अपने को आ गए, कहते करनेल्स हॉटमैन वो पहला डच सीगा। डच मतलब जेडे लोग डच लैंड तो आए आ, ठीक है, डच का मतलब हो गया डच कह लो, नीदरलैंड कह लो, या कोई भी कह लो, ठीक है। तो कहते जी ये सब तो पहला सुमात्रा आईलैंड वाल पहुँचे आ, ठीक है, ये सब तो पहला सुमात्रा आईलैंड। सुमात्रा पता कित्थे आ? इंडिया के थल्ले श्रीलंका, श्रीलंका के थल्ले इंडोनेशिया, इंडोनेशिया का एक आईलैंड आ सुमात्रा आईलैंड, ठीक है। कोई बहुत ज़्यादा कन्फ्यूज़ होने की लोड़ नहीं, इस जगह ते आ जिहड़े आईलैंड आ जी थोड़ा छोटा, ठीक है, जिहड़े आ वाले आईलैंड आ, ठीक है, आ वाले आ वाले आईलैंड, ठीक है, इत्थे पहुंचे। इस तो बाद फिर वो चलते चलते फिर वो इत्थों इधर नूं पहुँचते हैं, ठीक है। पहला वो सुमात्रा यानी कि इंडोनेशिया की धरती पर पहुँचे, ठीक है। डच जो इंडिया आए तो इन्हां दी जिहड़ी कंपनी सी ना, एवें नहीं बनी,
ਜਿਹੜੀ ਤਾਂ ਇੰਗਲੈਂਡ ਦੀ ਉਹਦੀ ਬਣੀ ਸੀ ਪੁਰਤਗਾਲੀਆਂ ਦੀ, ਉਹ ਤਾਂ ਰਾਜਨੀ ਬਣਾ ਲਈ ਸੀ। ਇੰਗਲੈਂਡ ਵਾਲੀ ਮੋਟੀਆਂ 3-4 ਸਾਮੀਆਂ ਦੀ ਸੀ। ਅਸਲ 'ਚ ਇਹ ਕੰਪਨੀ ਐਵੇਂ ਨਹੀਂ ਬਣੀ, ਇਹਨੂੰ ਕਾਰਪੋਰੇਸ਼ਨ ਦੇ ਤੌਰ ਤੇ ਬਣਾਇਆ ਗਿਆ। ਕਾਰਪੋਰੇਸ਼ਨ ਮਤਲਬ ਸਰਕਾਰ ਦੀ ਤੇ ਲੋਕਾਂ ਦੀ ਮਦਦ ਦੇ ਨਾਲ ਜਿਹੜੀ ਕੰਪਨੀ ਬਣਦੀ ਆ, ਜਿਸ 'ਚ ਸ਼ੇਅਰ ਨਹੀਂ ਇਸ਼ੂ ਕਰਤੇ ਜਾਂਦੇ। ਭਾਰਤ ਇਹ ਪਹਿਲੀ ਕੰਪਨੀ ਆ ਯੂਰਪ ਦੀ ਜਿਹਦੇ ਬਾਰੇ ਕਿਹਾ ਜਾ ਸਕਦਾ ਕਿ ਜਿਹਦੇ 'ਚ ਸਟਾਕ ਸ਼ੇਅਰ ਇਸ਼ੂ ਕੀਤੇ ਗਏ ਆ। ਪੇਪਰ 'ਚ ਆ ਸਕਦਾ ਕਿ ਇਹਨਾਂ ਹੇਠ ਲਿਖੀਆਂ ਚਾਰਾਂ 'ਚੋਂ ਕਿਹੜੀ ਪਹਿਲੀ ਕੰਪਨੀ ਸੀ ਜਿਹੜੀ ਸ਼ੇਅਰ ਇਸ਼ੂ ਕਰਕੇ, ਸਟਾਕ ਇਸ਼ੂ ਕਰਕੇ ਬਣੀ ਹੈ। ਠੀਕ ਆ, ਉਹ ਕਿਹੜੀ ਹੈ ਜੀ? ਡੱਚ ਈਸਟ ਇੰਡੀਆ ਕੰਪਨੀ। ਇਹ ਪਹਿਲੀ ਮਲਟੀਨੈਸ਼ਨਲ ਕੰਪਨੀ ਸੀ ਜਿਹਨੇ ਸਟਾਕ ਇਸ਼ੂ ਕੀਤੇ ਸੀ। ਇਹਦਾ ਸਹੀ ਨਾਮ ਆ ਯੂਨਾਈਟਿਡ ਈਸਟ ਇੰਡੀਆ ਕੰਪਨੀ, ਪਰ ਇਹਨੂੰ ਡੱਚ ਈਸਟ ਇੰਡੀਆ ਕੰਪਨੀ ਕਹਿ ਦਿੰਦੇ ਆ। ਇਹ ਈਸਟ ਇੰਡੀਆ ਕੰਪਨੀ ਪਤਾ ਕਿਉਂ ਕਹਿੰਦੇ ਆ? ਕਿਉਂਕਿ ਯੂਰਪ ਦਾ ਜਿਹੜਾ ਵੀ ਦੇਸ਼ ਆ, ਇੰਡੀਆ ਉਹਨਾਂ ਦੇ ਈਸਟ ਵਾਲੇ ਪਾਸੇ ਹੀ ਆ, ਇਸ ਕਰਕੇ ਉਹ ਈਸਟ ਇੰਡੀਆ ਕੰਪਨੀ ਕਹਿੰਦੇ ਸੀ। ਜੇ ਡੱਚ ਈਸਟ ਇੰਡੀਆ ਕੰਪਨੀ ਆ ਤਾਂ ਡੱਚ 'ਚੋਂ ਆਉਣ ਵਾਲੀ ਈਸਟ ਇੰਡੀਆ ਕੰਪਨੀ, ਫਰਾਂਸ 'ਚੋਂ ਆਉਣ ਵਾਲੀ ਈਸਟ ਇੰਡੀਆ ਕੰਪਨੀ ਨੂੰ ਕਹਾਂਗੇ ਫ੍ਰੈਂਚ ਈਸਟ ਇੰਡੀਆ ਕੰਪਨੀ। ਇਹ ਸਟੋਰੀ ਸਮਝ ਆ ਰਹੀ ਹੈ? ਸੋ ਇਹ ਕੰਪਨੀ, ਇਹ ਪਹਿਲੀ ਕੰਪਨੀ ਆ। ਡੱਚ ਜਦੋਂ ਇੰਡੀਆ ਆਏ ਤਾਂ ਉਹਨਾਂ ਨੇ ਆਪਣੀ ਪਹਿਲੀ ਫੈਕਟਰੀ ਕਿੱਥੇ ਲਾਈ ਆ? ਮਸੂਲੀਪਤਨਮ। ਯਾਦ ਰੱਖਿਓ, ਕੋਚੀਨ 'ਚ ਆਪਣੀ ਪਹਿਲੀ ਫੈਕਟਰੀ ਲਾਈ ਆ ਪੁਰਤਗਾਲੀਆਂ ਨੇ। ਆਏ ਉਹ ਕੈਲੀਕਟ ਸੀ ਤੇ ਹੈੱਡਕੁਆਟਰ ਉਹਨਾਂ ਨੇ ਸ਼ਿਫਟ ਕਰਕੇ ਆਪਣਾ ਕਿੱਥੇ ਬਣਾਇਆ ਸੀ? ਗੋਆ। ਜੇ ਮੈਂ ਡੱਚ ਵਾਲਿਆਂ ਦੀ, ਇਹ ਉਹਨਾਂ ਵਾਸਤੇ ਆ ਜਿਨ੍ਹਾਂ ਨੇ PSSB ਦੇ 1 ਲਾਈਨਰ ਕੁਐਸਚਨ ਵੀ ਦੇਣੇ, ਪੇਪਰ ਆਨਸਰ ਵੀ ਤਿਆਰ ਕਰਨੇ ਆ, ਬਿਕੋਜ਼ ਉੱਥੇ ਤਾਂ ਆਹੀ ਕੁਛ ਹੋਣਾ ਹੈ। ਇਹਨਾਂ ਨੇ ਪਹਿਲਾ ਸ਼ਹਿਰ ਆਂਧਰਾ ਪ੍ਰਦੇਸ਼ 'ਚ ਮਸੂਲੀਪਤਨਮ ਲੱਭਿਆ। ਇਟ ਮੀਨਸ, ਆ ਜਾਓ ਫਿਰ ਇਹਦੇ ਬਾਰੇ ਵੀ ਇੱਕ ਗੱਲ ਹੋਰ ਸੁਣੋ। ਇਹਨਾਂ ਨੇ ਵੈਸਟ ਦੀ ਬਜਾਏ ਈਸਟਰਨ ਕੋਸਟ, ਪੂਰਬੀ ਤੱਟ ਤੇ ਜ਼ਿਆਦਾ ਯਕੀਨ ਰੱਖਿਆ। ਪੁਰਤਗਾਲੀ ਕਿਹੜੀ ਬੰਦਰਗਾਹ ਤੇ ਰਹੇ ਆ ਸਾਡੀ ਤੇ? ਵੈਸਟ ਵਾਲੀ ਤੇ ਕਿ ਈਸਟ ਵਾਲੀ ਤੇ? ਵੈਸਟ ਵਾਲੀ ਤੇ। ਉਹ ਪੱਛਮੀ ਘਾਟ ਤੇ ਜ਼ਿਆਦਾ ਰਹੇ ਆ ਤੇ ਇਹ ਪੂਰਬੀ ਘਾਟ ਤੇ ਜ਼ਿਆਦਾ ਅਸਰਦਾਰ ਰਹਿਣਗੇ। ਇਹ ਗੱਲ ਸਮਝ ਆ ਗਈ? ਇਹਨਾਂ ਨੇ ਆਪਣਾ ਪਹਿਲਾ ਹੈੱਡਕੁਆਟਰ ਕਿੱਥੇ ਬਣਾਇਆ ਜੀ? ਆਪਣਾ ਪਹਿਲੀ ਫੈਕਟਰੀ ਮਸੂਲੀਪਤਨਮ। ਇਹਨਾਂ ਨੇ ਪਹਿਲਾਂ ਚੇਨਈ ਦੇ ਨੇੜੇ, ਮਦਰਾਸ ਦੇ ਨੇੜੇ ਨਾਗਾਪਟਨਮ, ਤਾਮਿਲਨਾਡੂ 'ਚ ਅੱਜ 'ਚ, ਇੱਥੇ ਜਾ ਕੇ ਇਹਨਾਂ ਨੇ ਸਭ ਤੋਂ ਪਹਿਲਾਂ ਆਪਣਾ ਸਿਸਟਮ ਸੈੱਟ ਕਰਿਆ, ਪੁਰਤਗਾਲੀਆਂ ਤੋਂ ਖੋਇਆ ਤੇ ਉਹਨੂੰ ਆਪਣਾ ਸਟਰੋਂਗ ਹੋਲਡ ਬਣਾਇਆ। ਇਹਨਾਂ ਨੇ ਆਪਣੀ ਜਿਹੜੀ ਪਹਿਲੀ ਫੈਕਟਰੀ ਸੀਗੀ, ਠੀਕ ਆ, 1609 'ਚ ਇਹਨਾਂ ਨੇ ਆਪਣੀ ਤਾਮਿਲਨਾਡੂ 'ਚ ਆਪਣੀ ਪਹਿਲੀ ਫੈਕਟਰੀ ਲਾਈ, ਪੁਲੀਕਟ 'ਚ, ਤਾਮਿਲਨਾਡੂ 'ਚ। ਓਵਰਆਲ ਪਹਿਲੀ ਫੈਕਟਰੀ ਕਿੱਥੇ ਲਾਈ ਇਹਨਾਂ ਨੇ? ਮਸੂਲੀਪਤਨਮ, ਆਂਧਰਾ 'ਚ। ਤੇ ਤਾਮਿਲਨਾਡੂ 'ਚ ਇਹਨਾਂ ਦੀ ਪਹਿਲੀ ਫੈਕਟਰੀ ਕਿੱਥੇ ਲੱਗੀ ਆ? ਪੁਲੀਕਟ। ਉਹਦੇ ਆਲੇ ਦੁਆਲੇ ਇਹਨਾਂ ਨੇ ਕਿਲੇਬੰਦੀ ਕੀਤੀ। ਕਿਲੇਬੰਦੀ ਬਹੁਤ ਜ਼ਰੂਰੀ ਸੀ। ਜਿਹੜੀ ਤੁਹਾਡੀ ਸਭ ਤੋਂ ਸਟਰੋਂਗ ਫੈਕਟਰੀ ਹੁੰਦੀ ਆ ਨਾ, ਉਹਦੇ ਆਲੇ ਦੁਆਲੇ ਕਿਲਾ ਬਣਾਉਣਾ ਬਹੁਤ ਜ਼ਰੂਰੀ ਹੈ। ਜਿਵੇਂ ਸਿੱਖ ਜਦੋਂ ਵੀ ਕਿਤੇ ਜਾਂਦੇ ਸੀਗੇ, ਜਿਵੇਂ ਆਪਾਂ ਪੜ੍ਹਦੇ ਹਾਂ ਅਮਰਗੜ੍ਹ ਦਾ ਕਿਲਾ, ਲੋਹਗੜ੍ਹ ਦਾ ਕਿਲਾ, ਠੀਕ ਆ, ਇਹ ਸਾਰੇ ਕਿਲੇ ਸਿੱਖ ਧਰਮ ਨਾਲ ਸੰਬੰਧਿਤ ਆ। ਜਿਹੜੇ ਕਿਲੇ ਅੰਗਰੇਜ਼ਾਂ ਨਾਲ ਸੰਬੰਧਿਤ ਆ ਉਹਨਾਂ ਦੇ ਨਾਮ ਐਵੇਂ ਹੋਣਗੇ, ਫੋਰਟ ਡੇਵਿਡ, ਫੋਰਟ ਗੈਲੇਡਾ, ਠੀਕ ਆ, ਫੋਰਟ ਹੈਨਰੀ, ਐਵੇਂ ਦੇ ਨਾਮ, ਫੋਰਟ ਵਿਲੀਅਮ। ਇਹ ਸਾਰੇ ਕਿਲੇ ਜਿਹੜੇ ਆ ਇਹ ਯੂਰੋਪੀਅਨਸ ਨੇ ਆਪਣੇ ਸੰਤਾਂ ਦੇ ਨਾਮ ਤੇ ਜਾਂ ਆਪਣੇ ਰਾਜਿਆਂ ਦੇ ਨਾਮ ਤੇ ਰੱਖਣੇ ਆ। ਫੋਰਟ ਗੈਲੇਡਾ ਕਿਲਾ ਜਿਹੜਾ ਸੀਗਾ ਇਹ ਸੰਬੰਧਿਤ ਸੀਗਾ ਡੱਚ ਵਾਲਿਆਂ ਨਾਲ, ਠੀਕ ਆ। ਤਾਂ ਫਿਰ ਉਸ ਤੋਂ ਬਾਅਦ ਇਹ ਕੀ ਕਰਦੇ ਆ, ਇਹ ਆਪਣੀ ਜਿਹੜੀ ਹੈੱਡਕੁਆਟਰ ਆ ਉਹਨੂੰ ਸ਼ਿਫਟ ਕਰ ਲੈਂਦੇ ਆ ਉੱਥੋਂ ਨਾਗਾਪਟਨਮ। ਉਹ ਆਪਣੀ ਫੈਕਟਰੀ ਲਾਉਂਦੇ ਆ। ਫਿਰ ਇਹ ਨਾਗਾਪਟਨਮ ਪਹਿਲਾਂ ਪੁਲੀਕਟ ਜਿਹੜਾ ਸੀਗਾ ਉਹ ਇਹਨਾਂ ਦਾ 1690 ਤੱਕ ਮੇਨ ਗੜ੍ਹ ਰਿਹਾ। ਪੁਲੀਕਟ ਤੋਂ ਬਾਅਦ ਇਹ ਆਪਣਾ ਸੈਂਟਰ ਸ਼ਿਫਟ ਕਰਦੇ ਆ ਨਾਗਾਪਟਨਮ, ਠੀਕ ਆ। ਸੋ ਇਹਨਾਂ ਦਾ ਪਹਿਲਾ ਹੈੱਡਕੁਆਟਰ ਆ ਪੁਲੀਕਟ, ਦੂਜਾ ਹੈੱਡਕੁਆਟਰ ਕਿਹੜਾ ਇਹਨਾਂ ਦਾ? ਨਾਗਾਪਟਨਮ। ਤੇ ਇੰਡੀਆ 'ਚ ਇਹਨਾਂ ਦੀ ਪਹਿਲੀ ਫੈਕਟਰੀ ਕਿੱਥੇ ਆ? ਮਸੂਲੀਪਤਨਮ। ਬਸ ਆਹ 3 ਫੈਕਟ ਪਤਾ ਲੱਗ ਗਏ। ਇਹ ਆਏ ਕਦੋਂ ਆ ਸਾਨੂੰ ਇਹ ਵੀ ਪਤਾ ਲੱਗ ਗਿਆ। ਤੇ ਡੱਚ ਵਾਲਿਆਂ ਦੀਆਂ ਇੰਡੀਆ 'ਚ ਕਈ ਜਗ੍ਹਾ ਤੇ ਫੈਕਟਰੀਆਂ ਨੇ। ਸੂਰਤ 'ਚ ਫੈਕਟਰੀ ਹੋਣ ਦਾ ਮਤਲਬ ਸਮਝ ਗਏ? ਇਹ ਵੈਸਟ ਵਾਲੇ ਪਾਸੇ ਗੁਜਰਾਤ 'ਚ ਵੀ ਗਏ ਆ। ਅਗਲੀ ਗੱਲ ਆ ਜਾਓ, ਕਰੀਕਲ ਦਾ ਮਤਲਬ ਇਹ ਆ, ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਜਗ੍ਹਾ ਹੈ ਕਰੀਕਲ। ਅੱਜ ਪਤਾ ਕੀ ਆ ਇਹ ਕਰੀਕਲ ਹੈ ਕਿੱਥੇ ਆ? ਤੁਹਾਨੂੰ ਪਤਾ? ਪੁਡੂਚੇਰੀ 4 ਜ਼ਿਲ੍ਹਿਆਂ ਤੋਂ ਮਿਲ ਕੇ ਬਣਦਾ ਹੈ। ਪੁਡੂਚੇਰੀ ਦੇ ਵਿੱਚ 4 ਜ਼ਿਲ੍ਹੇ ਆ। ਆ ਜਾਓ ਹੁਣੇ ਵੀ ਜਾਣਕਾਰੀ ਦੇ ਦਾਂ। ਪੁਡੂਚੇਰੀ ਦੇ 4 ਜ਼ਿਲ੍ਹੇ ਆ। ਇੱਕ ਪੁਡੂਚੇਰੀ ਦਾ ਜ਼ਿਲ੍ਹਾ ਇੱਥੇ ਆ, ਇਹਦਾ ਨਾਮ ਆ ਕਰੀਕਲ। ਇੱਕ ਪੁਡੂਚੇਰੀ ਦਾ ਜ਼ਿਲ੍ਹਾ ਇੱਥੇ ਆ, ਇਹਦਾ ਨਾਮ ਆ ਆਪਣਾ ਯਨਮ, ਠੀਕ ਆ। ਕਰੀਕਲ ਇੱਥੇ ਆ, ਕਰੀਕਲ ਥੱਲੇ ਆ, ਯਨਮ ਉੱਪਰ ਆ, ਪੁਡੂਚੇਰੀ ਜ਼ਿਲ੍ਹਾ ਇੱਥੇ ਆ, ਤੇ ਇੱਕ ਜ਼ਿਲ੍ਹਾ ਇੱਧਰਲੇ ਪਾਸੇ ਆ ਮਾਹੇ। ਇੱਕ ਜ਼ਿਲ੍ਹਾ ਤਾਂ ਹੈਗਾ ਹੈ ਕੇਰਲਾ 'ਚ। ਕਿੱਥੇ ਆ ਜੀ? ਆਪਣਾ ਕੇਰਲਾ 'ਚ। 2 ਜ਼ਿਲ੍ਹੇ ਕਰੀਕਲ ਤੇ ਪੁਡੂਚੇਰੀ ਇਹ ਹੈਗੇ ਆ ਜੀ ਤਾਮਿਲਨਾਡੂ 'ਚ। ਇੱਕ ਉੱਪਰ ਜਾ ਕੇ ਇੱਥੇ ਆ, ਉਹ ਜ਼ਿਲ੍ਹਾ ਕਿੱਥੇ ਆ ਜੀ? ਆਂਧਰਾ ਪ੍ਰਦੇਸ਼ 'ਚ। ਸਟੋਰੀ ਸਮਝ ਆ ਗਈ? ਇਟ ਮੀਨਸ ਮੈਂ ਇਹ ਵੀ ਚਾਹੁੰਦਾ ਕਿ ਤੁਹਾਨੂੰ ਇਹ ਵੀ ਮੈਪ ਨਾਲ ਦੀ ਨਾਲ ਕਲੀਅਰ ਹੋ ਜੇ, ਕਿਉਂਕਿ ਆ ਜਾਓ
ठीक है जी। पुडुचेरी ते करिकल दिस रहे आ, ये पुडुचेरी ते करिकल तमिलनाडु के इलाके च आउंदे आ, ये भी ਇਹਦੀ ਭਾਟ ਆ ਪੌਂਡੀਚੇਰੀ, ਅੱਜ ਦੀ ਪੌਂਡੀਚੇਰੀ ਦੇ। एक ਜ਼ਿਲ੍ਹਾ ਇਹਨਾਂ ਦਾ ਮਾਹੇ, ਉਹ ਕੇਰਲਾ ਦੇ ਇਲਾਕੇ 'ਚ ਆਉਂਦਾ ਹੈ। ਇੱਕ ਯਨਮ, ਉਹ ਆਂਧਰਾ ਪ੍ਰਦੇਸ਼ ਦੇ ਇਲਾਕੇ 'ਚ ਆਉਂਦਾ ਹੈ। ਆ ਆਂਧਰਾ ਪ੍ਰਦੇਸ਼ ਆ ਉੜੀਸਾ ਪੋਰਟ ਨੂੰ ਉਟਕਲ ਕੋਸਟ ਕਹਿੰਦੇ ਆ, ਇਹਨੂੰ ਕੋਰਾਮੰਡਲ ਕੋਸਟ ਕਹਿੰਦੇ ਆ, ਇਹਨੂੰ ਮਾਲਾਬਾਰ ਕੋਸਟ ਕਹਿੰਦੇ ਆ, ਇੱਥੇ ਕੌਨਕਨ ਕੋਸਟ ਕਹਿੰਦੇ ਆ, ਇੱਥੇ ਕਾਠੀਆਵਾੜ ਕੋਸਟ ਕਹਿੰਦੇ ਆ, ਇਹਨੂੰ ਕੱਛ ਦੀ ਬੰਦਰਗਾਹ ਕੱਛ ਦੀ ਕੋਸਟ ਕਹਿੰਦੇ ਆ। ਸਾਰੀਆਂ ਦੇ ਲੋਕਲ ਨਾਮ ਪਤਾ ਲੱਗ ਗਏ ਤਾਂ ਇਹ ਪਤਾ ਲੱਗ ਗਿਆ ਯਨਮ ਕਿੱਥੇ ਆ, ਕਰੀਕਲ ਕਿੱਥੇ ਆ। ਜੇ ਕੋਈ ਤੁਹਾਨੂੰ ਕਹੇ ਕਿ ਤੁਹਾਡੀ ਇੱਕ ਫੈਕਟਰੀ ਕਰੀਕਲ 'ਚ, ਇੱਕ ਪੁਡੂਚੇਰੀ 'ਚ ਆ, ਇਟ ਮੀਨਸ ਤੁਸੀਂ ਤਾਮਿਲਨਾਡੂ 'ਚ ਪ੍ਰਭਾਵ ਪਾਇਆ ਹੈ। ਤੁਹਾਡੀ ਇੱਕ ਫੈਕਟਰੀ ਸੂਰਤ 'ਚ ਆ, ਤੁਸੀਂ ਇੱਥੋਂ ਤੱਕ ਗਏ ਹੋਏ ਹੋ। ਤੁਹਾਡੀ ਇੱਕ ਫੈਕਟਰੀ ਗੋਆ 'ਚ ਆ, ਹੁਗਲੀ 'ਚ ਆ, ਤੁਸੀਂ ਵੈਸਟ ਬੰਗਾਲ ਵੀ ਪਹੁੰਚੇ ਹੋਏ ਹੋ। ਤੁਹਾਡੀ ਇੱਕ ਫੈਕਟਰੀ ਯਨਮ 'ਚ ਆ, ਤੁਸੀਂ ਆਂਧਰਾ ਪ੍ਰਦੇਸ਼ 'ਚ ਵੀ ਪ੍ਰਭਾਵ ਪਾਇਆ ਹੋਇਆ। ਇਟ ਮੀਨਸ ਸਟੋਰੀ ਸਮਝ ਆ ਗਈ ਆਪਾਂ ਨੂੰ। ਸੋ ਆਪਣੇ ਵਾਸਤੇ ਇਹ ਸਮਝਣਾ ਬਹੁਤ ਜ਼ਰੂਰੀ ਸੀਗਾ ਕਿ ਬਈ ਆਹ ਹੈ ਕੀ ਹੈ, ਕਹਾਣੀ ਕੀ ਹੈ। ਲਓ ਜੀ, ਆਹ ਸਾਰੀ ਸਟੋਰੀ ਸਮਝ ਆ ਗਈ ਆਪਣੇ ਕੋਲ। ठीक है, तो आ सारे शहरों के नाम। ये जो चंसूरा शहर आ, ये बंगाल च आ। कित्थे है जी? बंगाल। चंसूरा बंगाल का बड़ा इंपॉर्टेंट शहर आ। इन्होंने चंसूरा 1653 ईस्वी जित लिया सीगा। तुसीं कहोगे इन्ने शहर लिखे आ, विचों एक नूं हाईलाइट करके दसता। बस ये याद रखियो, जे मैं तुहानूं पुछां कि चंसूरा शहर कित्थे आ, तो तुसीं की कहोगे भला? बंगाल च। इट मीनस मैं ये चाहना कि मॉडर्न हिस्टरी च जो मैं बहुत अगे जाके एक गल कहूँगा ना, 1760 के अराउंड, 1760 1760 के अराउंड, कि जी डच वालियां ने ते उधरों एक मीर जाफर, एक पलासी, किसी ने पलासी की लड़ाई सुनी है? पलासी की लड़ाई भारत के इतिहास च बहुत खतरनाक लड़ाई हुई है 1757 च। किसी ने बक्सर की लड़ाई सुनी है? माड़ी मोटी सुनी होगी। बक्सर की लड़ाई 1764। इन्हां दो लड़ाइयां दे विच एक 1759 1759 दे विच चंसूरा की लड़ाई भी हुंदी है, जिथों जदों मैं ये कहूँगा कि चंसूरा इस तो पहला डच वालियां दे कब्जे च सीगा, तो तुसीं मूँह चक के देखोगे कि चंसूरा बंगाल च उत्थे डच कित्थों आ गए। डच वालियां ने भी अपना नेड़े तेड़े प्रभाव फैलाया ही आ। वो 1653 च चंसूरा ते कब्जा करी बैठे सी। ठीक है, करिकल ते कब्जा मतलब तमिलनाडु च प्रभाव, सूरत च प्रभाव, नागापट्टनम मतलब कि तमिलनाडु च प्रभाव, ते कोची मतलब केरला च प्रभाव। तो उन्होंने भी विच बंदरगाहां दा अपना भी फिट कर लिया सी। ते मैं तुहानूं दस्सिया ही आ कि 16वीं सदी तो बाद 17वीं सेंचुरी च 1600 तो बाद भारत च किहड़ियां दो ताकतां मेन आईयां, एक डच आई है, एक ब्रिटिश आई है। इन्हां ने आके किन्हां दा काम खत्म करता? पुर्तगालियां दा। ते नोट्स भी लिखिया होया कि इन्हां दोवां कोल रिसोर्सिस ज़्यादा सी एज कंपेयर टू पुरानी ताकत किहड़ी सी भला? पुर्तगाली। आ स्टोरी समझ आ गई। नैक्सट उस तो बाद अगे आ जाओ। अगली चीज़ अपने को आ गई कि पुर्तगालियां ने ਜਿਹੜੀਆਂ ਆਪਣੀਆਂ 1516 ਦੇ ਵਿੱਚ ਜਦੋਂ ਉਹ ਆਏ ਸੀਗੇ, ਤੁਸੀਂ ਕਹੋਗੇ ਡੱਚ ਪੜ੍ਹਦੇ ਪੜ੍ਹਦੇ ਪੁਰਤਗਾਲੀ ਕਿਉਂ ਆ ਗਏ? ਸਟੋਰੀ ਇੱਕ, ਕੋਚੀ ਜਦੋਂ ਪੁਰਤਗਾਲੀ ਆਏ ਸੀਗੇ ਤਾਂ ਉਹ ਕੈਲੀਕਟ ਉਤਰੇ। ਕੈਲੀਕਟ ਤੋਂ ਬਾਅਦ ਕੋਚੀ, ਉਹ ਕੋਚੀ ਕੁਛ ਨਹੀਂ ਗਾ, ਭੁਲੇਖੇ 'ਚ ਨਾ ਪੈ ਜੀ, ਉਹ ਕੋਚੀਨ ਦਾ ਹੀ ਪੁਰਾਣਾ ਨਵਾਂ ਨਾਮ ਆ ਕੋਚੀ। ਕੋਚੀਨ ਤੇ ਕੋਚੀ ਇੱਕੋ ਗੱਲ ਆ। ਕੋਚੀ ਉਹਨਾਂ ਨੇ 1516 ਦੇ ਵਿੱਚ ਆਪਣੀ ਰਾਜਧਾਨੀ, ਆਪਣਾ ਹੈੱਡਕੁਆਟਰ ਬਣਾ ਲਿਆ ਸੀ, ਸੈਟਲਮੈਂਟ ਕਰ ਲਈ ਸੀ। ਕੋਚੀਨ ਉਹਨਾਂ ਦਾ ਪਹਿਲਾਂ ਹੈੱਡਕੁਆਟਰ ਸੀ, ਫਿਰ ਉਹਨੂੰ ਸ਼ਿਫਟ ਕਰਕੇ ਉਹ ਕਿੱਥੇ ਲੈ ਗਏ ਸੀ? ਗੋਆ। ਉਹ ਕੋਚੀ ਤੇ ਕੋਚੀਨ ਇੱਕੋ ਗੱਲ ਆ, ਕਨਫਿਊਜ਼ ਹੋ ਜਾਓਗੇ। ਤੇ ਉਹਨਾਂ ਨੇ ਉੱਥੇ ਫੋਰਟ ਕੋਚੀਨ ਬਣਾ ਲਿਆ। ਠੀਕ ਆ, 1683 ਦੇ ਵਿੱਚ 1516 ਚ ਉਹਨਾਂ ਨੇ ਉੱਥੇ ਕਿਲੇਬੰਦੀ ਕੀਤੀ। ਫਿਰ ਉਹ ਆਪ ਉੱਥੋਂ ਛੱਡ ਕੇ ਗੋਆ ਚਲੇ ਗਏ ਸੀ। ਯਾਦ ਆ ਕੁਛ? ਠੀਕ ਆ, ਤੇ ਯਾਦ ਆ 1600 ਕਿਹੜਾ ਸਾਲ ਆ ਗਿਆ? 83। 150 ਸਾਲ ਬਾਅਦ। 150 ਸਾਲ ਕੋਈ ਛੋਟੇ ਮੋਟੇ ਸਾਲ ਨਹੀਂ ਹੁੰਦੇ। ਅੱਜ ਤੋਂ 150 ਸਾਲ ਪਿੱਛੇ ਜਾ ਕੇ ਦੇਖੋ ਕਿੰਨੀ ਪੁਰਾਣੀ ਗੱਲ ਹੋਊਗੀ। 150 ਸਾਲਾਂ ਬਾਅਦ ਉਹਨਾਂ ਤੋਂ ਕੋਚੀ ਕਿਹਨਾਂ ਨੇ ਖੋਲਿਆ ਭਲਾ? ਡੱਚ ਵਾਲਿਆਂ ਨੇ। ਬਿਕੋਜ਼ 1600 ਤੋਂ ਬਾਅਦ ਜਦੋਂ ਡੱਚ ਤੇ ਬ੍ਰਿਟਿਸ਼ ਆਏ, ਫਿਰ ਤਾਂ ਪੁਰਤਗਾਲੀਆਂ ਨੇ ਗਵਾਇਆ ਹੀ ਗਵਾਇਆ ਹੈ, ਬਣਾਇਆ ਕੁਛ ਨਹੀਂ। ਤਾਂ ਉਹਨਾਂ ਨੇ ਕੋਚੀ ਉਹਨਾਂ ਨੂੰ ਗਵਾਤਾ, ਤੇ ਡੱਚ ਵਾਲਿਆਂ ਨੇ ਕੋਚੀ ਤੇ 112 ਸਾਲ ਤੱਕ ਕਬਜ਼ਾ ਕੀਤਾ। ਉਸ ਤੋਂ ਬਾਅਦ ਡੱਚ ਵਾਲਿਆਂ ਤੋਂ ਕੋਚੀ ਪਤਾ ਕੌਣ ਖੋਣਗੇ? ਬ੍ਰਿਟੇਨ ਵਾਲੇ, ਬ੍ਰਿਟਿਸ਼। ਬ੍ਰਿਟਿਸ਼ ਕਿਉਂ ਖੋਣਗੇ? ਕਿਉਂਕਿ ਬ੍ਰਿਟਿਸ਼ ਹੀ ਉਹ ਨੇ ਜਿਹੜੇ ਸਾਰਿਆਂ ਤੋਂ ਸਾਰਿਆਂ ਦੀਆਂ ਸਾਰਾ ਕੁਝ ਖੋਹ ਲੈਣਗੇ, ਕਿਉਂਕਿ ਉਹਨਾਂ ਨੇ ਤੇ ਬਾਅਦ ਚ ਭਾਰਤ 'ਚ ਅਲਟੀਮੇਟਲੀ ਰਾਜ ਕਰਨਾ ਹੈ 1800 ਤੋਂ ਬਾਅਦ। 1800 ਤੋਂ ਬਾਅਦ ਤੇ 1947 ਤੋਂ ਪਹਿਲਾਂ 150 ਸਾਲ ਤੱਕ ਤਾਂ ਮੈਂ ਕਹਿ ਸਕਦਾ ਕਿ ਇੱਕੋ ਹੀ ਐਕਸਕਲੂਸਿਵ ਤਾਕਤ ਆ ਜਿਹਨੇ ਰਾਜ ਕੀਤਾ ਹੈ। ਉਹ ਕਿਹੜੀ ਹੈ ਭਲਾ? ਬ੍ਰਿਟਿਸ਼। ਤਾਂ ਸੋ ਪਹਿਲਾਂ ਇਹ ਸਾਰੇ ਇੱਕ ਦੂਜੇ ਤੋਂ ਕੁਝ ਖੋਣਗੇ, ਫਾਈਨਲੀ ਉਹਨਾਂ ਤੋਂ ਸਾਰਾ ਕੁਝ ਕੌਣ ਖਾਊਗਾ? ਬ੍ਰਿਟਿਸ਼ ਵਾਲੇ। ਆ ਸਟੋਰੀ ਸਮਝ ਆ ਗਈ? ਤਾਂ ਆ ਕੋਚੀ ਦੀ ਵੀ ਸਟੋਰੀ ਜੀ ਸੀਗੀ, ਉਹ ਸਮਝ ਆ ਗਈ। ਜੇ ਮੈਂ ਗੱਲ ਕਰਾਂ ਬੰਗਾਲ ਦੀ,
ਤਾਂ ਦੇਖੋ ਬੰਗਾਲ ਦੇ ਵਿੱਚ ਵੀ ਨਾ ਇੱਕ ਕਿੱਸਾ ਬੜਾ ਮਸ਼ਹੂਰ ਆ, ਠੀਕ ਆ। ਇਹ ਕਿੱਸਾ ਜਿਹੜਾ ਹੈ ਇਹ ਬਹੁਤ ਕਲੀਅਰ ਆ। ਅਸਲ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਕਿ ਬੰਗਾਲ ਜਿਹੜਾ ਸੀਗਾ ਇੱਥੇ ਵੀ ਇੱਕ ਟਸਲ ਚੱਲ ਰਹੀ ਸੀ। ਤੁਸੀਂ ਆਪ ਦੱਸੋ 1600 ਤੋਂ ਬਾਅਦ ਭਾਰਤ 'ਚ ਬ੍ਰਿਟਿਸ਼ ਵੀ ਆ ਗਏ ਤੇ ਡੱਚ ਵੀ ਆ ਗਏ। ਤੁਹਾਨੂੰ ਲੱਗਦਾ ਕਿ ਜੇ ਡੱਚ ਵਾਲੇ ਬੰਗਾਲ ਜਾ ਰਹੇ ਹੋਣਗੇ ਕਬਜ਼ਾ ਕਰਨ ਤੇ ਬ੍ਰਿਟਿਸ਼ ਵੀ ਜਾਣਗੇ ਮਗਰ? ਤੇ ਇਹ ਇਹੋ ਜਿਹੇ ਸ਼ਹਿਰਾਂ ਦੀ ਕਬਜ਼ਾ ਕਰਦੇ ਸੀ ਜਿਹੜੇ ਸਮੁੰਦਰ ਦੇ ਨੇੜੇ ਸੀ। ਬੰਗਾਲ, ਉੜੀਸਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲਾ, ਆਹ ਵਾਲੇ ਇਲਾਕੇ। ਵਜ੍ਹਾ ਕਿਉਂਕਿ ਸਮੁੰਦਰ ਤੋਂ ਆਪਣਾ ਸਮਾਨ ਪੈਕ ਪੂਕ ਕਰਕੇ ਕਿੱਥੇ ਭੇਜ ਸਕਦੇ ਆ? ਨੇੜੇ ਨੇੜੇ। ਆ ਪੱਲੇ ਪੈ ਗਈ ਗੱਲ। ਤਾਂ ਇਸ ਸਮੁੰਦਰ ਦੀਆਂ ਸਾਰੇ ਬੰਨਿਆਂ ਤੇ ਕਬਜ਼ਾ ਕਰਨਾ ਚਾਹੁੰਦੇ ਸੀਗੇ। ਅਸਲ ਦੇ ਵਿੱਚ ਨਾ ਇੱਕ ਸਾਲ ਜਿਹੜਾ ਕਿ ਬੜਾ ਇੰਪੋਰਟੈਂਟ ਆ 1623। 1623 'ਚ ਇੱਕ ਬਹੁਤ ਖਤਰਨਾਕ ਘਟਨਾ ਹੁੰਦੀ ਆ। ਇਸ ਘਟਨਾ ਦਾ ਇੰਡੀਆ ਨਾਲ ਵੀ ਕੋਈ ਸੰਬੰਧ ਨਹੀਂ। ਕੈਨ ਯੂ ਇਮੈਜਿਨ? ਇੰਡੀਆ ਨਾਲ ਕੋਈ ਸੰਬੰਧ ਨਹੀਂ, ਪਰ ਦੋ ਤਾਕਤਾਂ ਨਾਲ ਆਪਸੀ ਸੰਬੰਧ ਬਹੁਤ ਆ, ਇੱਕ ਇੰਗਲਿਸ਼ ਤੇ ਇੱਕ ਡੱਚ। ਇਹਨਾਂ ਦੋਵਾਂ ਦੇ ਨਾਲ ਇਹ ਘਟਨਾ ਵਾਪਰੀ ਆ 1623 'ਚ। 1623 'ਚ ਹੋਇਆ ਕਿ ਇੰਡੀਆ ਤੋਂ ਥੋੜੀ ਦੂਰ ਇੱਕ ਜਗ੍ਹਾ ਹੈ ਅੰਬੋਇਨਾ। ਤਾਂ ਇੰਡੀਆ ਤੋਂ ਥੱਲੇ ਸ਼੍ਰੀਲੰਕਾ, ਸ਼੍ਰੀਲੰਕਾ ਤੋਂ ਥੱਲੇ ਮੈਂ ਇੰਡੋਨੇਸ਼ੀਆ ਦਿਖਾਇਆ ਨਾ ਤੁਹਾਨੂੰ, ਇੰਡੋਨੇਸ਼ੀਆ ਦੇ ਸੁਮਾਤਰਾ ਵਗੈਰਾ ਆਈਲੈਂਡ ਦਿਖਾਏ ਆ। ਉੱਥੇ ਇੱਕ ਜਗ੍ਹਾ ਹੈ ਅੰਬੋਇਨਾ, ਅੱਜ ਦੇ ਇੰਡੋਨੇਸ਼ੀਆ 'ਚ। ਉੱਥੇ ਕੀ ਕੀਤਾ ਸੀਗਾ, ਜਿਹੜੀ ਜਗ੍ਹਾ ਕਿਸੇ ਟਾਈਮ ਡੱਚ ਵਾਲਿਆਂ ਨੇ ਪੁਰਤਗਾਲੀਆਂ ਤੋਂ ਖੋਈ ਸੀ, ਉੱਥੇ ਡੱਚ ਵਾਲਿਆਂ ਦੀ ਪੁਰਤਗਾਲੀਆਂ ਤੋਂ ਖੋਈ ਸੀ। ਇਸ ਗੱਲ ਦੀ ਅਹਿਮੀਅਤ ਨਹੀਂ ਹੈਗੀ ਇੰਨੀ। ਉਸ ਇੰਡੋਨੇਸ਼ੀਆ 'ਚ ਉਸ ਜਗ੍ਹਾ 'ਤੇ ਇਹਦਾ ਭਾਰਤ ਦੇ ਇਤਿਹਾਸ ਨਾਲ ਸੰਬੰਧ ਵੀ ਕੋਈ ਨਹੀਂ, ਪਰ ਹੈ ਵੀ ਆ, ਛੱਡ ਵੀ ਨਹੀਂ ਸਕਦਾ ਮੈਂ। ਉੱਥੇ ਡੱਚ ਵਾਲੇ ਤੇ ਇੰਗਲਿਸ਼ ਮਤਲਬ ਇੰਗਲੈਂਡ ਵਾਲੇ ਆਪਸ 'ਚ ਲੜ ਲੁੜ ਪਏ। ਉੱਥੇ ਡੱਚ ਵਾਲਿਆਂ ਨੇ ਇੰਗਲੈਂਡ ਵਾਲਿਆਂ ਦਾ ਕਤਲ ਕਰਤਾ, ਕਈ ਲੋਕ ਮਾਰੇ ਗਏ। ਇਹਨੂੰ ਕਿਹਾ ਜਾਂਦਾ ਹੈ ਉੱਥੇ ਵਾਪਰਿਆ ਇੱਕ ਮਸੈਕਰ 1623 'ਚ। ਇਹਨੂੰ ਅੰਬੋਇਆ ਮਸੈਕਰ ਕਹਿੰਦੇ ਆ। ਇਹਦੇ ਤੋਂ ਕਰਕੇ ਇੰਗਲੈਂਡ ਵਾਲੇ ਤੇ ਡੱਚ ਵਾਲੇ ਇੱਕ ਦੂਜੇ ਤੋਂ ਬੜੇ ਦੁਸ਼ਮਣ ਬਣ ਗਏ ਕਿ ਤੁਸੀਂ ਸਾਡੇ ਉੱਥੇ ਬੰਦੇ ਮਾਰਦੇ ਇੰਡੋਨੇਸ਼ੀਆ 'ਚ। ਆਖਰ ਡੱਚ ਵਾਲਿਆਂ ਨੂੰ ਪਤਾ ਸੀ ਕਿ ਇੰਗਲੈਂਡ ਵਾਲੇ ਕਦੀ ਸਾਡਾ ਵੀ ਟਾਈਮ ਚੱਕਣਗੇ, ਜਿਵੇਂ ਗੈਂਗਸਟਰਸ ਹੁੰਦੇ ਆ ਕਿ ਉਹਨਾਂ ਨੇ ਉਹਨਾਂ ਦਾ ਬੰਦਾ ਮਾਰਤਾ, ਉਹਨਾਂ ਨੇ ਉਹਨਾਂ ਦਾ ਬੰਦਾ ਮਾਰਤਾ, ਐਵੇਂ ਟਾਈਪ ਫੀਲਿੰਗ। ਤਾਂ ਇਹ ਸਮਝੌਤਾ ਜਾ ਕੇ 1667 ਵਿੱਚ ਹੁੰਦਾ ਇਹਨਾਂ ਦੋਵਾਂ ਪਾਰਟੀਆਂ 'ਚ। ਕਿਹੜੀਆਂ ਕਿਹੜੀਆਂ ਦੋ ਪਾਰਟੀਆਂ? ਇੱਕ ਬ੍ਰਿਟਿਸ਼ ਤੇ ਦੂਜੇ ਕਿਹੜੇ? ਇੰਗਲਿਸ਼। ਉਸ ਸਮਝੌਤੇ ਦੇ ਤਹਿਤ ਜਿਹੜੇ ਬ੍ਰਿਟਿਸ਼ ਆ ਨਾ, ਉਹ ਕਹਿੰਦੇ ਆ ਕਿ ਚਲੋ ਠੀਕ ਆ, ਅਸੀਂ ਇੰਡੋਨੇਸ਼ੀਆ 'ਚੋਂ ਬਹੁਤੀ ਜਗ੍ਹਾ ਖਾਲੀ ਕਰ ਜਾਂਦੇ ਆ, ਪਰ ਇੱਕ ਸ਼ਰਤ ਆ, ਤੁਸੀਂ ਇੰਡੀਆ 'ਚੋਂ ਬਹੁਤੀਆਂ ਜਗ੍ਹਾ ਸਾਡੇ ਵਾਸਤੇ ਖਾਲੀ ਕਰ ਦਿਓ। ਆਪਸ ਦੇ ਵਿੱਚ ਦਿਸ ਇਜ਼ ਕਾਲਡ ਸੈਟਲਮੈਂਟ, ਇਹਨੂੰ ਸੈਟਲਮੈਂਟ ਕਹਿੰਦੇ ਆ। ਤਾਂ ਡੱਚ ਵਾਲੇ ਬਹੁਤ ਸਾਰੀਆਂ ਜਗ੍ਹਾ ਭਾਰਤ 'ਚ ਅੰਗਰੇਜ਼ਾਂ ਨੂੰ ਉਹੀ ਸਰੈਂਡਰ ਕਰ ਗਏ, ਤੇ ਅੰਗਰੇਜ਼ ਇੰਡੋਨੇਸ਼ੀਆ 'ਚ ਬਹੁਤ ਸਾਰੀਆਂ ਜਗ੍ਹਾ ਉਹੀ ਬ੍ਰਿਟਿਸ਼ ਵਾਲਿਆਂ ਨੂੰ ਸਰੈਂਡਰ ਕਰ ਗਏ ਹੋਣਗੇ। ਪੱਲੇ ਪੈ ਗਈ ਗੱਲ। ਕਨਸੈਪਟ ਕਲੀਅਰ, ਸਟੋਰੀ ਸਮਝ ਆ ਗਈ? ਕਲੀਅਰ ਹੋਣੀ ਚਾਹੀਦੀ ਹੈ ਕਹਾਣੀ ਸਾਰੀ। ਚਲੀਏ ਆਪਾਂ ਅੱਗੇ ਨੈਕਸਟ। ਉਸ ਤੋਂ ਬਾਅਦ ਅੱਗੇ ਆ ਜਾਓ। ਕਹਿੰਦੇ 1638 ਤੋਂ ਲੈ ਕੇ 1658 ਤੱਕ, ਠੀਕ ਆ, ਡੱਚ ਵਾਲੇ ਜਿਹੜੇ ਆ ਉਹ, ਇਹ ਗੱਲ ਤਾਂ ਬੜੀ ਕਲੀਅਰ ਆ ਕਿ ਡੱਚ ਵਾਲੇ ਜਿਹੜੇ ਸੀਗੇ ਉਹਨਾਂ ਨੇ ਪੁਰਤਗਾਲੀਆਂ ਨੂੰ ਸੈਲੋਨ, ਡੱਚ ਵਾਲੇ ਜਿਹੜੇ ਆ ਇਹਨਾਂ ਨੇ ਪੁਰਤਗਾਲੀਆਂ ਨੂੰ ਸੈਲੋਨ, ਅੱਜ ਦੇ ਸ਼੍ਰੀਲੰਕਾ 'ਚੋਂ ਵੀ ਬਾਹਰ ਕੱਢਤਾ। ਤੇ ਫਿਰ ਇਹਨਾਂ ਨੇ ਮਲੱਕਾ ਮਤਲਬ ਅੱਜ ਦੇ ਇੰਡੋਨੇਸ਼ੀਆ ਦੇ ਥੱਲੇ ਵਾਲਾ ਇਲਾਕਾ, ਉਹ ਵੀ ਕੈਪਚਰ ਕਰ ਲਿਆ। ਰੱਬ ਦੀ ਮਿਹਰ ਨਾਲ 1667 ਦੇ ਵਿੱਚ ਇਹਨਾਂ ਦਾ ਇੰਡੋਨੇਸ਼ੀਆ, ਇੰਡੀਆ ਤੋਂ ਥੱਲੇ ਸ਼੍ਰੀਲੰਕਾ। ਤੁਸੀਂ ਸ਼੍ਰੀਲੰਕਾ ਵੀ ਖੋਲੋ, ਕਿੰਨਾ ਤੋਂ ਭਲਾ? ਪੁਰਤਗਾਲੀਆਂ ਤੋਂ। ਸ਼੍ਰੀਲੰਕਾ 'ਚ ਆਉਣ ਵਾਲਾ ਸਭ ਤੋਂ ਪਹਿਲੀ ਤਾਕਤ ਸੀ ਪੁਰਤਗਾਲੀ। ਸ਼੍ਰੀਲੰਕਾ ਨੂੰ ਪੁਰਤਗਾਲੀਆਂ ਤੋਂ ਖੋਇਆ ਡੱਚ ਵਾਲਿਆਂ ਨੇ। ਤੁਸੀਂ 1637 ਵਿੱਚ 1637 ਜਾਂ 38 'ਚ ਸ਼੍ਰੀਲੰਕਾ ਖੋਲਿਆ ਪੁਰਤਗਾਲੀਆਂ ਤੋਂ। ਥੋੜ੍ਹੇ ਚਿਰ ਬਾਅਦ ਤੁਸੀਂ ਮਲੱਕਾ ਵੀ ਜਿੱਤ ਲਿਆ। 1667 'ਚ ਤੁਹਾਡਾ ਅੰਗਰੇਜ਼ਾਂ ਨਾਲ ਸਮਝੌਤਾ ਹੋ ਗਿਆ ਕਿ ਅੰਗਰੇਜ਼ ਮੰਨ ਗਏ ਕਿ ਅਸੀਂ ਇੰਡੋਨੇਸ਼ੀਆ ਜਿਹੜਾ ਹੈ ਉਹ ਵੀ ਖਾਲੀ ਕਰ ਦਾਂਗੇ ਤੁਹਾਡੇ ਵਾਸਤੇ। ਤਾਂ ਸ਼੍ਰੀਲੰਕਾ ਤੋਂ ਲੈ ਕੇ ਇੰਡੋਨੇਸ਼ੀਆ ਤੱਕ ਸਾਰੀ ਬੈਲਟ ਜਿਹੜੀ ਆ ਉਹਦੇ 'ਤੇ ਕਬਜ਼ਾ ਕਿਹਦਾ ਹੋ ਗਿਆ? ਡੱਚ ਵਾਲਿਆਂ ਦਾ। ਉਹਦੇ ਬਦਲੇ ਡੱਚ ਵਾਲੇ ਅੰਗਰੇਜ਼ਾਂ ਨੂੰ ਕੀ ਕਹਿੰਦੇ ਆ ਕਿ ਅਸੀਂ ਕਿੱਥੋਂ ਛੱਡ ਦਾਂਗੇ ਭਲਾ ਸਾਰਾ ਸਿਸਟਮ? ਇੰਡੀਆ 'ਚੋਂ ਅਸੀਂ ਜ਼ਿਆਦਾ ਇਲਾਕੇ ਛੱਡ ਦਾਂਗੇ। ਇਟ ਮੀਨਸ ਸਮਝੌਤੇ ਸਮਝ ਰਹੇ ਹੋ ਕਿਵੇਂ ਹੋ ਰਹੇ ਆ? ਤੇ ਕਿਹੜੀ ਤਾਕਤ ਜਿਹੜੀ ਜਮਾ ਹੀ ਖਤਮ ਹੋ ਰਹੀ ਹੈ ਭਲਾ? ਪੁਰਤਗੀਜ਼। ਇਹ 1650 ਦੇ ਅਰਾਊਂਡ ਪੁਰਤਗੀਜ਼ ਤਾਂ ਜਮਾ ਹੀ ਖਤਮ ਹੋ ਰਹੇ ਆ, ਠੀਕ ਆ। ਸੋ ਆਹ ਗੱਲ ਤਾਂ ਬੜੀ ਕਲੀਅਰ ਆ। ਮਤਲਬ ਇਹ ਕਿ ਸਾਨੂੰ ਇਹ ਸਮਝ ਆ ਗਿਆ ਕਿ ਇਸ ਤੋਂ ਬਾਅਦ ਡੱਚ ਵਾਲੇ ਤੇ ਇੰਗਲੈਂਡ ਵਾਲੇ 1600 ਤੋਂ ਲੈ ਕੇ 1700 ਦੇ ਵਿੱਚ ਆਪਸ 'ਚ ਸਮਝੌਤੇ ਹੀ ਕਰਦੇ ਰਹੇ। 1700 ਤੋਂ ਬਾਅਦ ਡੱਚ ਵਾਲਿਆਂ ਦੀ ਤੇ ਇੰਗਲੈਂਡ ਵਾਲਿਆਂ ਦੀ, ਯਾਨੀ ਕਿ ਬ੍ਰਿਟਿਸ਼ ਵਾਲਿਆਂ ਦੀ ਆਪਸ 'ਚ ਵਿਗੜੀ ਤੇ ਦੋ ਲੜਾਈਆਂ ਨੇ ਇਤਿਹਾਸ ਫਿਕਸ ਕਰਤਾ। ਇੱਕ 1741, ਇੱਕ 1759।
1741 ਚ ਇੰਗਲੈਂਡ ਵਾਲਿਆਂ ਦੀ ਤੇ ਉਹਨਾਂ ਦੀ ਡੱਚ ਵਾਲਿਆਂ ਦੀ ਇੱਕ ਲੜਾਈ ਹੋਈ ਆ, ਬੈਟਲ ਆਫ ਕੋਲਾਚਲ। ਠੀਕ ਆ, ਕੋਲਾਚਲ ਦੀ ਲੜਾਈ ਜਿਸ 'ਚ ਡੱਚ ਈਸਟ ਇੰਡੀਆ ਕੰਪਨੀ ਤੇ ਇਹ ਆਪਸ 'ਚ ਲੜੇ ਆ। ਸਾਊਥ ਇੰਡੀਆ 'ਚ ਲੜਾਈ ਹੋਈ ਆ ਤਾਮਿਲਨਾਡੂ ਦੇ ਇਲਾਕੇ 'ਚ। ਇਸ ਤੋਂ ਬਾਅਦ ਇੱਕ ਲੜਾਈ ਹੋਈ ਇਹਨਾਂ ਦੋਵਾਂ ਦੇ ਵਿੱਚ ਆਪਸੀ, ਇੱਕ ਲੜਾਈ ਹੋਈ ਆ ਚਨਸੂਰਾ ਦੀ ਲੜਾਈ 1759 ਦੇ ਵਿੱਚ। ਚਨਸੂਰਾ ਬੰਗਾਲ 'ਚ। ਇਹਨਾਂ ਦੋਵਾਂ ਲੜਾਈਆਂ ਦੀ ਹਿਸਟਰੀ ਨਹੀਂ ਮੈਂ ਦੱਸਣੀ, ਪਤਾ ਕਿਉਂ? ਇਹ ਲੜਾਈਆਂ ਦੀ ਹਿਸਟਰੀ ਮੈਂ ਉਦੋਂ ਦੱਸੂਗਾ ਜਦੋਂ ਮੈਂ 1741 ਤੇ 1759, 1741 ਤੇ 1759 ਦੇ ਇਵੈਂਟ ਸਮਝਾਊਂਗਾ। ਬਸ ਮੈਂ ਇੰਨਾ ਦੱਸ ਸਕਦਾ ਕਿ ਇਹਨਾਂ ਲੜਾਈਆਂ 'ਚ ਡੱਚ ਵਾਲਿਆਂ ਨੂੰ ਇੰਨਾ ਕੁ ਨੁਕਸਾਨ ਹੋ ਗਿਆ ਕਿ ਡੱਚ ਵਾਲਿਆਂ ਨੇ ਇਹ ਮਨ ਬਣਾ ਲਿਆ ਕਿ ਅਸੀਂ ਇੰਡੀਆ ਛੱਡ ਕੇ ਜਾਣਾ ਹੈ। 1760 ਤੋਂ ਬਾਅਦ ਉਹਨਾਂ ਦਾ ਇੰਡੀਆ 'ਚ ਮਾੜਾ ਟਾਈਮ ਸ਼ੁਰੂ ਹੋ ਗਿਆ ਤੇ 1800 ਤੱਕ ਜਾਂਦੇ ਜਾਂਦੇ ਡੱਚ ਵਾਲੇ ਇੰਡੀਆ ਨੂੰ ਕੰਪਲੀਟਲੀ ਖਾਲੀ ਕਰਕੇ ਚਲੇ ਗਏ। ਸਮਝ ਗਏ? ਕਲਾਚੌਲ ਦੀ ਲੜਾਈ ਤੋਂ ਬਾਅਦ ਤੇ ਚਨਸੂਰਾ ਦੀ ਲੜਾਈ ਤੋਂ ਬਾਅਦ, ਕਲਾਚੌਲ ਦੀ ਲੜਾਈ ਤੋਂ ਬਾਅਦ ਸਾਊਥ ਇੰਡੀਆ ਖਾਲੀ ਕਰ ਗਏ ਤੇ ਚਨਸੂਰਾ ਦੀ ਲੜਾਈ ਤੋਂ ਬਾਅਦ ਕਿਹੜਾ ਇਲਾਕਾ ਉਹ ਖਾਲੀ ਕਰ ਗਏ ਆ? ਬੰਗਾਲ ਵਾਲਾ। ਤਾਂ ਆਲਮੋਸਟ ਬਾਕੀ ਇੱਧਰਲੇ ਇਲਾਕੇ ਜਿਹੜੇ ਪੱਛਮੀ ਵੈਸਟਰਨ ਘਾਟ ਵਾਲੇ ਸੀਗੇ, ਕੋਚੀਨ ਵਗੈਰਾ ਜਿਹੜੇ ਜਾਂ ਉੱਪਰ ਸੂਰਤ, ਇਹ ਤਾਂ ਸਮਝੌਤੇ 'ਚ ਹੀ ਦੇ ਗਏ ਸੀ। ਸਮਝੌਤੇ 'ਚ ਹੀ ਹੋ ਗਿਆ ਸੀਗਾ ਕਿ ਤੁਸੀਂ ਇੱਧਰਲੀ ਬੰਦਰਗਾਹ ਖਾਲੀ ਕਰ ਦਿਓ, ਅਸੀਂ ਇੰਡੋਨੇਸ਼ੀਆ ਖਾਲੀ ਕਰ। ਜਿਹੜੇ ਬਚ ਗਏ ਸੀਗੇ ਉਹ ਅੰਗਰੇਜ਼ਾਂ ਨੇ 1740 ਤੋਂ ਲੈ ਕੇ 1760 ਦੇ ਵਿੱਚ ਦੋ ਲੜਾਈਆਂ ਲੜੀਆਂ ਡੇਨਜ਼ ਨਾਲ, ਡੈਨਮਾਰਕ ਵਾਲਿਆਂ ਨਾਲ। ਇੱਕ ਕਲਾਚੌਲ ਦੀ ਲੜਾਈ ਤਾਮਿਲਨਾਡੂ ਦੇ ਨੇੜੇ 'ਚ, ਇੱਕ ਚਨਸੂਰਾ ਦੀ ਲੜਾਈ ਬੰਗਾਲ 'ਚ, ਤੇ ਰਹਿੰਦੀ ਖੁੰਦੀ ਡੇਨਜ਼ ਵਾਲਿਆਂ ਦੀ ਉਹ ਵੀ ਮੱਤ ਮਾਰਤੀ, ਕੰਮ ਨਿਬੜ ਗਿਆ। ਇਸ ਤਰੀਕੇ ਨਾਲ 1800 ਦੇ ਵਿੱਚ ਡੇਨਜ਼ ਸਾਡੇ ਦੇਸ਼ 'ਚੋਂ ਚਲੇ ਗਏ। ਇੰਟਰਸਟਿੰਗ ਗੱਲ ਹੋਰ ਦੱਸਾਂ, ਸਭ ਤੋਂ ਪਹਿਲੀ ਤਾਕਤ ਜਿਹੜੀ ਸਾਡੇ ਦੇਸ਼ 'ਚੋਂ ਗਈ ਆ, ਡੇਨਜ਼ ਨਹੀਂ ਡੱਚ ਸੀ ਨਾ। ਸਭ ਤੋਂ ਪਹਿਲੀ ਤਾਕਤ ਜਿਹੜੀ ਸਾਡੇ ਦੇਸ਼ 'ਚੋਂ ਗਈ ਆ ਉਹ ਡੱਚ ਨੇ 1800 ਦੇ ਵਿੱਚ। ਦੂਜੀ ਤਾਕਤ ਜਿਹੜੀ ਸਾਡੇ ਦੇਸ਼ 'ਚੋਂ ਜਾਊਗੀ ਉਹ ਹੋਊਗੀ ਡੇਨਜ਼ 1869 ਦੇ ਵਿੱਚ, 1869। ਅੱਜ ਤੋਂ 5 ਕੇ 7 ਸਾਲ ਪਹਿਲਾਂ KBC ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀਗਾ ਕਿ 18 ਅਕਤੂਬਰ 1868 ਨੂੰ ਸਰੈਂਡਰ ਕਰਨ ਤੋਂ ਬਾਅਦ ਕਿਹੜੀ ਤਾਕਤ ਭਾਰਤ ਦੇ ਵਿੱਚੋਂ ਚਲੇ ਗਈ ਸੀ? ਬ੍ਰਿਟਿਸ਼, ਬੈਲਜੀਅਮ, ਡੇਨਜ਼ ਕਿ ਪੁਰਤਗੀਜ਼। ਆ ਚਾਰ ਆਪਸ਼ਨ ਸੀਗੇ। ਤੇ ਪਤਾ ਤੁਹਾਨੂੰ ਸਾਰਿਆਂ ਨੂੰ ਕਿ ਬੈਲਜੀਅਮ ਤਾਂ ਕਦੀ ਭਾਰਤ 'ਚ ਆਇਆ ਹੀ ਨਹੀਂ, ਤੇ ਬ੍ਰਿਟਿਸ਼ 1947 'ਚ ਗਏ ਆ, ਤੇ ਪੁਰਤਗੀਜ਼ ਕਦੋਂ ਗਏ ਆ? 1961, ਸਭ ਤੋਂ ਲਾਸਟ। ਤੇ ਬਚੇ ਕਿਹੜੇ? ਡੇਨਜ਼ ਹੀ ਆ ਜਿਹੜੇ 1859 ਦੇ ਵਿੱਚ ਗਏ ਆ। ਡੱਚ ਤਾਂ ਉਹਨਾਂ ਨੇ ਆਪਸ਼ਨ 'ਚ ਪਾਇਆ ਹੀ ਨਹੀਂ ਸੀਗਾ, ਅਦਰਵਾਈਜ਼ ਕਨਫਿਊਜ਼ ਹੋ ਸਕਦਾ ਸੀ। ਤੇ ਸਵਾਲ ਪਤਾ ਕਿੰਨੇ ਦਾ ਸੀਗਾ? 5 ਕਰੋੜ ਦਾ। ਤੇ ਜਿਹੜੇ ਬੰਦੇ ਲਈ ਇਹ ਸਵਾਲ ਸੀ, ਤੁਸੀਂ ਖੋਲ ਕੇ ਦੇਖਿਓ ਕਿ 5 ਕਰੋੜ ਵਾਲਾ ਮਾਡਰਨ ਹਿਸਟਰੀ ਕੁਐਸਚਨ, ਠੀਕ ਆ, ਤਾਂ ਆਹੀ ਸਵਾਲ ਮਿਲੂਗਾ। ਤੇ ਉਹ ਬੰਦਾ 5 ਕਰੋੜ ਜਿੱਤਿਆ ਸੀਗਾ। ਉਸ ਤੋਂ ਬਾਅਦ ਵੀ ਉਸ ਬੰਦੇ ਬਾਰੇ ਟੀਵੀ ਤੇ ਕਈ ਖਬਰਾਂ ਆਈਆਂ ਕਿ ਉਹਦਾ 5 ਕਰੋੜ ਸਾਰਾ ਖਰਾਬ ਹੋ ਗਿਆ, ਵੇਸਟ ਹੋ ਗਿਆ, ਠੀਕ ਆ, ਕਿਉਂਕਿ ਉਹਨੇ ਸਾਂਭ ਕੇ ਨਹੀਂ ਰੱਖਿਆ ਹੋਣਾ ਜਾਂ ਕੁਛ ਗੱਲਾਂ। ਪਰ ਮੈਨੂੰ ਤਾਂ ਨਹੀਂ ਬਾਅਦ 'ਚ ਬਹੁਤੀ ਸਟੋਰੀ ਪਤਾ, ਪਰ ਇੰਨਾ ਜ਼ਰੂਰ ਪਤਾ ਕਿ ਉਹ 5 ਕਰੋੜ ਦਾ ਸਵਾਲ ਆ ਸੀਗਾ ਕਿ ਲਾਸਟ 'ਚੋਂ ਕਿਹੜੀ ਤਾਕਤ ਆ ਜਿਹੜੀ 18 ਅਕਤੂਬਰ 1868 ਨੂੰ ਇੰਡੀਆ 'ਚੋਂ ਛੱਡ ਕੇ ਚਲੇ ਜਾਂਦੀ ਹੈ। ਖੈਰ ਆਪਾਂ ਆਪਣੇ ਮਸਲੇ ਤੇ ਵਾਪਸ ਆਈਏ, ਠੀਕ ਆ। ਮਤਲਬ GK ਕਰੋੜਪਤੀ ਤੇ ਪੰਜਾਬ ਦਾ PSSB ਆਲਮੋਸਟ ਸੇਮ ਐਂਡ ਸੇਮ, ਠੀਕ ਆ। ਇੰਨਾ ਹੀ ਕਹਿ ਸਕਦੇ ਹਾਂ ਕਿ ਜੇ ਹਿਸਟਰੀ ਵਧੀਆ ਆਉਂਦੀ ਹੈ ਤੁਹਾਨੂੰ ਤਾਂ ਤੁਸੀਂ ਬਹੁਤ ਸਾਰੇ ਫੈਕਟਸ ਤੇ ਆਪਣੀ ਕਮਾਂਡ ਰੱਖ ਸਕਦੇ ਹੋ। ਇਸ ਤਰੀਕੇ ਨਾਲ ਹੌਲੀ ਹੌਲੀ ਜੱਕ ਜਾਂਦੇ ਜਾਂਦੇ 1800 ਦੇ ਵਿੱਚ ਡੱਚ ਈਸਟ ਇੰਡੀਆ ਕੰਪਨੀ ਇੰਡੀਆ 'ਚੋਂ ਆਪਣਾ ਬੋਰੀ ਬਿਸਤਰਾ ਪੈਕ ਕਰਵਾ ਲੈਂਦੀ ਹੈ। ਸਟੋਰੀ ਸਮਝ ਆ ਗਈ? ਛੋਟੀ ਜੀ ਤਾਕਤ ਆ ਇੱਕ ਹੋਰ ਜਿਹਦੇ ਬਾਰੇ ਸਾਨੂੰ ਪੜ੍ਹਨਾ ਚਾਹੀਦਾ, ਦੈਟ ਇਜ਼ ਡੇਨਜ਼। ਇਸ ਤੋਂ ਬਾਅਦ ਅਸੀਂ ਅਗਲੇ ਲੈਕਚਰ 'ਚ ਵੱਡੀਆਂ ਦੋ ਤਾਕਤਾਂ ਬਾਰੇ ਪੜ੍ਹਾਂਗੇ, ਯਾਨੀ ਕਿ ਇੱਕ ਬ੍ਰਿਟਿਸ਼ ਤੇ ਇੱਕ ਕਿਹੜੇ? ਫ੍ਰੈਂਚ, ਕਿਉਂਕਿ ਇਹਨਾਂ ਨੇ ਇੱਕ ਦੂਜੇ ਦਾ ਰੱਜ ਕੇ ਸਿਰ ਪਾੜਨਾ ਹੈ। ਤੇ ਉਹ ਲੈਕਚਰ ਹੁਣ ਆਪਣਾ ਥੋੜ੍ਹਾ ਜਿਹਾ ਰੈਲੇਟਿਵਲੀ ਸਪੀਡ ਤੇ ਹੋ ਜਾਊਗਾ, ਬਿਕੋਜ਼ ਜਿਹੜੇ ਬ੍ਰਿਟਿਸ਼ ਵਗੈਰਾ ਪੜ੍ਹਨ ਵਾਸਤੇ ਮੈਂ ਤੁਹਾਨੂੰ ਕਹਿ ਰਿਹਾ, ਉਹ ਬ੍ਰਿਟਿਸ਼ ਆਪਾਂ ਆਲਰੇਡੀ ਪਹਿਲਾਂ ਪੜ੍ਹੇ ਹੋਣਗੇ, ਠੀਕ ਆ। ਜੇ ਆਪਾਂ ਡੇਨਜ਼ ਦੀ ਗੱਲ ਕਰੀਏ ਤਾਂ ਡੇਨਜ਼ ਕੰਪਨੀ ਇਸਟੈਬਲਿਸ਼ ਹੁੰਦੀ ਆ ਡੈਨਮਾਰਕ ਦੇ ਵਿੱਚ 1616 'ਚ, ਤੇ ਇੰਡੀਆ ਆ ਕੇ ਉਹ ਆਪਣੇ ਆਪ ਨੂੰ ਤਰਨਕਬੋਰ 'ਚ ਪਹਿਲੀ ਫੈਕਟਰੀ ਲਾਉਂਦੀ ਹੈ। ਤਰਨਕਬੋਰ ਇਹ ਪਹਿਲੀ ਫੈਕਟਰੀ ਉਹਨਾਂ ਦੀ ਇੱਥੇ ਲੱਗਦੀ ਆ। ਡੱਚ ਵਾਲਿਆਂ ਦੀ ਪਹਿਲੀ ਫੈਕਟਰੀ ਕਿੱਥੇ ਲੱਗੀ ਆ ਬਈ? ਮਸੂਲੀਪਤਨਮ, ਠੀਕ ਆ, ਆਂਧਰਾ 'ਚ। ਇਹਨਾਂ ਦੀ ਪਹਿਲੀ ਫੈਕਟਰੀ ਕਿੱਥੇ ਲੱਗਦੀ ਆ? ਤਰਨਕਬੋਰ, ਤਾਮਿਲਨਾਡੂ 'ਚ। ਉਹ ਅੱਜ ਕੱਲ੍ਹ ਇਹ ਵੀ ਟਰੈਂਡ ਆ ਨਾ ਪੇਪਰਾਂ 'ਚ, ਫੈਕਚੁਅਲ ਜਿਹੜੇ PSSB ਟਾਈਪ ਪੇਪਰ ਆ, ਛੋਟੇ 1 ਲਾਈਨਰ ਪੇਪਰ ਆ, ਮਾਸਟਰ ਕੈਡਰ ਦੇ ਪੇਪਰ ਆ, ਉਹਨਾਂ 'ਚ ਇਹ ਬਹੁਤ ਟਰੈਂਡ ਹੈ ਕਿ ਪਹਿਲੀ ਫੈਕਟਰੀ ਕਿੱਥੇ ਲੱਗੀ ਹੈ ਤਾਂ ਸਾਨੂੰ ਰਟੇ ਹੋਣੇ ਚਾਹੀਦੇ ਆ, ਠੀਕ ਆ। ਪਰ ਮੇਨ ਇਹਨਾਂ ਨੇ ਆਪਣਾ ਹੈੱਡਕੁਆਟਰ ਬਣਾਇਆ ਬੰਗਾਲ। ਇਹਨਾਂ ਨੇ ਆਪਣਾ ਹੈੱਡਕੁਆਟਰ ਬੰਗਾਲ ਬਣਾਇਆ ਸੀ ਸਿਰਾਮਪੁਰ। ਕਿਹੜਾ? ਸਿਰਾਮਪੁਰ। ਇਹ ਇਹਨਾਂ ਦਾ ਮੇਨ ਹੈੱਡਕੁਆਟਰ ਸੀ। ਇਹ ਉਸ ਪਾਸਿਓਂ ਆਏ ਸੀ। ਇਹ ਪੱਛਮੀ ਪਾਸਿਓਂ ਆਏ ਸੀ ਕਿ ਪੂਰਬ ਵਾਲੇ ਪਾਸਿਓਂ, ਈਸਟ ਵਾਲੇ ਪਾਸਿਓਂ? ਇਹ ਈਸਟ ਵਾਲੇ ਪਾਸਿਓਂ ਆਏ ਸੀ। ਵੈਸਟਰਨ ਕੋਸਟ ਉਹ ਆਪਣੀ ਗੁਜਰਾਤ, ਕਰਨਾਟਕਾ ਤੇ ਕੇਰਲਾ ਵਾਲੀ।
1 ਜਨਵਰੀ 1756 ਨੂੰ, ਠੀਕ ਆ। ਮੀਨਸ ਕਿ ਜੇ ਆਪਾਂ ਓਵਰਆਲ ਇਹਨਾਂ ਬਾਰੇ ਸਮਝੀਏ ਤਾਂ ਇਹ ਆਪਸ 'ਚ ਥੋੜ੍ਹਾ ਥੋੜ੍ਹਾ ਪਹਿਲਾਂ ਤਾਂ ਇਹਨਾਂ ਨੇ ਤੇ ਇੰਗਲੈਂਡ ਵਾਲਿਆਂ ਨੇ ਮਿਲ ਕੇ, ਠੀਕ ਆ, ਪਹਿਲਾਂ ਇਹ ਆਏ, ਠੀਕ ਆ। ਇਹ ਕੋਈ ਬਹੁਤ ਵੱਡੀ ਕੰਪਨੀ ਨਹੀਂ ਸੀਗੀ, ਇਹ ਛੋਟੀ ਕੰਪਨੀ ਸੀਗੀ। ਡੱਚ ਵਾਲਿਆਂ ਦੀ ਕੰਪਨੀ ਤਾਂ ਬਹੁਤ ਵੱਡੀ ਸੀ, ਉਹ ਤਾਂ ਬਹੁਤ ਔਖੀ ਹਰਾਈ। ਤਾਂ 1756 ਦੇ ਵਿੱਚ ਅੰਡੇਮਾਨ ਨਿਕੋਬਾਰ ਜਿਹੜਾ ਸੀਗਾ ਉਹ ਡੇਨਜ਼ ਵਾਲਿਆਂ ਦਾ ਉਹ ਬਣ ਗਿਆ, ਹੈੱਡਕੁਆਟਰ ਬਣ ਗਿਆ। ਉਹ ਹੈੱਡਕੁਆਟਰ ਨਹੀਂ, ਉਹ ਵੀ ਇਹਨਾਂ ਦੇ ਕਬਜ਼ੇ 'ਚ ਆ ਗਿਆ। ਕਈ ਵਾਰੀ ਪੇਪਰ 'ਚ ਪੁੱਛਿਆ ਜਾਂਦਾ ਨਾ ਕਿ ਅੰਡੇਮਾਨ ਨਿਕੋਬਾਰ ਦੀ ਸਟੋਰੀ ਦੱਸੋ। ਅੰਡੇਮਾਨ ਨਿਕੋਬਾਰ ਜਿਹੜਾ ਸੀਗਾ ਉਹਨੂੰ ਡੇਨਜ਼ ਵਾਲਿਆਂ ਨੇ ਆਪਣੇ ਕਬਜ਼ੇ 'ਚ ਕੀਤਾ ਸੀਗਾ, ਠੀਕ ਆ। ਪਰ ਉਸ ਤੋਂ ਬਾਅਦ ਅੰਡੇਮਾਨ ਨਿਕੋਬਾਰ ਜਿਹੜਾ ਸੀ 1845 ਤੱਕ ਉਹਨੂੰ ਉਹਨਾਂ ਨੇ ਅੰਗਰੇਜ਼ਾਂ ਨੂੰ ਵੇਚਤਾ। 1845 ਸਮਝਦੇ ਹੋ, ਉਸ ਟਾਈਮ ਤੱਕ ਤਾਂ ਅੰਗਰੇਜ਼ ਬਹੁਤ ਵੱਡੀ ਤਾਕਤ ਬਣ ਗਏ ਸੀ ਭਾਰਤ 'ਚ। 1845 ਤੱਕ ਤਾਂ ਅੰਗਰੇਜ਼ਾਂ ਨੇ ਬਹੁਤ ਆਸਾਨੀ ਨਾਲ ਡੈਨਮਾਰਕ ਨੂੰ 1845 'ਚ ਹਰਾਤਾ ਹੋਊਗਾ ਤੇ ਉਹਨਾਂ ਤੋਂ ਕੀ ਖੋਲਿਆ, ਇਹ ਖੋਲਿਆ, ਠੀਕ ਆ। ਉਸ ਤੋਂ ਬਾਅਦ ਡੈਨਮਾਰਕ ਵਾਲੇ ਜਿਹੜੇ ਸੀਗੇ ਉਹਨਾਂ ਦੀ ਜਿਹੜੀ ਫਾਈਨਲ ਇੰਡੀਆ 'ਚ ਅਟੈਂਡੈਂਸ ਸੀਗੀ ਜਾਂ ਪ੍ਰੈਜ਼ੈਂਸ ਸੀਗੀ, ਉਹਨੂੰ ਅੰਗਰੇਜ਼ਾਂ ਨੇ 16 ਅਕਤੂਬਰ 1868, ਇਹ ਹੈ KBC ਦਾ ਕੁਐਸਚਨ ਕਿ 16 ਅਕਤੂਬਰ 1768 ਨੂੰ ਕਿਹੜੀ ਤਾਕਤ, ਕੁਐਸਚਨ ਦਾ ਆਨਸਰ ਆ ਸੀਗਾ ਕਿ ਕਿਹੜੀ ਤਾਕਤ ਸੀ ਜਿਹਨੇ 1618 ਤੋਂ ਬਾਅਦ ਲਾਸਟ 'ਚ ਜਿਹੜੀਆਂ ਛੋਟੀਆਂ ਮੋਟੀਆਂ ਇੰਡੀਆ 'ਚ ਉਹਨਾਂ ਦੀਆਂ ਟੈਰੀਟਰੀ ਸੀਗੀਆਂ, ਅੰਡੇਮਾਨ ਨਿਕੋਬਾਰ ਤੇ 1845 'ਚ ਹੀ ਵੇਚ ਗਏ ਸੀ। ਬਾਕੀ ਛੋਟੇ ਮੋਟੇ ਸ਼ਹਿਰ ਜਿਹੜੇ ਸੀਗੇ ਤਿਰਨਕੋਬਾਰ ਵਗੈਰਾ, ਸਿਰਾਮਪੁਰ ਵਗੈਰਾ, ਇਹ ਕਦੋਂ ਵੇਚ ਕੇ ਗਏ ਆ? ਫਾਈਨਲੀ ਇਹਨਾਂ ਨੇ ਆਪਣੇ ਸਾਰੇ ਸ਼ਹਿਰ ਅੰਗਰੇਜ਼ਾਂ ਨੂੰ ਵੇਚਤੇ 16 ਅਕਤੂਬਰ 1868 ਨੂੰ ਤੇ ਆਪਣੀ ਕੰਪਨੀ ਨੂੰ ਪੱਕੇ ਤੌਰ ਤੇ ਬੰਦ ਕਰ ਲਿਆ 1 ਜਨਵਰੀ 1869, 1 ਆਫ ਜੈਨ 1869। ਤਰੀਕਾ ਮਾਸਟਰ ਕੈਡਰ ਜਾਂ ਲੈਕਚਰਰ ਦੇ ਪੇਪਰਾਂ 'ਚ ਅਹਿਮੀਅਤ ਹੋ ਜਾਂਦੀ ਆ ਤੇ PPSC ਦੇ ਪੇਪਰ 'ਚ ਕਰਨੋਲੋਜੀ ਕੰਸੈਪਟ, ਠੀਕ ਆ, ਕਿ ਬਈ ਫਲਾਣੀ ਘਟਨਾ ਤੇ ਫਲਾਣੀ ਘਟਨਾ ਕਰਨੋਲੋਜੀ 'ਚ ਲਾਓ ਪਹਿਲਾਂ ਕਿਹੜੀ ਹੋਈ ਆ। UPSC PPSC ਅੱਜ ਕੱਲ੍ਹ ਇੰਨਾ ਹੀ, ਈਵਨ ਕਿ ਕਈ ਵਾਰੀ ਆਪਾਂ ਦੇਖਦੇ ਹਾਂ ਇਹ UPSC ਦੇ ਪੇਪਰ ਤੋਂ ਭੈੜਾ ਪੇਪਰ PPSC ਪਾ ਦਿੰਦੀ ਹੈ, PCS ਦਾ ਹੋਵੇ ਜਾਂ ਛੋਟੇ ਪੇਪਰ ਵੀ ਹੋਣ, ਠੀਕ ਆ। ਤਾਂ PPSC ਦਾ ਲੈਵਲ ਜਿਹੜਾ ਹੈ ਉਹਨੂੰ ਲੈ ਕੇ, ਜਿਵੇਂ ਆ ਪਿੱਛੇ ਜੇ PPSC ਨੇ ਪ੍ਰਿੰਸੀਪਲਸ ਦਾ ਗਰੁੱਪ A ਦਾ ਪੇਪਰ ਲਿਆ, ਠੀਕ ਆ, ਉਹ ਬਹੁਤ ਲੋਕ ਕਹਿੰਦੇ ਆ ਕਿ ਬਹੁਤ ਆਸਾਨ ਸੀਗਾ। ਉਹ ਭਾਈ PPSC ਨੂੰ ਲੈ ਕੇ ਕਦੇ ਵੀ ਆਪਣਾ ਜਿਹੜਾ ਬੁੱਧੀਮਤਾ ਨਾ ਇਹ ਨਾ ਦਿਖਾਓ ਤਾਂ ਚੰਗਾ ਹੈ। PPSC ਦੀ ਤਿਆਰੀ ਕਰਨ ਵਾਸਤੇ ਬਸ ਇਹ ਸਮਝ ਲਿਓ ਕਿ 0 ਤੋਂ ਸ਼ੁਰੂ ਹੋ ਜਿਓ ਤੇ 100 ਤੱਕ ਜਾਓ, ਠੀਕ ਆ। PPSC ਦਾ ਕੋਈ ਪਤਾ ਨਹੀਂ ਕਿਹੜੇ ਵਿਦਵਾਨ ਨੂੰ ਕਦੋਂ ਫੇਲ ਕਰਦੇ, ਇਸ ਕਰਕੇ ਇਹਨੂੰ ਲੈ ਕੇ ਤੁਹਾਨੂੰ ਬਹੁਤ ਥੋਰੋਲੀ ਵੀ ਪੜ੍ਹਨਾ ਪੈਂਦਾ ਹੈ ਤੇ ਬਹੁਤ ਰੱਟਾਫਿਕੇਸ਼ਨ ਵੀ ਤੁਹਾਨੂੰ ਚਲਾਉਣੀ ਪੈਂਦੀ ਆ। ਸਟੋਰੀ ਸਮਝ ਆ ਗਈ? ਤਾਂ ਓਵਰਆਲ ਇਸ ਤਰੀਕੇ ਨਾਲ ਇਹਨਾਂ ਨੇ ਆਪਣੇ ਸਾਰੇ ਰਾਈਟਸ ਜਿਹੜੇ ਆ 16 ਅਕਤੂਬਰ ਨੂੰ ਸਰੈਂਡਰ ਕਰਕੇ ਇਹ ਫਾਈਨਲੀ ਇੰਡੀਆ 'ਚੋਂ ਚਲੇ ਜਾਂਦੇ ਆ। ਇਸ ਤੋਂ ਬਾਅਦ ਕਹਾਣੀ ਜਿਹੜੀ ਸਾਡੀ ਸ਼ੁਰੂ ਹੋਣੀ ਆ ਉਹ ਆ ਜੀ ਬ੍ਰਿਟਿਸ਼ ਵਾਲਿਆਂ ਦੀ, ਜਿਹੜੀ ਕਿ ਕਾਫੀ ਲੰਮੀ, ਕਾਫੀ ਇੰਟਰਸਟਿੰਗ ਸਟੋਰੀ ਆ, ਠੀਕ ਆ, ਜਿਹਨੂੰ ਆਪਾਂ ਅੱਗੇ ਜਾ ਕੇ ਕਵਰ ਕਰਾਂਗੇ। ਪਰ ਥੋੜ੍ਹਾ ਜਿਹਾ ਮੈਂ ਇਹਦੇ ਬਾਰੇ ਜ਼ਰੂਰ ਦੱਸਦਾ, ਜਿੰਨਾ ਕੁ ਆਪਣੇ ਕੋਲੇ ਕਵਰ ਹੁੰਦਾ ਇਹਨੂੰ ਆਪਾਂ ਕਵਰ ਕਰਦੇ ਹਾਂ, ਠੀਕ ਆ। ਅਸਲ 'ਚ ਇਹ ਸਟੋਰੀ ਕਿਹੜੀ ਆ? ਬ੍ਰਿਟਿਸ਼ ਇਨ ਇੰਡੀਆ। ਕੈਨ ਯੂ ਇਮੈਜਿਨ? ਤੁਸੀਂ ਸੋਚ ਕੇ ਦੇਖੋ ਕਿ ਬ੍ਰਿਟੇਨ ਵਾਲੇ ਸਾਡੇ ਦੇਸ਼ 'ਚ ਆਉਣਾ ਸ਼ੁਰੂ ਕਰਨਗੇ, ਠੀਕ ਆ। ਮੈਂ ਇਸੇ ਲੈਕਚਰ ਨੂੰ ਅੱਗੇ ਕੰਟੀਨਿਊ ਕਰੂੰਗਾ, ਬਟ ਮੈਂ ਚਾਹੁੰਦਾ ਕਿ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਗੱਲ ਤੁਹਾਨੂੰ ਪਤਾ ਹੋਵੇ। 1526 ਤੋਂ ਲੈ ਕੇ 1530 ਤੱਕ ਭਾਰਤ 'ਚ ਮਿਡੀਵਲ ਹਿਸਟਰੀ 'ਚ ਆ ਜਾਓ, ਕਿਹੜਾ ਰਾਜਾ ਸੀਗਾ? ਅਕਬਰ। 30 ਤੋਂ ਲੈ ਕੇ 40 ਤੱਕ ਹਮਾਯੂ, 55 ਤੋਂ 56 ਤੱਕ ਫਿਰ ਹਮਾਯੂ, 1556 ਤੋਂ ਲੈ ਕੇ 1604 ਤੱਕ ਅਕਬਰ। ਜਦੋਂ ਅਕਬਰ ਭਾਰਤ ਦਾ ਰਾਜਾ ਸੀ ਨਾ, ਉਸ ਟਾਈਮ ਭਾਰਤ ਦੇ ਵਿੱਚ ਇੱਕ ਟਰੈਵਲਰ ਆਇਆ ਇੰਗਲੈਂਡ ਤੋਂ। ਇਹ ਨਹੀਂ ਪਤਾ ਕਿ ਉਹ ਆ ਕਿਵੇਂ ਗਿਆ, ਪਰ ਉਹ ਸਮੁੰਦਰ ਦੇ ਰਾਹ ਥਾਣੀ ਇੰਡੀਆ ਨਹੀਂ ਆਇਆ, ਉਹ ਉਸੇ ਅਰਬ ਥਾਣੇ ਰਾਹ ਥਾਣੀ ਉੱਥੋਂ ਦੇ ਲੋਕਾਂ ਦੀਆਂ ਮਿੰਨਤਾਂ ਕੱਢਦਾ, ਤੋਰੇ ਫੇਰਾ ਕਰਦਾ, ਉਹ ਆਇਆ। ਨਾਮ ਸੀ ਜੌਨ ਮਿਡਨਹਲ। ਉਹ ਬੰਦਾ ਇੰਡੀਆ ਆਉਂਦਾ ਏ ਜਦੋਂ ਉਹ ਬੰਦਾ 1599 'ਚ ਉਹ ਇੰਗਲੈਂਡ ਛੱਡ ਕੇ ਉਹ ਪਰਸ਼ੀਆ ਦੇ ਥਰੂ, ਪਰਸ਼ੀਆ ਸਮਝ ਗਏ, ਈਰਾਨ ਤੋਂ ਉੱਪਰ ਇਰਾਕ ਤੋਂ ਉੱਪਰ ਅਰਬ ਤੋਂ ਉੱਪਰ ਇਜਿਪਟ ਤੋਂ ਉੱਪਰ ਅਫਰੀਕਾ, ਉੱਧਰ ਦੀ ਘੁੰਮਦਾ ਘਮਾਉਂਦਾ ਜਦੋਂ ਉਹ ਇੰਡੀਆ ਪਹੁੰਚਦਾ ਏ ਤਾਂ 1603 'ਚ ਉਹ ਇੰਡੀਆ ਪਹੁੰਚਦਾ ਏ, ਠੀਕ ਆ। ਉਸ ਟਾਈਮ ਭਾਰਤ ਦਾ ਰਾਜਾ ਕੌਣ ਸੀਗਾ? ਅਕਬਰ। ਤਾਂ ਅਕਬਰ ਦੇ ਦਰਬਾਰ 'ਚੋਂ ਆਇਆ। ਅਕਬਰ ਨੇ ਉਹਨੂੰ ਇਸ ਕਰਕੇ ਖਾਰਜ ਕਰਤਾ ਕਿ ਮੈਂ ਤੈਨੂੰ ਭਾਰਤ ਦੇ ਵਿੱਚ ਵਪਾਰ ਕਰਨ ਦੇ ਰਾਈਟਸ ਇਸ ਕਰਕੇ ਨਹੀਂ ਦੇ ਸਕਦਾ ਕਿਉਂਕਿ ਤੂੰ ਕਿਸੇ ਵੀ ਰਾਜੇ ਜਾਂ ਰਾਣੀ ਤੋਂ ਪਰਮਿਸ਼ਨ ਲੈ ਕੇ ਨਹੀਂ ਆਇਆ।
ਰਾਜੇ ਜਾਂ ਰਾਣੀ ਦੀ ਪਰਮਿਸ਼ਨ ਇੰਗਲੈਂਡ 'ਚੋਂ ਨਹੀਂ ਲੈ ਕੇ ਆਇਆ ਤਾਂ ਮੈਂ ਤੁਹਾਨੂੰ ਭਾਰਤ 'ਚ ਰਾਜੇ ਦੀ ਗੱਲਬਾਤ ਤਾਂ ਰਾਜੇ ਦੇ ਅੰਬੈਸਡਰ ਨਾਲ ਹੋ ਸਕਦੀ ਹੈ ਨਾ, ਆਮ ਬੰਦੇ ਨਾਲ ਨਹੀਂ ਹੋ ਸਕਦੀ। ਖੈਰ ਉਹਦਾ ਸਿਸਟਮ ਤਾਂ ਫੇਲ ਹੋ ਗਿਆ, ਕਹਿੰਦੇ ਉਹ ਬਾਅਦ 'ਚ ਭਾਰਤ 'ਚ ਹੀ ਰਿਹਾ, ਠੀਕ ਆ। ਉਹ ਲਾਹੌਰ 'ਚ ਉਹ ਬਿਮਾਰ ਹੋ ਗਿਆ ਸੀਗਾ, ਠੀਕ ਆ, ਤੇ ਉਹਨੂੰ ਅਜਮੇਰ 'ਚ ਉਹਨੂੰ ਬਰੀ ਕੀਤਾ ਗਿਆ। ਖੈਰ ਇਹ ਪਹਿਲਾ ਇਹ ਕਿ ਜਿਸ ਕੋਈ ਅੰਗਰੇਜ਼ ਜਿਹਦੇ ਭਾਰਤ ਦੇ ਵਿੱਚ ਬਰੀਅਲ ਦੇ ਪ੍ਰੂਫ ਮਿਲਦੇ ਆ, ਉਹਨੂੰ ਦਫਨਾਉਣ ਦੇ ਪ੍ਰੂਫ ਮਿਲਦੇ ਆ, ਉਹ ਜੌਨ ਮਿਡਨਹਲ ਆ। ਜੌਨ ਮਿਡਨਹਲ ਕੋਈ ਆਫੀਸ਼ੀਅਲ ਬ੍ਰਾਂਡ ਅੰਬੈਸਡਰ ਨਹੀਂ ਸੀ ਇੰਗਲੈਂਡ ਦੇ ਕਿਸੇ ਰਾਜੇ ਦਾ, ਪਰ ਆਇਆ ਸੀ ਤਾਂ ਆਇਆ ਸੀ, ਅਕਬਰ ਦੇ ਦਰਬਾਰ 'ਚ ਆਇਆ ਸੀ, ਇਹ ਵੀ ਕੋਈ ਗੱਲ ਨਹੀਂ। 1604 'ਚ ਭਾਰਤ ਦਾ ਰਾਜਾ ਕੌਣ ਸੀਗਾ? ਜਹਾਂਗੀਰ। ਬਦਲ ਕੇ ਆ ਗਿਆ ਨਾ, ਜਹਾਂਗੀਰ ਅਕਬਰ ਦੀ ਮੌਤ ਤੇ ਜਹਾਂਗੀਰ ਜਾਨੀ ਕਿ ਜਿਹਨੂੰ ਸਲੀਮ ਕਿਹਾ ਜਾਂਦਾ ਸੀ। ਇਹੀ ਉਹ ਸਮਾਂ ਸੀਗਾ ਜਦੋਂ ਇੰਗਲੈਂਡ ਦੇ ਵਿੱਚ ਇੱਕ ਬੰਦਾ ਬਾਹਲਾ ਕਾਲਾ ਸੀ, ਉਹ ਇਕੱਲਾ ਹੀ ਤੁਰ ਪਿਆ। ਜਿਹੜੇ ਉੱਥੋਂ ਦੇ ਤਗੜੇ ਵਪਾਰੀ ਸੀਗੇ, ਉੱਥੋਂ ਦੇ ਅਬਾਨੀ ਅਡਾਨੀ ਸੀ, ਉਹ ਇੰਗਲੈਂਡ ਦੀ ਰਾਣੀ ਨੂੰ ਕਹਿ ਰਹੇ ਸੀ ਕਿ ਕਾਗਜ਼ 'ਤੇ ਸਾਈਨ ਕਰੋ, ਇੱਕ ਕੰਪਨੀ ਬਣਾਈ ਜਾਵੇ। ਤਾਂ ਇੰਗਲੈਂਡ ਦੇ ਵਿੱਚ 1631 ਦਸੰਬਰ ਨੂੰ ਇੱਕ ਕੰਪਨੀ ਨੂੰ ਪਰਮਿਸ਼ਨ ਮਿਲਦੀ ਆ ਕਿ ਤੁਸੀਂ ਭਾਰਤ ਜਾਓ, ਠੀਕ ਆ। ਕੰਪਨੀ ਦਾ ਨਾਮ ਸੀ ਗਵਰਨਰ ਐਂਡ ਕੰਪਨੀ ਆਫ ਮਰਚੈਂਟ ਆਫ ਲੈਂਡ ਲੰਡਨ ਟ੍ਰੇਡਿੰਗ ਇਨਟੂ ਈਸਟ ਇੰਡੀਜ਼। ਆਹ ਪੂਰੀ ਕੰਪਨੀ ਦਾ ਨਾਮ ਸੀ, ਜਿਹਦਾ ਸ਼ਾਰਟ ਫਾਰਮ 'ਚ ਜੇ ਨਾਮ ਪੁੱਛਿਆ ਜਾਵੇ ਦੈਟ ਇਜ਼ ਲਿਵਾਂਟ ਕੰਪਨੀ। ਇਹ ਬਹੁਤ ਇੰਪੋਰਟੈਂਟ ਆ, ਇਹ ਫੈਕਚੁਅਲ ਕੁਐਸਚਨਸ ਨੇ ਜਿਹੜੇ ਫੈਕਟ ਬੇਸਡ ਨੇ, ਤੱਥਾਂ ਦੇ ਆਧਾਰਿਤ ਨੇ, ਜਿਹੜੇ ਸਾਨੂੰ ਆਉਣੇ ਚਾਹੀਦੇ ਆ। ਇਹ ਉਹ ਕੰਪਨੀ ਸੀ ਜਿਹਨੂੰ ਪਹਿਲੀ ਪਰਮਿਸ਼ਨ ਮਿਲੀ। ਫਿਰ ਇਹੋ ਜਿਹੀਆਂ ਛੋਟੀਆਂ ਕਈ ਕੰਪਨੀਆਂ ਨੂੰ ਪਰਮਿਸ਼ਨ ਮਿਲੀ ਆ ਇੰਡੀਆ 'ਚ ਵਪਾਰ ਕਰਨ ਦੀ। ਫਿਰ ਇਹ ਸਾਰੀਆਂ ਕੰਪਨੀਆਂ ਛੋਟੀਆਂ ਕੰਪਨੀਆਂ ਜਿਹੜੀਆਂ ਸੀ, ਇਹ ਵੱਡੀ ਕੰਪਨੀ ਬਣ ਜਾਂਦੀਆਂ ਤੇ ਆਪਣੇ ਆਪ ਨੂੰ ਉਹਦੀਆਂ ਸਬਸਿਡਰੀ ਬਣਾ ਲੈਂਦੀਆਂ। ਸਬਸਿਡਰੀ ਮਤਲਬ ਸਹਾਇਕ ਕੰਪਨੀਆਂ, ਅਧੀਨ ਕੰਪਨੀਆਂ, ਤੇ ਓਵਰਆਲ ਆਪਣੀ ਕੰਪਨੀ ਦਾ ਨਾਮ ਕੀ ਰੱਖਦੀਆਂ? ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਗੱਲ ਸਮਝ ਆ ਗਈ? ਤਾਂ ਜਿਹੜੀ ਕੰਪਨੀ ਨੂੰ ਸਭ ਤੋਂ ਪਹਿਲਾਂ ਆਫੀਸ਼ੀਅਲੀ ਪਰਮਿਸ਼ਨ ਮਿਲੀ ਆ ਛੋਟੀਆਂ ਕੰਪਨੀਆਂ 'ਚ, ਉਹ ਲਿਵਾਂਤ ਆ, ਜਿਹਨੂੰ ਪਰਮਿਸ਼ਨ ਮਿਲਦੀ ਆ। ਖੈਰ ਸਭ ਤੋਂ ਪਹਿਲਾਂ ਤਾਂ ਇੰਗਲੈਂਡ ਦੀ ਰਾਣੀ ਇਹਨੂੰ ਇਹ ਕਹਿੰਦੀ ਆ, ਕੰਪਨੀ ਨੂੰ ਵਾਅਦਾ ਕਰਦੀ ਆ ਕਿ ਤੁਸੀਂ ਜਾ ਕੇ ਇੰਡੀਆ ਵਪਾਰ ਕਰੋ, ਮੈਂ ਦੂਜੀ ਕਿਸੇ ਕੰਪਨੀ ਨੂੰ ਪਰਮਿਸ਼ਨ ਨਹੀਂ ਦਊਂਗੀ। ਮੈਂ ਕਹਿੰਦੀ ਹਾਂ ਕਿ ਭਾਰਤ ਜਾ ਕੇ ਤੁਸੀਂ ਵਪਾਰ ਕਰੋ, ਕਿਸੇ ਦੂਜੇ ਦੇਸ਼ ਦੀ ਕੰਪਨੀ ਆ ਜਾਏ ਤਾਂ ਮੈਂ ਤਾਂ ਕੁਝ ਨਹੀਂ ਕਰ ਸਕਦੀ, ਪਰ ਇੰਗਲੈਂਡ 'ਚੋਂ ਮੈਂ ਕਿਸੇ ਦੂਜੇ ਬੰਦੇ ਨੂੰ ਪਰਮਿਟ ਨਹੀਂ ਕਰੂੰਗੀ ਕਿ ਤੁਹਾਡੇ ਬਰਾਬਰ ਜਾ ਕੇ ਸ਼ਰੀਕ ਬਣ ਜੇ ਉੱਥੇ। ਇਟ ਮੀਨਸ ਇੰਗਲੈਂਡ ਦੀ ਰਾਣੀ ਇਹਨਾਂ ਨੂੰ ਪਹਿਲੇ 15 ਸਾਲਾਂ ਵਾਸਤੇ ਮੋਨੋਪਲੀ ਦੇ ਦਿੰਦੀ ਆ। ਕੀ ਦੇ ਦਿੰਦੀ ਆ? ਮੋਨੋਪਲੀ। ਵਰਡ ਸਮਝ ਗਏ ਨਾ? ਮੋਨੋਪਲੀ ਮਤਲਬ ਕਿ ਤੁਸੀਂ ਆਪਣੇ ਹਿਸਾਬ ਨਾਲ ਚੱਲੋ, ਠੀਕ ਆ। 15 ਸਾਲਾਂ ਵਾਸਤੇ ਇਹਨਾਂ ਨੂੰ ਮੋਨੋਪਲੀ ਦੇ ਦਿੱਤੀ ਜਾਂਦੀ ਆ, ਪਰ ਉਸ ਤੋਂ ਬਾਅਦ ਇਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ 1609 'ਚ ਜਦੋਂ ਇਹ ਉੱਥੇ ਪਹੁੰਚਦੇ ਇੰਡੀਆ ਕਿ ਕੋਈ ਟੈਨਸ਼ਨ ਨਹੀਂ, ਤੁਹਾਡੀ ਜਗ੍ਹਾ ਤੇ ਹੋਰ ਇੰਡੀਆ 'ਚ ਕੋਈ ਨਹੀਂ ਆਉਂਦਾ। ਫਿਰ ਇਹਨਾਂ ਨੂੰ ਲਗਾਤਾਰ ਪੱਕੀ ਮੋਨੋਪਲੀ ਮਿਲ ਜਾਂਦੀ ਹੈ ਕਿ ਈਸਟ ਇੰਡੀਆ ਕੰਪਨੀ ਜਾਂ ਉਹਦੀਆਂ ਜਿਹੜੀਆਂ ਛੋਟੀਆਂ ਸਹਾਇਕ ਕੰਪਨੀਆਂ ਹੈ, ਇਹਨਾਂ ਤੋਂ ਬਿਨਾਂ ਭਾਰਤ 'ਚ ਕੋਈ ਇੰਗਲੈਂਡ ਦਾ ਛੋਟਾ ਮੋਟਾ ਕਾਰੋਬਾਰੀ ਜਾ ਕੇ ਕੰਮ ਨਹੀਂ ਕਰੂਗਾ। ਸਿਰਫ ਈਸਟ ਇੰਡੀਆ ਕੰਪਨੀ ਹੀ ਭਾਰਤ 'ਚ ਇੰਗਲੈਂਡ ਦੀ ਐਕਸਕਲੂਸਿਵ, ਸਿਰਫ ਤੇ ਸਿਰਫ ਇਕਲੌਤੀ ਭਾਰਤ ਦੇ ਵਿੱਚ ਰਿਪਰੈਜ਼ੈਂਟੇਟਿਵ ਹੋਊਗੀ ਇੰਗਲੈਂਡ ਦੀ, ਉਸ ਤੋਂ ਬਿਨਾ ਹੋਰ ਕੋਈ ਕੰਪਨੀ ਨਹੀਂ ਹੋਊਗੀ। ਪੱਲੇ ਪੈ ਗਈ ਹੈ ਗੱਲ? ਸੋ ਇਸ ਤਰੀਕੇ ਨਾਲ ਤਾਂ ਇਹ ਲੈਟਰ ਜਿਹੜਾ ਸੀਗਾ, ਪਹਿਲੀ ਤਾਂ ਜਿਹੜੀ 31 ਦਸੰਬਰ 1600 ਵਾਲੀ ਪਰਮਿਸ਼ਨ ਆ, ਉਹ ਤਾਂ ਰਾਣੀ ਐਲਿਜ਼ਾਬੈਥ ਤੋਂ ਮਿਲਦੀ ਆ, ਠੀਕ ਆ। ਪਰ ਜਿਹੜੀ ਪਰਮਿਸ਼ਨ ਬਾਅਦ 'ਚ 1608 'ਚ ਮਿਲਦੀ ਆ, ਉਹ ਮਿਲਦੀ ਆ ਇੰਗਲੈਂਡ ਦੇ ਉਸ ਟਾਈਮ ਦੇ ਰਾਜੇ 'ਚੋਂ ਜੇਮਸ 1 ਤੋਂ, ਠੀਕ ਆ। ਤੇ ਜਿਹੜਾ ਬੰਦਾ ਆਫੀਸ਼ੀਅਲ ਅੰਬੈਸਡਰ ਬਣ ਕੇ ਆਉਂਦਾ ਹੈ, ਪਰਮਿਸ਼ਨ ਲੈਣ ਆਉਂਦਾ ਹੈ, ਉਹ ਹੁਣ ਅਕਬਰ ਦੇ ਦਰਬਾਰ 'ਚ ਨਹੀਂ ਆਊਗਾ, ਕਿਉਂਕਿ ਅਕਬਰ ਤਾਂ, ਠੀਕ ਆ। ਹੁਣ ਇਸ ਟਾਈਮ ਰਾਜਾ ਕੌਣ ਆ? ਜਹਾਂਗੀਰ। ਤੇ ਜਿਹੜਾ ਜਹਾਂਗੀਰ ਦੇ ਦਰਬਾਰ 'ਚ ਆਉਂਦਾ ਹੈ ਨਾਮ ਸੀ ਵਿਲੀਅਮ ਹੌਕਿੰਸ। ਜਿਹੜੇ ਜਹਾਜ਼ ਤੇ ਬਹਿ ਕੇ ਆਉਂਦਾ ਹੈ ਦੈਟ ਇਜ਼ ਹੈਕਟਰ। ਕਿਹੜਾ ਸੀਗਾ? ਸ਼ਿਪ ਹੈਕਟਰ ਆ ਰਿਹਾ, ਸ਼ਿਪ ਹੈਕਟਰ, ਉਹਦੇ ਤੇ ਬਹਿ ਕੇ ਆਉਂਦਾ ਹੈ, ਠੀਕ ਆ। ਪੇਪਰ 'ਚ ਛੋਟੇ ਫੈਕਟਸ ਨੇ, ਸਾਨੂੰ ਪਤਾ ਹੋਣਾ ਚਾਹੀਦਾ ਹੈ। ਉਹ ਮੁਗਲ ਕੋਰਟ ਜਹਾਂਗੀਰ ਦੇ ਦਰਬਾਰ 'ਚੋਂ ਪਰਮਿਸ਼ਨ ਲੈਂਦਾ ਹੈ, ਤੇ ਜਹਾਂਗੀਰ ਵੀ ਉਹਨੂੰ ਪਰਮਿਸ਼ਨ ਦੇ ਦਿੰਦਾ ਹੈ ਕਿ ਇੰਡੀਆ 'ਚ ਤੁਸੀਂ ਆਪਣਾ ਰਾਜ ਕਰ ਸਕਦੇ ਹੋ, ਕੰਪਨੀ ਖੋਲ੍ਹ ਸਕਦੇ ਹੋ। ਗੁਜਰਾਤ ਵਾਲੇ ਪਾਸੇ ਕਹਿੰਦਾ ਕੰਪਨੀ ਖੋਲ੍ਹ ਲਓ ਜੇ ਤੁਸੀਂ ਖੋਲ੍ਹਣੀ ਵੀ ਆ। ਕੋਈ ਦੱਸ ਸਕਦਾ ਹੈ ਕਿ ਕੰਪਨੀ ਕਿਉਂ ਖੋਲ੍ਹਣ ਦੀ ਪਰਮਿਸ਼ਨ ਦਿੰਦਾ ਹੈ? ਪਹਿਲੀ ਗੱਲ, ਉਹਦਾ ਦਿਮਾਗ ਖਰਾਬ ਸੀ, ਆਪਸ਼ਨ ਬਣਾ ਰਿਹਾ ਮੈਂ। ਦੂਸਰੀ ਗੱਲ, ਨੂਰਜਹਾਂ ਨੇ ਜੋ ਕਹਿਤਾ ਉਹ ਕਹਿਤਾ, ਠੀਕ ਆ। ਤੀਸਰੀ ਆਪਸ਼ਨ, ਉਹਨੂੰ ਐਂ ਸੀ ਕਿ ਭਾਰਤ ਵਿੱਚ ਆਲਰੇਡੀ ਪੁਰਤਗਾਲੀ ਆਏ ਹੋਏ ਆ, ਉਹ ਤੇ ਇਹ ਆਪਸ 'ਚ ਲੜ ਕੇ ਮਰ ਜਾਣਗੇ। ਚੌਥੀ ਆਪਸ਼ਨ ਤੁਸੀਂ ਕੁਝ ਵੀ ਨਹੀਂ ਕਹਿ ਸਕਦੇ। ਤੁਹਾਨੂੰ ਇਹਨਾਂ 'ਚੋਂ ਕਿਹੜੀ ਆਪਸ਼ਨ ਸਹੀ ਲੱਗਦੀ ਹੈ? ਥਰਡ ਆਪਸ਼ਨ ਬੈਸਟ ਆ, ਤੇ ਇਹੀ ਸਹੀ ਆਨਸਰ ਆ। ਬਿਕੋਜ਼ ਉਸ ਤੋਂ ਪਹਿਲਾਂ ਭਾਰਤ 'ਚ ਕਿਹੜੀ ਕੰਪਨੀ ਸੀਗੀ? ਪੁਰਤਗਾਲੀ। ਤੇ ਇਹੀ ਇਹਦੀ ਬੇਵਕੂਫੀ ਸੀਗੀ, ਠੀਕ ਆ। ਐਂ ਹੀ ਨੂਰਜਹਾਂ ਨੂੰ ਬਦਨਾਮ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਕਿ ਨੂਰਜਹਾਂ ਦੀ ਸਲਾਹ ਤੇ ਪਤਾ ਨਹੀਂ ਉਹਨੇ ਵੀ ਕਹਿਤਾ ਹੋਵੇ ਕਿ ਚੱਕ ਦਿਓ ਜੀ, ਕੋਈ ਚੱਕਰ ਨਹੀਂ, ਦੇ ਦਿਓ ਪਰਮਿਸ਼ਨ। ਪਰ ਫਿਲਹਾਲ ਸਾਨੂੰ ਇੰਨਾ ਪਤਾ ਕਿ ਉਸ ਬੰਦੇ ਦੀ ਸੋਚ ਇਹ ਸੀਗੀ ਕਿ ਇਹਨਾਂ ਨੂੰ ਆਪਸ 'ਚ ਲੜਾਇਆ ਜਾਵੇ, ਠੀਕ ਆ। ਤਾਂ ਉਹ ਇਹਨਾਂ ਨੂੰ ਪਰਮਿਸ਼ਨ ਦਿੰਦਾ ਹੈ, ਤੇ ਅਸਲ 'ਚ ਉਹ ਕੰਮ ਵੀ ਕਰਦੀ ਆ। 1608 ਦੇ ਵਿੱਚ ਕੰਪਨੀ ਖੋਲ੍ਹਣ ਦੀ ਪਰਮਿਸ਼ਨ ਨਹੀਂ ਮਿਲਦੀ, ਫੈਕਟਰੀ ਖੋਲ੍ਹਣ ਦੀ। ਬਸ ਇਹ ਆ ਕਿ ਤੁਸੀਂ ਇੱਕ ਫੈਕਟਰੀ ਖੋਲ੍ਹ ਲਓ, ਉੱਥੇ ਸਿਰਫ
ਇਹ ਨਹੀਂ ਕਿਹਾ ਕਿ ਤੁਸੀਂ ਆਪਣਾ ਸਮਾਨ ਬਣਾ ਸਕਦੇ ਹੋ ਨਾ, ਇਹ ਪਰਮਿਸ਼ਨ ਤਾਂ ਦਿੱਤੀ ਨਹੀਂ 1608 'ਚ ਵਿਲੀਅਮ ਹੌਕਿੰਸ ਨੂੰ। ਸਿਰਫ ਇਹ ਕਿਹਾ ਕਿ ਤੁਸੀਂ ਇੱਕ ਸਟੋਰ ਬਣਾ ਸਕਦੇ ਹੋ ਜਿਹੜਾ ਇੱਧਰੋਂ ਉੱਧਰੋਂ ਸਮਾਨ ਇਕੱਠਾ ਕੀਤਾ ਤੁਸੀਂ ਉਹਨੂੰ ਉੱਥੇ ਸਟੋਰ ਕਰੋ ਤੇ ਉੱਥੋਂ ਆਪਣੇ ਇੰਗਲੈਂਡ 'ਚ ਵੇਚ ਸਕਦੇ ਹੋ, ਕੋਈ ਪ੍ਰੋਬਲਮ ਨਹੀਂ, ਠੀਕ ਆ। ਇੰਨੀ ਪਰਮਿਸ਼ਨ 1608 'ਚ ਮਿਲ ਗਈ। ਫਿਰ ਉਹਨਾਂ ਦੇ ਇੱਕ ਇਹਨਾਂ ਕੋਲ ਵਿਚਾਰਿਆਂ ਕੋਲ ਇਕੱਲਾ ਸਟੋਰ, ਤੇ ਪੁਰਤਗਾਲੀ 100 ਸਾਲ ਪਹਿਲਾਂ ਆਏ, ਉਹ ਬਣਾਉਂਦੇ ਵੀ ਆਪ ਸੀ, ਵੇਚਦੇ ਵੀ ਆਪ ਸੀ, ਤੇ ਜਿਹੜਾ ਬੰਦਾ ਆਪ ਸਮਾਨ ਬਣਾ ਕੇ ਵੇਚੂਗਾ ਓਬਵੀਅਸਲੀ ਗੱਲ ਉਹਦਾ ਸਮਾਨ ਸਸਤਾ ਹੋਊਗਾ। ਉਹਨਾਂ ਨੂੰ ਐਂ ਲੱਗਦਾ, ਉਹਨਾਂ ਨੂੰ ਫਿਰ ਵੀ ਨਹੀਂ ਗੱਲ ਪਚੀ, ਕਹਿੰਦੇ ਨਾ ਨਾ ਐ ਜਿਹੜੇ ਨਵੇਂ ਨਵੇਂ ਆਏ ਆ ਅੱਜ ਸਟੋਰ ਬਣਾਇਆ, ਕੱਲ੍ਹ ਨੂੰ ਸਮਾਨ ਵੇਚਣਗੇ ਵੀ, ਪਰਸੋਂ ਬਣਾਉਣਗੇ ਵੀ, ਅੱਜ ਹੀ ਇਹਨਾਂ ਦਾ ਸਿਸਟਮ ਫੇਲ ਕਰ ਦਿਓ। 1608 'ਚ ਜਦੋਂ ਜਹਾਂਗੀਰ ਨੇ ਇੰਗਲੈਂਡ ਵਾਲਿਆਂ ਨੂੰ ਪਰਮਿਸ਼ਨ ਦੇਤੀ, ਪੁਰਤਗਾਲੀਆਂ ਨੂੰ ਇਹ ਗੱਲ ਪਚੀ ਨਹੀਂ। ਉਹਨਾਂ ਨੇ 1612 'ਚ ਉਹਨਾਂ 'ਤੇ ਹਮਲਾ ਕਰਤਾ ਸੂਰਤ ਦੇ ਨੇੜੇ ਸਵਾਲੀ ਨਾਮ ਦੀ ਜਗ੍ਹਾ 'ਤੇ। ਇੱਥੋਂ ਹੀ ਇੱਕ ਲੜਾਈ ਉੱਭਰ ਕੇ ਆਈ ਹੈ, ਉਸ ਲੜਾਈ ਦਾ ਨਾਮ ਕੀ ਆ? ਬੈਟਲ ਆਫ ਸਵਾਲੀ। ਯਾਦ ਆ ਪਹਿਲੇ ਲੈਕਚਰ ਦੀ ਉਹ ਸਟੋਰੀ ਜਿਹ 'ਚ ਮੈਂ ਦੱਸਿਆ ਸੀਗਾ ਕਿ 1612 ਦੇ ਵਿੱਚ ਜਦੋਂ ਇਹਨਾਂ ਨੂੰ ਪਰਮਿਸ਼ਨ ਮਿਲੀ, ਪੁਰਤਗੀਜ਼ ਬੜੀ ਕੋਸ਼ਿਸ਼ ਕੀਤੀ, ਉਹਨਾਂ ਨੇ ਰਾਜੇ ਨੂੰ ਕਨਵਿੰਸ ਕੀਤਾ ਕਿ ਇਹਨਾਂ ਨੂੰ ਪਰਮਿਸ਼ਨ ਨਾ ਦੇ। ਰਾਜੇ ਨੇ ਫਿਰ ਵੀ ਪਰਮਿਸ਼ਨ ਦੇਤੀ ਤੇ ਮਤਲਬ ਕਿ ਜਿਹੜਾ ਹਾਕਿੰਸ ਆ ਉਹ ਬਹੁਤ ਖੁਸ਼ ਸੀਗਾ। ਨਵੰਬਰ 2011 ਤੋਂ ਪਰਮਿਸ਼ਨ ਲੈ ਕੇ ਚਲੇ ਗਿਆ। 1612 'ਚ ਇੰਗਲੈਂਡ ਦਾ ਇੱਕ ਜਹਾਜ਼ ਸੀਗਾ ਡਰੈਗਨ, ਇੰਗਲੈਂਡ ਦਾ ਇੱਕ ਜਹਾਜ਼ ਸੀਗਾ ਡਰੈਗਨ, ਜਿਹਦਾ ਚਾਲਕ ਸੀਗਾ ਥੋਮਸ ਬੈਸਟ। ਉਹਦੇ ਤੇ ਸਵਾਲੀ ਦੇ ਨੇੜੇ ਹਮਲਾ ਹੋ ਜਾਂਦਾ ਹੈ ਤੇ ਉਹ ਥੋਮਸ ਬੈਸਟ ਲੜਦਾ ਹੈ ਉਹ ਲੜਾਈ। ਕਹਿੰਦੇ ਆ ਕਿ ਬੈਟਲ ਆਫ ਸਵਾਲੀ ਜਾਂ ਬੈਟਲ ਆਫ ਸੂਰਤ ਇੰਗਲੈਂਡ ਵੱਲੋਂ ਕਿਸ ਅਫਸਰ ਨੇ ਲੜੀ ਆ? ਥੋਮਸ ਬੈਸਟ ਨੇ ਲੜੀ ਆ। ਤੇ ਕਿਸ ਜਹਾਜ਼ ਨਾਲ ਲੜੀ ਆ? ਸ਼ਿਪ ਡਰੈਗਨ, ਠੀਕ ਆ। ਤੇ ਪੁਰਤਗਾਲੀਆਂ ਨੂੰ ਉਸ ਸਵਾਲੀ ਦੀ ਲੜਾਈ 'ਚ ਹਰਾ ਦਿੰਦਾ ਹੈ। ਇਸ ਤੋਂ ਬਾਅਦ ਉਹਨਾਂ ਦੀ ਭਾਰਤ ਦੇ ਵਿੱਚ ਜਿਹੜੀ ਕਮਰਸ਼ੀਅਲ ਮੋਨੋਪੋਲੀ ਹੁੰਦੀ ਆ ਨਾ, ਜਿਹੜੀ ਏਕਾਧਿਕਾਰ ਹੁੰਦਾ ਹੈ, ਵਪਾਰਕ ਏਕਾਧਿਕਾਰ, ਉਹਦਾ ਪਹਿਲੀ ਵਾਰ ਅੰਤ 1612 'ਚ ਅੰਗਰੇਜ਼ ਕਰਦੇ ਆ। ਅੰਗਰੇਜ਼ ਪੁਰਤਗਾਲੀਆਂ ਨੂੰ ਹਰਾਉਂਦੇ ਆ। ਸੋ ਇਸ ਤਰੀਕੇ ਨਾਲ ਆਹ ਕੁਛ ਸੀਨ ਆ ਜਿਹੜੇ ਉਸ ਸਮੇਂ ਦਾ, ਠੀਕ ਆ। ਜਿਹੜਾ ਕਿ ਮਤਲਬ ਕਿ ਜਹਾਂਗੀਰ ਜਿਹੜੇ ਬਾਰੇ ਕਿਹਾ ਜਾਂਦਾ ਕਿ ਉਹ ਮਤਲਬ ਇਸ ਗੱਲ ਤੋਂ ਬੜਾ ਇੰਪ੍ਰੈਸ ਹੋਇਆ ਕਿ ਯਾਰ ਸਿਰੇ ਲਾਤੀ ਤੁਸੀਂ ਤਾਂ, ਮਤਲਬ ਕਿ ਤੁਸੀਂ ਤਾਂ 100 ਸਾਲ ਪੁਰਾਣੀ ਇੱਕ ਹੋਰ ਵਿਦੇਸ਼ੀ ਤਾਕਤ ਹਰਾਤੀ। ਜਹਾਂਗੀਰ ਇੰਨਾ ਕੁ ਐਕਸਾਈਟਡ ਹੁੰਦਾ ਹੈ, ਇੱਕ ਗਲਤੀ ਕਰ ਜਾਂਦਾ ਹੈ। ਇੰਗਲੈਂਡ ਦੀਆਂ ਭਾਰਤ 'ਚ ਜੜ੍ਹਾਂ ਲਵਾਉਣ ਵਾਸਤੇ ਜੇ ਕੋਈ ਭਾਰਤੀ ਮੁਗਲ ਰਾਜਾ ਜ਼ਿੰਮੇਵਾਰ ਆ ਤੇ ਉਹ ਕੌਣ ਆ ਭਲਾ? ਜਹਾਂਗੀਰ। ਜਹਾਂਗੀਰ ਉਹਨਾਂ ਨੂੰ ਕਹਿੰਦਾ ਕਿ ਆਹ ਚੱਕੋ, ਹੁਣ ਤੁਸੀਂ ਆਪਣੀ ਪਹਿਲੀ ਫੈਕਟਰੀ ਲਾ ਸਕਦੇ ਹੋ। ਸੂਰਤ ਵਿੱਚ ਪਹਿਲੀ ਫੈਕਟਰੀ ਲਾਉਣ ਦੀ ਪਰਮਿਸ਼ਨ 1612 ਦੇ ਦਸੰਬਰ 'ਚ ਮਿਲਦੀ ਹੈ, ਜਿਹੜੀ ਪ੍ਰੋਪਰ ਫੈਕਟਰੀ ਲਾਉਣ ਦੀ। ਤੇ 9 ਦਸੰਬਰ 1613 ਨੂੰ 9 ਜਨਵਰੀ 1613 ਨੂੰ ਸੂਰਤ ਦੇ ਵਿੱਚ ਬ੍ਰਿਟਿਸ਼ ਆਪਣੀ ਪਹਿਲੀ ਫੈਕਟਰੀ ਚਪਕਾ ਦੇਣਗੇ। ਮੇਰੀ ਗੱਲ ਸਮਝ ਆ ਗਈ? ਤਾਂ ਇਸ ਤੋਂ ਬਾਅਦ ਠੀਕ ਆ 1613 ਦੀ 9 ਜਨਵਰੀ ਲਿਖਿਆ ਨਹੀਂ, ਚਲੋ ਲਿਖ ਲਿਓ। 9 ਜਨਵਰੀ 1613 ਨੂੰ ਫਸਟ ਈਸਟ ਇੰਡੀਆ ਕੰਪਨੀ ਦੀ ਫੈਕਟਰੀ ਬਣਦੀ ਆ। ਕਿੱਥੇ ਭਲਾ? ਸੂਰਤ ਵਿੱਚ। ਤੇ 1615 ਦੇ ਵਿੱਚ ਇੱਕ ਹੋਰ ਅੰਗਰੇਜ਼ ਇੰਗਲੈਂਡ 'ਚੋਂ ਤਰਲਾ ਲੈ ਕੇ ਆਉਂਦਾ ਹੈ, ਨਾਮ ਸੀ ਥੋਮਸ ਰॉय। ਪਹਿਲਾਂ ਆਇਆ ਵਿਲੀਅਮ ਹੌਕ, ਉਸ 3-4 ਨਾਮ ਯਾਦ ਕਰਨੇ ਆ, ਇੱਥੇ ਆ ਕੇ ਲੈਕਚਰ ਖਤਮ ਕਰ ਦੇਣਾ ਮੈਂ। ਪਹਿਲਾ ਨਾਮ ਯਾਦ ਹੈ? ਜੌਨ ਮੈਡਨਹਲ। ਦੂਜਾ ਨਾਮ ਯਾਦ ਆ? ਵਿਲੀਅਮ ਹੌਕਿੰਸ। ਤੀਜਾ ਨਾਮ ਯਾਦ ਆ? ਥੋਮਸ ਬੈਸਟ। ਤੇ ਇਹ ਚੌਥਾ ਨਾਮ ਆ, ਕੀ ਨਾਮ ਆ ਜੀ? ਥੋਮਸ ਰॉय। ਉਹ ਦੁਬਾਰਾ ਫਿਰ ਇੰਗਲੈਂਡ ਦੇ ਦਰਬਾਰ 'ਚ ਪੇਸ਼ ਹੁੰਦਾ ਹੈ, ਉੱਥੇ ਜਹਾਂਗੀਰ ਦੇ ਦਰਬਾਰ 'ਚ, ਤੇ ਉਹ ਕਹਿੰਦਾ ਹੈ ਕਿ ਜੀ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਸਾਨੂੰ ਸੂਰਤ 'ਚ ਫੈਕਟਰੀ ਲਾਉਣ ਦੀ ਪਰਮਿਸ਼ਨ ਦਿੱਤੀ, ਥੋੜ੍ਹਾ ਜਿਹਾ ਹੋਰ ਵੀ ਕਾਰਵਾਈ ਪਾਓ, ਫਿਰ ਅੱਗੇ ਹੋਰ ਵੀ ਕੰਮ ਤੋਰੋ ਸਾਡਾ। ਫਿਰ ਉਹ ਆਗਰੇ, ਅਹਿਮਦਾਬਾਦ ਤੇ ਬਰੌਚ ਇਹਨਾਂ ਇਲਾਕਿਆਂ ਦੇ ਵਿੱਚ ਵੀ ਪਰਮਿਸ਼ਨ ਲੈਂਦਾ ਹੈ। ਸੋ ਇਸ ਤਰੀਕੇ ਨਾਲ ਹੁਣ ਭਾਰਤ ਵਿੱਚ ਸਭ ਤੋਂ ਤਾਕਤਵਰ ਤਾਕਤ ਜਿਹੜੀ ਆ, ਜਿਹਨੇ ਅੱਗੇ ਜਾ ਕੇ ਸਭ ਤੋਂ ਵੱਡੀ ਤਾਕਤ ਬਣਨਾ ਸੀ ਬ੍ਰਿਟਿਸ਼, ਉਹ ਇੰਡੀਆ 'ਚ ਇਸ ਤਰੀਕੇ ਨਾਲ ਆਪਣੀ ਸ਼ੁਰੂਆਤ ਕਰਦੇ ਆ। ਅਗਲਾ ਲੈਕਚਰ ਸ਼ਾਇਦ ਆਪਣਾ ਇਸ ਅਰਾਈਵਲ ਆਫ ਯੂਰੋਪੀਅਨਸ ਦਾ ਲਾਸਟ ਲੈਕਚਰ ਹੋਊਗਾ, ਠੀਕ ਆ, ਜਿਹਦੇ 'ਚ ਅਸੀਂ ਅੱਗੇ ਕਵਰ ਕਰਾਂਗੇ। ਅੱਜ ਵਾਸਤੇ ਇੰਨਾ ਹੀ ਬਹੁਤ।